Good evening. Welcome. श्याम दा सलाम खुश We're आमदीद so happy to have everyone here ਮੈਨੂੰ today. ਬਹੁਤ ਖੁਸ਼ੀ ਹੈ ਨੇ ਸਾਰੇ ਲੋਕ ਅੱਜ ਸਾਰੇ ਨੇ ਐਸੇ ਕੋਵਿਡ ਵੈਕਸੀਨੇਸ਼ਨ ਬਾਰੇ ਅਸੀਂ ਕਰਦੇ ਪਏ ਹਾਂ ਬਜ਼ੁਰਗਾਂ में बहुत बहुत शुक्रिया कि ਤੁਸੀਂ ਆਏ ਹੋ ਅਸੀਂ ਲਾਭ ਹੈ ਸੇ ਸਾਰਾ ਕੁਝ ਅੰਗਰੇਜ਼ੀ ਵਿੱਚ ਹੋਣ ਲੱਗੇ ਪਰ ਸਾਡੇ ਕੋਲ ਤਰਜਮਾਨ ਵੀ ਹੈਗਾ ਜਿਹੜਾ ਕਿ ਮੌਜੂਦ ਹੈਗਾ ਕਰਨ ਵਾਸਤੇ Be streamed ਇਹ on ਬਹੁਤ ਸਟ੍ਰੀਮ ਹੁੰਦਾ ਪਿਆ ਹੈ ਫੇਸਬੁੱਕ ਤੇ ਪੰਜਾਬੀ ਵਿੱਚ ਤੇ ਤੁਸੀਂ ਜਾਣਦੇ ਹੋ ਕਿ ਦੇਣਾ ਜ਼ੂਮ ਔਨ ਪੰਜਾਬੀ ਤੇ ਸਾਡੇ ਪੰਜਾਬੀ ਇੰਟਰਪ੍ਰੀਟਰ ਚ ਰਹੇਗਾ ਉਹ ਤੁਹਾਨੂੰ ਬਤਾਏਗਾ कि किस तरह स्विच करना है पंजाबी विच समझाइए कि भाषा को अंग्रेजी से पंजाबी में कैसे बदल सकते हैं। थैंक यू। ਅੱਜ ਦੀ ਤਕਰੀਬ ਇੰਗਲਿਸ਼ ਵਿੱਚ ਮੁਨਕਿਦ ਹੋ ਰਹੀ ਹੈ ਜਿਸ ਦੇ ਨਾਲ ਬਰਾਹ ਰਾਸਤ ਤਰਜਮਾ ਪੰਜਾਬੀ ਵਿੱਚ ਦਸਤਿਆਬ ਹੈ। ਜੇ ਤੁਸੀਂ ਪੰਜਾਬੀ ਤਰਜਮਾ ਸੁਣਨਾ ਚਾਹੁੰਦੇ ਹੋ ਤੇ ਆਪਣੇ ਕੰਪਿਊਟਰ ਦੀ ਜ਼ੂਮ ਸਕਰੀਨ ਤੇ ਥੱਲੇ ਲਾਈਨ ਤੇ ਗਲੋਬ ਦਾ ਆਈਕਨ ਬਣਿਆ ਹੈ ਉੱਥੇ ਜਾ ਕੇ ਆਪਣੀ ਜ਼ੁਬਾਨ ਫ੍ਰੈਂਚ ਦਾ ਇੰਤਖਾਬ ਕਰੋ। ਜੇ ਤੁਸੀਂ ਆਪਣੇ ਫੋਨ ਦੇ ਜ਼ਰੀਏ ਜ਼ੂਮ ਐਪ ਦੇ ਨਾਲ ਸਾਡੇ ਨਾਲ ਜੁੜੇ ਹੋ ਤੇ ਮੋਰ ਤੇ ਆਈਕਨ ਜਿਹੜਾ ਹੈਗਾ ਹੈ ਉਸ ਤੇ ਕਲਿੱਕ ਕਰੋ ਜਾਂ 3 ਨੁਕਤਿਆਂ ਤੇ ਕਲਿੱਕ ਕਰੋ ਜਿਹੜੇ ਤੁਹਾਡੀ ਸਕਰੀਨ ਦੇ ਕੋਨੇ ਤੇ ਹੈਗੇ ਨੇ ਉੱਥੇ ਜਾ ਕੇ ਲੈਂਗੁਏਜ ਇੰਟਰਪ੍ਰੀਟੇਸ਼ਨ ਦਾ ਇੰਤਖਾਬ ਕਰੋ ਤੇ ਫਿਰ ਫ੍ਰੈਂਚ ਦਾ ਇੰਤਖਾਬ ਕਰਕੇ ਡਨ ਨੂੰ ਕਲਿੱਕ ਕਰੋ। Thank you, Afria ji. बहुत बहुत शुक्रिया फरीहा जी मेरा नाम सबीना वोहर नवर है ਤੇ ਮੈਂ ਇਸ ਵੇਲੇ ਕੋ-ਫਾਊਂਡਰ ਹਾਂ ਸੈਲਫ ਏਸ਼ੀਅਨ ਹੈਲਥ ਨੈਟਵਰਕ ਦੀ ਮੈਂ ਤੁਹਾਨੂੰ ਸ਼ੁਰੂ ਕਰਦੇ ਹਾਂ ਨਾਲ ਮੈਂ ਐਕਨੋਲੇਜਮੈਂਟ ਕਰਾਂਗੀ ਮੈਂ ਕਰਦੀ ਹਾਂ ਕਿ ਮੈਂ ਇਸ ਵੇਲੇ ਜਿਸ ਧਰਤੀ ਤੇ ਹਾਂ ਇੰਗਲਿਸ਼ ਹੋਣੇ का बहुत ही ज़्यादा मिसिसागा किंतु इस वेले एनिशोए चिपफा यादिन ते वेंडातिन शामिल ने नहीं घर हैगा बहुत किस्मां विच ते फर्स्ट नेशन हैगा शामिल होंदे ने इन्यूट एंड मिटन्स साउथ एशियन हेल्थ बहुत एक्साइटेड है कि इस इवेंट ਨੂੰ ਅੱਜ ਹੋਵੇ ਇੱਥੇ ਇਸ ਸਾਡੇ ਵਿੱਚ 13 ਫਰਕ ਕਮਿਊਨਿਟੀ ਬੇਸਡ ਆਰਗੇਨਾਈਜੇਸ਼ਨ ਨੇ ਇਹ ਆਰਗੇਨਾਈਜੇਸ਼ਨ ਜਿਹੜੀ ਹੈ ਇਹਦੇ ਵਿੱਚ ਸ਼ਾਮਿਲ ਹੈਗੇ ਕਮਿਊਨਿਟੀ ਹੈਲਥ ਪਾਰਟਨਰਸ ਪੂਰੇ ਜੀਟੀਏ ਵਿੱਚ ਬਹੁਤ ਬਹੁਤ ਸ਼ੁਕਰੀਆ ਐਮਸੀਆਈਐਸ ਦਾ ਤੇ ਐਲਏਡੀ ਜਿਹੜਾ ਕਿ ਇਸ ਮੌਕਾ ਦਿੱਤਾ ਜਾਏ ਟੈਕਨੀਕਲ ਸਪੋਰਟ ਦਾ ਅਗਰ ਤੁਸੀਂ ਜਾਣਦੇ ਹੋ ਕੋਈ ਸਵਾਲ ਪੁੱਛਣਾ ਤੇ ਜਾਂ ਤੁਸੀਂ ਹੋਰ ਰਿਸਰਚ ਕਰਨਾ ਚਾਹੁੰਦੇ ਹੋ ਸਾਡੀ ਵੈਬਸਾਈਟ ਤੇ ਜਾਏ http southasianhealthnetwork.ca ਤੇ ਸਾਡੇ ਕੋਲ ਬਹੁਤ ਜ਼ਿਆਦਾ ਰਿਸੋਰਸਿਸ ਨੇ ਤੇ ਤੁਸੀਂ ਪ੍ਰਿੰਟ ਵੀ ਕਰ ਸਕਦੇ ਹੋ ਸ਼ੇਅਰ ਵੀ ਕਰ ਸਕਦੇ ਹੋ ਇਸ ਵੇਲੇ ਮੈਂ ਕਿਉਂ ਕਰਨਾ ਚਾਹਾਂਗੀ ਕਿ ਅੱਜ ਤੁਹਾਨੂੰ ਇੰਟਰੋਡਿਊਸ ਕਰੋ ਸਾਡੇ ਜ਼ਬਰਦਸਤ ਜਿਹੜੇ ਸਪੀਕਰ ਨੇ ਸਾਡੇ ਡਾਕਟਰ ਸਮੀਰਾ ਸਾਡੇ ਕੋਲ ਹੈ ਡਾਕਟਰ ਸੈਕਟਰ ਡਾਇਰੈਕਟਰ ਨੇ ਜੀਰੀਆਟਿਕ ਤੇ ਐਕਸਐਨਆਈ ਹੈਲਥ ਸਿਸਟਮ ਵਿੱਚ ਯੂਨੀਵਰਸਿਟੀ ਹੈਲਥ ਨੈਟਵਰਕ ਟੋਰਾਂਟੋ ਵਿੱਚ ਤੇ ਐਸੋਸੀਏਟ ਪ੍ਰੋਫੈਸਰ ਹੈ ਮੈਡੀਸਨ ਦੇ ਯੂਨੀਵਰਸਿਟੀ ਆਫ ਟੋਰਾਂਟੋ ਤੇ ਜੌਨ ਹੌਪਕਿੰਸ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਵਿੱਚ ਇਹ ਡਾਇਰੈਕਟਰ ਵੀ ਨੇ ਹੈਲਥ ਪਾਲਿਸੀ ਰਿਸਰਚ ਰਾਜਸਥਾਨ ਯੂਨੀਵਰਸਿਟੀ ਨੈਸ਼ਨਲ ਇੰਸਟੀਚਿਊਟ ਔਨ ਏਜਿੰਗ ਦੇ ਉੱਤੇ ਵੈਲਕਮ ਡਾਕਟਰ ਸਿਨਹਾ ਬਹੁਤ ਬਹੁਤ ਸ਼ੁਕਰੀਆ ਸਬੀਨਾ ਸਾਡੇ ਕੋਲ ਡਾਕਟਰ ਆਨੰਦ ਮਾਰੀਆ ਨੇ ਡਾਕਟਰ ਅਮਨ ਨੇ ਪੈਰਾਟੇਟਿਵ ਕੇਅਰ ਫਿਜ਼ੀਸ਼ੀਅਨ ਨੇ ਜਿਹੜੇ ਕਿ ਕੰਮ ਕਰਦੇ ਨੇ ਲੌਂਗ ਟਰਮ ਕੇ ਹੋਮ ਤੇ ਨਾਲ ਹੀ ਇਹ ਮੁxtਲਿਫ ਫੈਮਿਲੀ ਐਂਡ ਕਮਿਊਨਿਟੀ ਦੇ ਨਾਲ ਇਹ ਕਰਦੇ ਨੇ ਯੂਨੀਵਰਸਿਟੀ ਆਫ ਟੋਰਾਂਟੋ ਵਿੱਚ ਤੇ ਅਸਿਸਟੈਂਟ ਕਲੀਨਿਕਲ ਪ੍ਰੋਫੈਸ਼ਨ ਹੈ ਫੈਮਿਲੀ ਮੈਡੀਸਨ ਦੇ ਇੱਕ ਯੂਨੀਵਰਸਿਟੀ ਵਿੱਚ ਇਹ ਕੋ-ਫਾਊਂਡਰ डॉक्टर भी है ना जस्ट उन्होंने अदलिया उठाया बहुत बड़ा इकट्ठा किया तकरीबन 1000 फिजिशियन ताकि आवाज़ चुके लॉन्ग टर्म केयर ਨੂੰ ਬਹਾਲ ਕਰਨ ਵਾਸਤੇ ਇੰਟੀਰੀਓ ਵਿੱਚ बहुत बहुत खुशामदीद डॉक्टर आर्या शुक्रिया सबीना ਅਸੀਂ बहुत खुशी है कि ਤੁਸੀਂ ਅੱਜ ਸਾਡੇ ਸਾਹਮਣੇ ਆਏ ਹੋ ਮੈਂ ਸ਼ੁਰੂ ਕਰਦੀ ਹਾਂ ਪੈਨਲ ਡਿਸਕਸ਼ਨ ਵਿੱਚ ਮੈਂ ਥੋੜਾ ਜਿਹਾ ਗੱਲ ਕਰਾਂਗੀ ਅੱਜ ਕਿ ਕਿਸ ਤਰ੍ਹਾਂ ਐਲਡਰਲੀ ਕਮਿਊਨਿਟੀ ਜਿਹੜੀ ਹੈ ਕਿਸ ਤਰ੍ਹਾਂ ਉਹਨਾਂ ਦੇ ਉੱਤੇ ਅਸਰ ਹੋਇਆ ਕੋਵਿਡ ਤੁਸੀਂ ਸਾਨੂੰ ਦੱਸੋਗੇ ਸਾਡੂ ਆਰੀਆ ਕਿ ਤੁਹਾਡਾ ਜਿਹੜਾ ਤਜਰਬਾ ਹੈ ਕਿਸ ਤਰ੍ਹਾਂ ਸਾਡੇ ਜਿਹੜੇ ਲੰਬੀ ਉਮਰ ਦੇ ਕੈਨੇਡੀਅਨ ਹੈ ਉਹਨਾਂ ਦੀ ਕਿ ਕਿਸ ਤਰ੍ਹਾਂ ਉਹਨਾਂ ਦੀ ਨਸਲ ਪ੍ਰਸਤੀ ਨਸਲ ਗਰੁੱਪ ਨਾਲ ਕਿਸ ਤਰ੍ਹਾਂ ਉਹਨਾਂ ਉੱਤੇ ਅਸਰ पड़ता है तो अगर वाकई उन्हें असर पैदा है तो किस तरह हाँ मेरा कहना पतला है कि 1 साल तो ज़्यादा हो गया है कि साडा फर्स्ट केस ऑफ कोविड-19 आया कैनेडा ਇਹਦੇ ਪਹਿਲੇ ਵਬਾ ਦੇ ਵਿੱਚ ਸਾਨੂੰ ਕਿਹਾ ਹੈ ਕਿ ਇੱਕ ਵਾਇਰਸ ਹੈ ਜਿਹੜਾ ਕਿ ਸਭ ਨੂੰ ਬਰਾਬਰ ਅਸਰ ਕਰੇਗਾ ਗਰੀਬ ਨੂੰ ਅਮੀਰ ਨੂੰ ਜਵਾਨ ਨੂੰ ਲੇਕਿਨ ਸਾਨੂੰ ਕੋਈ ਵੀ ਕੋਵਿਡ-19 ਨੇ ਵੱਡ ਕਰ ਦਿੱਤਾ ਸਾਰੀ ਦੀ ਸਾਰੀ ਇਹ ਜਿਹੜੀ ਮਸਾਵੀਆਤ ਸੀ ਸਾਡੇ ਕੋਲ ਸੋ ਮੈਂ ਤੁਹਾਨੂੰ ਦੱਸ ਸਕਦਾ ਇੱਕ ਪੈਲੇਟਿਵ ਕੇਅਰ ਸਪੈਸ਼ਲਿਸਟ ਦੇ ਤੌਰ ਤੇ ਹਸਪੀਟਲ ਵਿੱਚ ਜਿੱਥੇ ਕੋਵਿਡ-19 हुआ
मैं करदा पिया क्लिनिक्स विच ही काम करदा, लॉन्ग टर्म केयर विच भी, रिटायरमेंट होम विच ते होम केयर विच। हर कोई जेड़ा कि नज़र आंदा पिया सब दे उत्ते कोविड-19 दा असर होया। ਇਹ ਡੈਡਲੀ ਵਾਇਰਸ ਦੀ ਸੀ, ਇਹਦੇ ਵਿੱਚ ਜਿਹੜੇ ਕੰਮ ਸੀ ਫੈਮਿਲੀ ਮੈਂਬਰਸ ਜਿਹੜੇ ਐਸੈਂਸ਼ੀਅਲ ਵਰਕਰ ਦੇ, ਉਹਨਾਂ ਦੇ ਜਿਹੜੇ ਬਜ਼ੁਰਗ ਵਾਲਿदैन ਸੇ, ਨਾਲ ਹੀ ਉਹ ਜਿਹੜੇ ਇਸ ਤਰ੍ਹਾਂ ਦੀ ਜਗ੍ਹਾ ਤੇ ਰਹਿੰਦੇ ਸੀ ਜਿੱਥੇ ਬਹੁਤ ਸਾਰੇ ਲੰਬੀ ਉਮਰ ਵਾਲੇ ਲੋਕ ਇਕੱਠੇ ਰਹਿੰਦੇ ਸੀ। ਇਹ ਵਾਇਰਸ ਤੇ ਇਹ ਵਬਾ ਨੇ ਇੱਕ ਦੂਜੇ ਨਾਲ ਮਿਲਣ ਜੁਲਣ ਦੇ ਨਾਲ ਵੀ ਇਹ ਅੱਗੇ ਵਧਿਆ। ਅਸੀਂ ਬਾਅਦ ਵਿੱਚ ਇਹ ਗੱਲ ਕਰਾਂਗੇ, ਲੇਕਿਨ ਬਹੁਤ ਸਾਰੇ ਇਸ ਤਰ੍ਹਾਂ ਦੇ ਹਕਾਇਕ ਨੇ। ਇਸ ਲਈ ਵੈਕਸੀਨੇਸ਼ਨ ਜਿਹੜੀ ਹੈ ਕਿੰਨੀ ਆਮ ਹੈ ਇਸ ਵੇਲੇ ਬਜ਼ੁਰਗਾਂ ਦੇ ਵਾਸਤੇ। ਬਹੁਤ ਸਾਰੇ ਲੋਕ ਇਸ ਦੇ ਬਾਰੇ ਗੱਲ ਕਰਦੇ ਪਏ ਹਨ। ਅਸੀਂ ਚਾਹੁੰਦੇ ਹਾਂ ਕਿ ਕੋਵਿਡ-19 ਚ 5% ਜਿਹੜੀ ਅਮਵਾਤ ਸੀਗੀਆਂ ਕੋਵਿਡ-19 ਵਿੱਚ ਵਜ੍ਹਾ ਨਾਲ ਹੋਇਆ ਓਨਟਾਰੀਓ ਵਿੱਚ ਵੀ, ਤੇ ਉਹ 60 ਸਾਲ ਤੇ ਬੜੇ ਵੇ। ਇਹ ਬਹੁਤ ਬੜੀ ਅਹਿਮ ਗੱਲ ਹੈ। मैं देखता है कि इस वेले बहुत ही ज़्यादा तरजीह देनी चाहिए। एक दूसरे हकायक है कि इस तरह की रिसर्चां हुई हैं जियां सामने आई हैं, तो दसदियां पे हैं कि साइंटिफिक एडवाइजरी कमेटी जी कि गल करती है कि किस तरह खास तौर पर ऐसे इलाके जिथे घट आमदनी वाले कम हैं, जिस तरह के एसेंशियल वर्कर हैं, जो इस तरह रहते हैं, ये लोग जोड़े ने उन्होंने खतरा बहुत ज़्यादा है कोविड-19। ये सिर्फ और सिर्फ उन्होंने उत्ते नहीं, बल्कि मैं ये कहूँगा कि यह जोड़ा उन्होंने इलाका है बड़ा असर पड़ता पे है। पैंडमिक विच बहुत बड़ा असर है। हाँ, नस्ल दी परस्ती बहुत बड़ा असर है। जो बुजुर्ग जेड़े कि इस तरह की जगह रहने जेड़े हाई रिस्क कम्यूनिटियां है, उन्होंने उत्ते बहुत बुरा असर पिया। सर स्टडी दसती है कि अगर कोई इस तरह की हो जिनी उम्र 80 है तो तुसी रहंदे हो इस तरह की जगह ते जिथे हाई रिस्क पोस्ट कोड है, ते उन्हां दा जेड़ा खतरा है 27% ज्यादा होंदा है। उस में इस तरह की जगह ते रहना जेदे उत्ते घट खतरा है। बेशक असी सारे एक ही तूफान विचां, पर सारे एक कश्ती विच ने। मैं थोड़े नाल गल मनदी हां कि जो तुसी अज क्या है, मैं थोनू दसांगी। क्यों तुसी दसोगे कि थोड़ा की तजुर्बा हैगा? तुसी डॉक्टर सैना दसो। मैं समझता हूँ कि जिस तरह आर्या ने हजे कहा है कि जो मैं देखा है कि जेड़े बुजुर्ग लोग हैं, मैं उन्होंने घरां विच देखा है, खास तौर पे वो जेड़े वाकई रहंदे हैं घर विच, जिन्ना वो ज्यादा अरसा चाहते हैं कि देखा है कि उन्होंने उत्ते सबर उन्होंने इन्ना अरसा किया है, ते वो ट्रांजिशन की है लॉन्ग टर्म केयर विच, रिटायरमेंट सारे मुख्तलिफ तरीके नाल उहदे ते असर हुआ है। असी देखा है कि बहुत से जेड़े बुजुर्ग हैं जेड़े अपने घरां च रहिंदे सी, वो घर तो बाहर नहीं निकल सकते, वो घर विच फस गए हैं और अपनी कम्यूनिटी विच नहीं जा सकते, वो लोकां नाल मिल जुल नहीं सकते, कोई ऐसा दे प्रोग्राम विच नहीं जा सकते, कोई अपने सोशल इवेंट्स ना ही वो अपने फैमिली नाल मिल सकते ने जिहदे नाल वो पहले चंगी तरह मिलदा। वो अपने घर विच कैद होके रह गए ने, वो कट हो गए हैं अपनी फैमिली मेंबर्स ते फ्रेंड्स दे नाल। ਇਹ बहुत ही कल्ले ते तनहा हो गए हैं बहुत सारे बुजुर्गों वास्ते जिन्हों ने पहले अपनी जिंदगी बहुत अच्छी गुजारी सी, अपने फैमिली मैंबर नाल मिलना, उन्हां दे नाल जिंदगी गुजारना। हाँ, मुसावी तौर पे मेरे बहुत सारे मरीज ऐसे ने जेड़े कि लॉन्ग टर्म केयर रिटायरमेंट च रहिंदे ने। उन्होंने देखा है कि वबा उन्हां वास्ते बहुत मुश्किल लेके आई, खास तौर पे यह वायरस उन्होंने मौका नहीं दिया। हुण वो नहीं चीज़ां जो पहले करते सी वो नहीं करते सी, वो अपने दोस्तां नाल, अपने ना ही सेंट्रल केयर गिवर नाल वो गलबात कर सकते हैं रोजाना। जिस तरह खाने दे ताल्लुक नाल पहले कट्ठे खांदे सी, वो मदद करदे सी, नहाण वास्ते मदद मिल जांदी सी, उन्हां नूं बहुत सारी चीज़ां दी मदद करी सी। लेकिन इस वेले बहुत चीज़ां कम हो गई हैं। बहुत सारे लोग जेड़े सी वो अपने कमरिਆਂ ਚ कैद होके रह गए ने। ਉਹ ਡਾਈਨਿੰਗ रूम या इस तरह की जगह ते सिर्फ उस जगह तक जांदे ने, या उन्होंने घरां विच कैद हैं, या बिल्कुल उस तरह दियां काम जेड़ा वो पहले करदे सी नहीं। ਅਸੀਂ मैं देखांगा कि इस वबा ने बहुत सारे मरसीदा और जिथे भी वो रहंदे ने वो बहुत अकेले ने, वो बहुत तजुर्बा बहुत ही दुखी उन्हां वास्ते बहुत मुश्किल है, क्योंकि वो अपने घर वालिਆਂ ਨੂੰ नहीं देख सकते उस तरह नहीं जिस तरह वो पहले रहना चाहते सी या रहंदे सी। मेरा यह ख्याल हैगा कि जिस तरह मेरे कॉलीग ने कहा कि जिथे तुसी रहंदे हो ਇਹਦਾ भी बहुत बहुत असर ਹੁੰਦਾ है कि अगर तुसी रहंदे हो, अगर फर्ज करो तुसी रहंदे हो कि ये सब इकट्ठे रहंदे हैं, वो मिलते जुलते रहंदे हैं, एक अपार्टमेंट में रहंदे हैं या रेजिडेंट में, बहुत ही मुश्किल होता है एक दूजे नाल रहदा करना, क्योंकि अगर सब इकट्ठे रहने विच सपोर्ट बहुत ही मिल जाती है। इस वेले जिहड़ी ज्यादा होंदी पई है या फैलदी पई है फैमिली मैंबर विच, ਉਹ ਇਸ ਤਰ੍ਹਾਂ ਦੀਆਂ जगह हैगियां जिथे लोग ਜਿਹੜੇ हैं उन्हां दे कोल
ਵੱਡੇ ਵੱਡੇ ਘਰ ਨਹੀਂ ਹੈ, ਉਹ ਇੱਕ ਦੂਜੇ ਨਾਲ ਬਹੁਤ ਜ਼ਿਆਦਾ ਉਹਨਾਂ ਦਾ ਅਛੂਤ ਨਾਲ ਮਿਲ ਸਕਦੀ ਹੈ ਤੇ ਉਹਨਾਂ ਕੋਲ ਇੰਨੇ ਵਸਾਇਲ ਵੀ ਨਹੀਂ ਹੈ ਕਿ ਉਹ ਅਲੱਗ-ਅਲੱਗ ਰਹਿ ਸਕੇ ਤੇ ਅਸੀਂ ਕਿਸ ਤਰ੍ਹਾਂ ਮਦਦ ਕੀਜੀਏ ਲੰਬੀ ਉਮਰ ਦੇ ਬੰਦਿਆਂ ਦੀ ਜਾਂ ਵੱਡੀ ਉਮਰ ਦੇ ਬੰਦਿਆਂ ਦੀ ਕਿ ਕਿਸ ਤਰ੍ਹਾਂ ਅਸੀਂ ਇਸ ਗੱਲ ਦੀ ਯਕੀਨ ਦਹਾਨੀ ਵੀ ਕਰਾਏ ਕਿ ਵੈਕਸੀਨ ਜੋ ਹੈ ਉਹ ਛੇਤੀ ਮਿਲ ਜਾਏ ਤੇ ਉਹਨਾਂ ਨੂੰ ਤਰਜੀਹ ਦਿੱਤੀ ਜਾਵੇ ਕਿ ਇਹ ਵੈਕਸੀਨ ਜੋ ਹੈ ਉਹਨਾਂ ਲੋਗੋਂ ਨੂੰ ਮਿਲ ਜਾਏ ਕਿ ਉਹਨਾਂ ਨੂੰ ਇਸ ਤਰ੍ਹਾਂ ਦੇ ਥਾਵਾਂ ਤੇ ਪਹਿਲੇ ਪਹੁੰਚਾ ਦੀ ਜਾਏ ਜਿੱਥੇ ਉੱਥੇ ਖਤਰਾ ਜ਼ਿਆਦਾ ਹੈ ਜਿਹੜੇ ਕਿ ਕੋਵਿਡ-19 ਦੀ ਵਜ੍ਹਾ ਨਾਲ ਮਰ ਰਹੇ ਨੇ ਮੈਂ ਬਿਲਕੁਲ ਆਰੀਆ ਦੇ ਨਾਲ ਕਹਿ ਰਹੀ ਕਿ ਅਸੀਂ ਸਾਰੇ ਤੂਫਾਨ ਤੇ ਸਾਡਾ ਇੱਕ ਹੈ ਪਰ ਸਾਡੀਆਂ ਕਿਸ਼ਤੀਆਂ ਫਰਕ ਹੈ ਸਾਡੀ ਕੋਸ਼ਿਸ਼ ਹੋਣੀ ਚਾਹੀਏ ਕਿ ਅਸੀਂ ਸਭ ਨੂੰ ਮਦਦ ਕੀਜੀਏ ਸਾਰਾ ਉਹਨਾਂ ਨੂੰ ਮੌਕਾ ਦਿੱਤਾ ਜਾਏ ਉਹਨਾਂ ਨੂੰ ਇਲਮ ਦਿੱਤਾ ਜਾਏ ਕਿ ਕਿਸ ਤਰ੍ਹਾਂ ਇਸ ਵਾਸਤੇ ਦਾ ਮੁਕਾਬਲਾ ਕਰਨਾ ਹੈ ਕੋਈ ਵੀ ਪਿੱਛੇ ਨਹੀਂ ਛੱਡਣਾ ਚਾਹੀਏ ਹਰ ਇੱਕ ਨੂੰ ਪੂਰੀ ਮਾਲੂਮਾਤ ਮਿਲਣੀ ਚਾਹੀਏ ਜਿਹੜਾ ਕਿ ਤਾਂ ਕਿ ਉਹ ਚੰਗਾ ਫੈਸਲਾ ਕਰ ਸਕੇ ਇਹੀ ਇਸੇ ਵਾਸਤੇ ਅਸੀਂ ਇੱਥੇ ਹਾਂ ਤਾਂ ਕਿ ਸਾਡੇ ਕਮਿਊਨਿਟੀ ਸਪੈਸ਼ਲਿਸਟ ਸਾਡੇ ਕੋਲ ਹੈ ਤਾਂ ਕਿ ਉਹ ਸਵਾਲਾਂ ਦਾ ਜਵਾਬ ਕਰੇ ਸਾਡੀ ਕਮਿਊਨਿਟੀ ਮੈਂਬਰਸ ਨੂੰ ਇਹ ਮਾਲੂਮਾਤ ਇਕੱਠੀ ਕੀਤੀ ਹੈ ਆਪਣੇ 14 ਫਰਕ ਕਮਿਊਨਿਟੀਜ਼ ਦੇ ਕਿ ਕੀ ਲੋਕਾਂ ਦੇ ਜ਼ਿਹਨਾਂ ਵਿੱਚ ਚੱਲਦਾ ਪਿਆ ਹੈ ਤੋ ਅਸੀਂ ਦੋਨਾਂ ਨੂੰ ਅੱਜ ਬੁਲਾਇਆ ਹੈ ਕਿ ਬਹੁਤ ਸਾਰੀ ਚੀਜ਼ਾਂ ਹੈਗੀਆਂ ਜਿਹੜੀ ਕਿ ਮੈਂ ਤੁਹਾਡੇ ਕੋਲ ਪੁੱਛਾਂ ਖਾਸ ਤੌਰ ਤੇ ਵੈਕਸੀਨੇਸ਼ਨ ਦੇ ਤਾਲੁਕ ਨੇ ਅਸੀਂ ਚਾਹੁੰਦੇ ਹਾਂ ਕਿ ਇੰਟੈਰੀਓ ਜਿਹੜਾ ਹੈਗਾ ਅੱਗੇ 80+ ਲੋਕਾਂ ਨੂੰ ਵੈਕਸੀਨ ਹੈ ਅਸੀਂ ਮੈਂ ਤੁਹਾਨੂੰ ਵਿਖਾਵਾਂਗੀ ਸਵਾਲ ਜਿਹੜੇ ਨੇ ਉਹ ਉੱਠ ਰਹੇ ਨੇ ਸਾਡੇ ਮੈਂਬਰਸ ਸਾਡਾ ਸੈਨਾ ਸੇ ਪੁੱਛਾਂਗੀ ਤੁਸੀਂ ਦੱਸੋਗੇ ਕੀ ਤੁਸੀਂ ਦੱਸੋਗੇ ਕਿ ਕਿਸ ਤਰ੍ਹਾਂ ਜਿਹੜੇ ਨੇ ਉਮਰ ਰਸੀਦਾ ਰੋਗ ਜਾਂ ਕੋਵਿਡ-19 ਵੈਕਸੀਨੇਸ਼ਨ ਕਿਸ ਤਰ੍ਹਾਂ ਉਹਨੂੰ ਮਿਲੇਗੀ ਤੇ ਇਹ ਵੀ ਦੱਸੋਗੇ ਕਿ ਕੀ ਕਿਸਮਾਂ ਹੈਗੀਆਂ ਕੋਵਿਡ ਵੈਕਸੀਨ ਦੀਆਂ ਤੇ ਸਾਨੂੰ ਇਹ ਵੀ ਦੱਸੋ ਕਿ ਕਿਸ ਤਰ੍ਹਾਂ ਇੱਕ ਦੂਜੇ ਨਾਲ ਫਰਕ ਹੈਗੀਆਂ ਇਸ ਵੇਲੇ ਮੈਂ ਬਹੁਤ ਅੱਛੀ ਖਬਰ ਹੈ ਕਿ ਸਾਡੇ ਕੋਲ ਵੈਕਸੀਨ ਆ ਗਈ ਹੈ ਸਾਡੇ ਕੋਲ ਬਹੁਤ ਸਾਰੀ ਵੈਕਸੀਨਾਂ ਆ ਗਈਆਂ ਜਿਹੜੀਆਂ ਆ ਗਈਆਂ ਇੱਕ ਸਾਲ ਦੇ ਅੰਦਰ ਇਸ ਵਬਾ ਦੇ ਜਦੋਂ ਵਬਾ ਡਿਕਲੇਅਰ ਹੋ ਗਈ ਸੀ ਇਹ ਬਹੁਤ ਹੀ ਬੜਾ ਮੋਜਜ਼ਾ ਹੈਗਾ ਜਿਹੜਾ ਸਾਇੰਸ ਨੇ ਕੀਤਾ ਹੈ ਬਹੁਤ ਸਾਰੇ ਲੋਕ ਬਹੁਤ ਪਰੇਸ਼ਾਨ ਹੈਰਾਨ ਹੋ ਗਏ ਕਿ ਨਾ ਸਾਡੇ ਕੋਲ ਇੱਕ ਸਾਲ ਦੇ ਅੰਦਰ ਵੈਕਸੀਨ ਆ ਗਈ ਹੈ ਇਹ ਚੀਜ਼ ਜਿਹੜੀ ਹੈਗੀ ਇਹ ਬਹੁਤ ਕਿੰਨੇ ਸਾਲ ਲੱਗਦੇ ਨੇ ਵੈਕਸੀਨ ਨੂੰ ਡਿਵੈਲਪ ਕਰਨੇ ਵਿੱਚ ਪਰ ਇਹ ਜਿਹੜੀ ਵੈਕਸੀਨ ਹੈ ਬੜੀ ਘੱਟ ਅਰਸੇ ਵਿੱਚ ਆ ਗਈ ਹੈ मेरा ख्याल है कि डॉक्टर आर्या से ਅਸੀਂ ਦੋਨੋਂ ਬਿਲਕੁਲ ਹੈਰਾਨ ਹੋ ਗਏ ਕਿ ਇੱਕ ਸਾਲ ਪਹਿਲੇ ਅਗਰ ਸੋਚ ਵੀ ਨਹੀਂ ਸਕਦੇ ਸੀ ਇੱਕ ਵੈਕਸੀਨ ਵੀ ਨਹੀਂ ਸੀ ਪਰ ਹੁਣ ਬਹੁਤ ਚੰਗੀ ਵੈਕਸੀਨ ਹੈ ਮੇਰਾ ਖਿਆਲ ਹੈ ਕਿ ਬਹੁਤ ਲੋਕ ਜਿਹੜੇ ਨੇ ਬਹੁਤ ਹੈਰਾਨ ਨੇ ਕਿ ਸਾਡੇ ਕੋਲ ਹੈ ਲੋਕ ਸਵਾਲ ਪੁੱਛਦੇ ਪਏ ਨੇ ਬੜੇ ਜਾਇਜ਼ ਸਵਾਲ ਨੇ ਕਿ ਇਹ ਮਹਿਫੂਜ਼ ਹੈ क्या असर रखेगी कि ਬੁੱਢੇ ਲੋਕ ਜਿਹੜੇ ਨੇ क्या ਉਹਨਾਂ ਦੇ ਉੱਤੇ ਵੀ ਉਸ ਤਰ੍ਹਾਂ ਹੀ ਅਸਰ ਕਰੇਗੀ ਜਾਂ ਉਹਨਾਂ ਦੇ ਵਾਸਤੇ ਮਹਿਫੂਜ਼ ਹੈ ਕਿ ਨਹੀਂ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਵੈਕਸੀਨ ਜਿਹੜੀ ਆਈ ਹੈ ਉਹ ਵਾਕਈ ਬਹੁਤ ਜ਼ਬਰਦਸਤ ਹੈ ਇਹ ਜਿਹੜੀ ਦੋ ਅਸੀਂ ਰეკਮੈਂਡ ਕਰਾਂਗੇ ਓਨਟਾਰੀਓ ਵਿੱਚ ਮੋਡਰਨਾ ਐਂਡ ਫਾਈਜ਼ਰ ਵੈਕਸੀਨ ਇਹ ਬਹੁਤ ਚੰਗੀ ਇੱਕ ਹੀ ਤਰ੍ਹਾਂ ਦੀ ਵੈਕਸੀਨ ਹੈਗੀ ਦੋਨੋਂ ਲੋਕੀ ਕਹਿੰਦੇ ਨੇ ਇੱਕ ਚੰਗੀ ਹੈ ਦੂਸਰੀ ਅੱਛੀ ਹੈ ਅਸਲ ਵਿੱਚ ਦੋਨੋਂ ਬਹੁਤ ਹੀ ਜ਼ਿਆਦਾ ਅਸਰ ਹੈ 95% ਇਫੈਕਟਿਵ ਹੈ ਸਾਡਾ ਗੋਲ ਹੈਗਾ ਕਿ ਅਸੀਂ ਅਗਰ ਵੈਕਸੀਨ ਮਿਲ ਜਾਏ ਜਿਹੜੀ 50% ਇਫੈਕਟਿਵ ਇਹਦਾ ਮਤਲਬ ਹੈ ਕਿ ਇਹ ਘੱਟ ਕਰਦੇ ਸਾਡੇ ਬਿਮਾਰ ਹੋਣੇ ਦੇ ਖਤਰੇ ਨੂੰ 50% ਅਸੀਂ ਕਿਹਾ ਕਿ ਬਹੁਤ ਬੜੀ ਕਾਮਯਾਬੀ ਹੈ ਸਾਡੇ ਕੋਲ ਬਹੁਤ ਜ਼ਿਆਦਾ ਵੈਕਸੀਨ ਆਂਦੀ ਪਈ ਹੈ ਤਾਂ ਕਿ ਹਰ ਔਰਤ ਬੰਦੇ ਤੇ ਬੱਚੇ ਨੂੰ ਮਿਲ ਜਾਏਗੀ ਇਹ ਜਿਹੜੀਆਂ ਦੋ ਵੈਕਸੀਨਾਂ ਸਾਡੇ ਕੋਲ ਆ ਗਈਆਂ 95% ਇਹ ਇਫੈਕਟਿਵ ਹੈ ਨਾ ਸਿਰਫ ਵੱਡੀ ਉਮਰ ਦੇ ਬਲਕਿ 올ਡਰ ਐਡਲਟਸ ਵਾਸਤੇ ਜਾਂ ਬਜ਼ੁਰਗਾਂ ਵਾਸਤੇ ਬਹੁਤ ਅੱਛੀ ਹੈ ਇਹ ਲੋਕੀ ਕਹਿੰਦੇ ਠੀਕ ਹੈ मैंने देखा कि वाकई ये इफेक्टिव है कि मैं बीमार तो नहीं हो जाऊंगा अगर मैं वैक्सीन लग गई तो मैं थोड़े मरीज मैनू कहते हैं फोन करते हैं 80 तो बड़ी उम्र दे वो कहते हैं कि 98 बंदे ने कहा कि मैं वैक्सीन लिया उन्हें बिल्कुल भी नोटिस नहीं किया कि किसी किस्म का साइड इफेक्ट हुए बहुत लेकिन कहते हैं थोड़े साइड इफेक्ट्स तो होंगे हैं जिस तरह उन्होंने आर थोड़ी जी सोजन हो जाती है सिर ते पीड़ होता है थोड़ा जिहा बुखार हो जाता है पर चंगी चीज़ां ਇਹ ਹੈਗੀਆਂ ਇਸ ਵੈਕਸੀਨ ਦੇ ਬਾਰੇ ਇਹਨਾਂ ਦੇ ਸਾਈਡ ਇਫੈਕਟ ਜਿਹੜੇ ਬਹੁਤ ਹੀ ਘੱਟ ਨੇ ਅਗਲੀ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜੇ ਉਹਨਾਂ ਦਾ ਇਮਿਊਨ ਸਿਸਟਮ ਜੋ ਹੈਗਾ ਉਹ ਜਿਸ ਤਰ੍ਹਾਂ ਉਸ ਤਰ੍ਹਾਂ ਤਾਂ ਨਹੀਂ ਹੁੰਦਾ ਜਿਸ ਤਰ੍ਹਾਂ ਹੈ ਲੇਕਿਨ ਉਹਨਾਂ ਦੇ ਜਿਹੜੇ ਸਾਈਡ ਇਫੈਕਟਸ ਹੁੰਦੇ ਨੇ ਲੇਕਿਨ ਬੜੀ ਚੀਜ਼ ਚੰਗੀ ਹੈ ਕਿ ਉਹਨਾਂ ਦਾ ਸੇਮ ਲੈਵਲ ਦਾ ਜੋ ਅਸਰ ਹੈ ਉਹਨਾਂ ਦੇ ਉੱਤੇ ਉਸ ਤਰ੍ਹਾਂ ਹੀ ਹੁੰਦਾ ਹੈ ਜਿੰਨਾ ਇੱਕ ਜਵਾਨ ਦੇ ਉੱਤੇ ਸਾਡੇ ਕੋਲ ਬਹੁਤ ਚੰਗੀ ਵੈਕਸੀਨ ਹੈ ਇੱਕ ਵਾਰੀ ਪਹਿਲੇ ਹੀ ਵੱਡੀ ਉਮਰ ਦੇ ਲੋਕਾਂ ਦੇ ਉੱਤੇ ਇਸਤੇਮਾਲ ਕੀ ਜਾ ਸਕਦੀ ਹੈ ਇਹ ਹਰ ਇੱਕ ਨੂੰ
ਮਿਲ ਜਾਏਗੀ ਜਿੰਨੀ ਜਲਦੀ ਹੋ ਸਕੇ ਇਹਨੂੰ ਕਰੋ। ਇਹ ਬਹੁਤ ਹੀ ਮਹਿਫੂਜ਼ ਹੈ, ਬਹੁਤ ਹੀ ਪੁਸਰ ਹੈ। ਉਹ ਕਹਿੰਦੇ ਨੇ ਅਸੀਂ ਹੋਰ ਲੋਕਾਂ ਨੂੰ ਚਾਹੁੰਦੇ ਹਾਂ ਵੈਕਸੀਨੇਟ ਹੋ ਜਾਏ। 80 सैकड़ों हजारा लोग पहले ही वैक्सीनेट हो चुके हैं। ਅਸੀਂ ਦੇਖਿਆ ਹੈ ਕਿ ਉਹ ਬਿਲਕੁਲ ਮਹਿਫੂਜ਼ ਹੈ, ਬਹੁਤ ਹੀ ਪੁਰਅਸਰ ਹੈ ਤੁਹਾਨੂੰ ਹਿਫਾਜ਼ਤ ਕਰੇਗੀ कोविड-19 ਦੇ ਵਾਇਰਸ ਵੀ ਬਿਮਾਰ ਹੋਣੇ ਤੱਕ ਜਾਨਲੇਵਾ ਬਿਮਾਰੀ ਤੋਂ ਤੇ ਮੌਤ ਨੂੰ। ਮੈਂ ਬਹੁਤ ਹੀ ਬੜਾ ਪਰਸਿਤਾਰ ਹਾਂ। ਉਹਨਾਂ ਨੇ ਬੜੀ ਜ਼ਬਰਦਸਤ ਚੀਜ਼ ਬਣਾਈ ਹੈ ਔਰ ਬੜੇ ਚੰਗੇ ਤਰੀਕੇ ਨਾਲ ਬਣਾਈ ਹੈ ਅਤੇ ਉਹ ਬਹੁਤ ਹੀ ਮਹਿਫੂਜ਼ ਹੈ, ਬਹੁਤ ਹੀ ਜ਼ਬਰਦਸਤ। ਮੈਂ ਤੁਸੀਂ ਪਹਿਲੇ ਹੀ ਬਹੁਤ ਸਾਰਾ ਜਵਾਬ ਦਿੱਤਾ ਹੈ, ਮੈਂ ਤੁਹਾਨੂੰ ਫਿਰ ਸੇ ਪੁੱਛਾਂਗੀ ਕਿ ਕੋਈ ਫਰਕ ਹੈਗਾ ਕਿ ਉਹਨਾਂ ਦੇ ਅਸਰ ਤੇ ਉਹਨਾਂ ਦੇ ਮਹਿਫੂਜ਼ ਹੋਣ ਤੇ ਕਿ ਬਜ਼ੁਰਗਾਂ ਤੇ ਵੀ ਉਨੀ ਹੀ ਮਹਿਫੂਜ਼ ਹੈ ਜਿੰਨੀ ਜਵਾਨਾਂ ਤੇ? ਤੁਸੀਂ ਬਤਾਓ ਦਿਓ। ਤੁਸੀਂ ਦੱਸਿਆ ਹੈ ਕਿ 95% ਹੈ। ਤੁਹਾਡਾ ਕੀ ਖਿਆਲ ਹੈ ਕਿ ਹਾਂ ਸਬੀਨਾ ਆਨਸਰ ਹਾਂ ਹੈ। ਤੁਸੀਂ ਜਿਸ ਤਰ੍ਹਾਂ ਅਸੀਂ ਬੁੱਢੇ ਹੁੰਦੇ ਹਾਂ ਸਾਡਾ ਇਮਿਊਨ ਸਿਸਟਮ ਜਿਹੜਾ ਹੈ ਕਮਜ਼ੋਰ ਹੋ ਜਾਂਦਾ ਹੈ। ਇਸ ਵਾਸਤੇ ਜੋ ਉਹ ਜਿਹੜੇ ਵੱਡੀ ਉਮਰ ਦੇ ਹੋਏ ਉਹਨਾਂ ਦੇ ਉੱਤੇ ਜਲਦੀ ਇਨਫੈਕਟ ਹੋ ਸਕਦੀ ਹੈ ਮੁਕਾਬਲਤਨ ਇਸ ਤਰ੍ਹਾਂ ਦੇ ਮੁਸਲਾਂ ਜਿਹੜੇ ਹੈਗੇ ਆ ਕਈ ਬਹੁਤ ਜ਼ਿਆਦਾ ਫੌਤ ਵੀ ਹੋ ਗਏ। ਜਿਸ ਤਰ੍ਹਾਂ ਡਾਕਟਰ ਆਰੀਆ ਨੇ ਕਿਹਾ ਹੈ ਕਿ 95% ਜਿਹੜੀਆਂ ਅਮਵਾਤ ਸੀ ਉਹ ਬਜ਼ੁਰਗਾਂ ਵਿੱਚ ਹੋਈ ਕਿਉਂਕਿ ਉਹ ਕਮਜ਼ੋਰ ਹੋ ਗਏ ਸੀ। ਜਿਸ ਤਰ੍ਹਾਂ ਹੀ ਅਸੀਂ ਸਾਡੀ ਉਮਰ ਹੁੰਦੀ ਹੈ ਸਾਡੇ ਜਿਹੜਾ ਖਤਰਾ ਹੁੰਦਾ ਹੈ ਕੋਵਿਡ-19 ਦਾ ਹੋਣੇ ਦਾ, ਜਦੋਂ ਸਾਨੂੰ ਵੈਕਸੀਨ ਮਿਲ ਜਾਂਦੀ ਹੈ ਇਹ ਮੁਕਾਬਲਤਨ ਇੱਕ ਜਵਾਨ ਬੰਦੇ ਦੇ ਕਿ ਇੱਕ ਬੁੱਢੇ ਤੇ, ਕਿਉਂਕਿ ਉਹਨਾਂ ਦਾ ਇਮਿਊਨ ਸਿਸਟਮ ਇੰਨਾ ਨਹੀਂ ਹੁੰਦਾ ਤੇ ਇਸ ਤਰ੍ਹਾਂ ਉਹਨਾਂ ਦੇ ਹਿਫਾਜ਼ਤ ਵਾਸਤੇ ਉਹਨਾਂ ਦੀ ਇਮਿਊਨਿਟੀ ਜਿਹੜੀ ਹੈਗੀ बढ़ ਜਾਂਦੀ ਹੈ ਤੇ ਉਹਨਾਂ ਨੂੰ ਕੋਈ ਕਿਸੇ ਕਿਸਮ ਦਾ ਖਤਰਾ ਨਹੀਂ ਹੁੰਦਾ। ਇਸ ਕਿਸਮ ਦੀ ਵੈਕਸੀਨ ਜਿਹੜੀ ਟੈਕਨੋਲੋਜੀ ਇਸਤੇਮਾਲ ਹੋਈ ਹੈ ਬਿਲਕੁਲ ਉਤਨੀ ਹੀ ਮੌਸਰ ਹੈ ਜਿੰਨੀ ਇੱਕ ਜਵਾਨ ਦੇ ਉੱਤੇ ਹੋਗੀ। ਮੇਰਾ ਇਹ ਖਿਆਲ ਹੈ ਕਿ ਅਸੀਂ ਦੇਖਦੇ ਪਏ ਹਾਂ ਕਿ ਫਰਕ ਜਿਹੜਾ ਹੈਗਾ 95% ਜਿਹੜੇ ਲੋਕ ਨੇ ਉਹ ਉਹਨੇ ਹੀ ਪੁਰਅਸਰ ਹੈ ਜਿਸ ਤਰ੍ਹਾਂ 95% ਅਸਰ ਉਹਦਾ ਬਜ਼ੁਰਗ ਤੇ ਹੈ ਤੇ 94 ਦੇ ਉੱਤੇ ਜਾਂਦਾ। ਇਹ ਮੈਂ ਦੱਸਾਂਗਾ ਕਿ ਚੰਗੀ ਖਬਰ ਇਹ ਹੈ ਕਿ ਬਹੁਤ ਜ਼ਿਆਦਾ ਅਸਰ ਆਂਦਾ ਪਿਆ ਹੈ। ਅਸੀਂ ਜਿਸ ਤਰ੍ਹਾਂ ਮੈਂ ਪਹਿਲੇ ਹੀ ਦੱਸਿਆ ਤੁਹਾਨੂੰ ਕਿ ਅਗਰ ਸਾਨੂੰ ਇੱਕ ਹੀ ਕਿਸਮ ਦਾ ਦਰਜੇ ਦਾ ਉਹਨਾਂ ਇਮਿਊਨ ਸਿਸਟਮ ਉਹਨਾਂ ਸਟਰੋਂਗ ਨਹੀਂ ਹੈ ਤੇ ਚੰਗੀ ਬਾਤ ਇਹ ਹੈਗੀ ਕਿ ਸਾਈਡ ਇਫੈਕਟ ਜਿਹੜੇ ਹੈ ਉਹਨਾਂ ਨੇ ਉਸ ਤਰ੍ਹਾਂ ਦੇ ਨਹੀਂ ਨੇ ਜਿਸ ਤਰ੍ਹਾਂ ਕਿ ਜਵਾਨ ਦੇ। ਮੈਂ ਦੇਖਿਆ ਕਿ ਸਾਡੀ ਜਿਹੜੇ ਜਿਸਮ ਹੈ ਉਹ ਬਿਲਕੁਲ ਉਸ ਤਰ੍ਹਾਂ ਹੀ ਰਿਸਪੌਂਸ ਕਰਦੀ ਪਈ ਹੈ, ਉਹ ਜ਼ਿਆਦਾ ਐਂਟੀਬਾਡੀਜ਼ ਬਣਾਉਂਦੀ ਪਈ ਹੈ ਤੇ ਇਹ ਬੜੀ ਜ਼ਬਰਦਸਤ ਚੀਜ਼ ਹੈ। ਅਗਰ ਕੋਈ ਸਾਈਡ ਇਫੈਕਟ ਹੁੰਦਾ ਹੈ ਤੇ ਚੰਗੀ ਚੀਜ਼ ਹੈ ਕਿ ਸਾਈਡ ਇਫੈਕਟ ਜਿਹੜੇ ਨੇ ਉਹ ਬਹੁਤ ਘੱਟ ਨੇ ਜਿਹੜੇ ਕਿ ਇੱਕ ਜ਼ਮਾਨੇ ਵਿੱਚ ਮੈਂ ਕੀਤਾ ਸੀ ਤੇ ਮੇਰੀ ਥਕਾਵਟ ਜੀ ਹੋ ਗਈ ਸੀ ਜਾਂ ਮੇਰਾ ਬਾਜ਼ੂ ਜਿਹੜਾ ਸੁੱਜ ਗਿਆ ਸੀ। ਲੇਕਿਨ ਹੁਣ ਵਾਕਈ ਮੈਂ ਹੈਰਾਨ ਹੋ ਗਿਆ ਹਾਂ ਕਿ ਹਰ ਕੋਈ ਜਿਹੜਾ ਹੈਗਾ ਉਹ ਫਰਕ ਤਜਰਬਾ ਹੈਗਾ। ਪਰ ਚੰਗੀ ਗੱਲ ਇਹ ਹੈਗਾ ਕਿ ਸਾਈਡ ਇਫੈਕਟਸ ਬਹੁਤ ਘੱਟ ਨੇ। ਇਹ ਸਿਰਫ ਔਰ ਸਿਰਫ ਇੱਕ ਦਿਨ ਜਾਂ 2 ਦਿਨ ਰਹੇंगे। ਅਸੀਂ ਕਿਸੇ ਕਿਸਮ ਦਾ ਕੋਈ ਐਸਾ ਦੀ ਰਿਪੋਰਟ ਵੀ ਨਹੀਂ ਦੇਖੀ ਹੈ ਕਿ ਕੋਈ ਮਸਲਾ ਆਇਆ ਹੋ ਇਸ ਵੈਕਸੀਨ ਨੂੰ ਲੈਣੇ। ਸੈਂਕੜੋਂ ਹਜ਼ਾरों ਬਜ਼ੁਰਗਾਂ ਨੇ ਇਹਨੂੰ ਲਿਆ ਹੈ ਤੇ ਉਹਨਾਂ ਨੇ ਇਹਦਾ ਦੱਸਿਆ ਕਿ ਜ਼ਬਰਦਸਤ। ਇਹ ਸਵਾਲ ਅਸੀਂ ਚੈਟ ਤੋਂ ਸਵਾਲ ਹੈ ਕਿ ਕੋਈ ਸਾਈਡ ਇਫੈਕਟ ਤੇ ਸੈਕਿੰਡ ਡੋਜ਼ ਦੇ ਦਰਮਿਆਨ ਕਿ ਜਿਹੜਾ ਸਵਾਲ ਮੇਰਾ ਹੈਗਾ ਉਹ ਹੈਗਾ ਕਿ ਜੋ ਤੀਸਰੀ ਵੈਕਸੀਨੇਸ਼ਨ ਕਿ ਐਸਟਰਾਜ਼ੇਨੇਕਾ ਦੇ ਬਾਰੇ ਵਿੱਚ ਤੁਸੀਂ ਜ਼ਰਾ ਸਾਨੂੰ ਦੱਸੋ ਇਸ ਬਾਰੇ। ਕਿਆ ਇਹ ਅਪਰੂਵਡ ਹੈ ਤੇ ਕਿਆ ਇਹ ਅਪਰੂਵਡ ਹੈਗੀ ਕਿ ਨਹੀਂ? ਹਾਂ ਸਾਡੇ ਕੋਲ 2 ਨਿਊ ਵੈਕਸੀਨ ਹੈ ਜਿਹੜੀ ਕਿ ਅਪਰੂਵਡ ਹੋ ਗਈ ਹੈ। ਪਹਿਲੀ 2 ਤੋਂ ਫਾਈਜ਼ਰ ਮੋਡਰਨਾ ਵੈਕਸੀਨ ਜਿਹੜੀ ਹੈਗੀ, ਜਿਹੜੀ ਦੂਸਰੀ 2 ਹੈ ਜਿਹੜੀ ਉਹ ਥੋੜਾ ਜਿਹਾ ਫਰਕ ਟੈਕਨੋਲੋਜੀ ਇਸਤੇਮਾਲ ਹੋਈ ਹੈ। ਮੈਂ ਜਦੋਂ ਟੈਕਨੋਲੋਜੀ ਕਹਿੰਦਾ ਤਾਂ ਮੇਰਾ ਮਤਲਬ ਇਹ ਨਹੀਂ ਹੈ ਕਿ ਮੈਂ ਕਿ ਤਰੀਕਾ ਜਿਸ ਤਰ੍ਹਾਂ ਵੈਕਸੀਨ ਡਿਵੈਲਪ ਹੋਈ। ਪਹਿਲੀ ਸੈਟ ਆਫ ਵੈਕਸੀਨ ਜਿਹੜੀ ਕਿ 95% ਇਫੈਕਟਿਵ ਸੀ ਮੋਡਰਨਾ ਤੇ ਫਾਈਜ਼ਰ ਵੈਕਸੀਨ, ਇਹਨੂੰ mRNA ਜਿਹੜਾ ਹੈਗਾ ਇਹ ਜਿਹੜਾ ਮੋਲੀਕਿਊਲ ਹੈਗਾ ਜਿਹੜਾ ਸਾਡੀ ਜਿਸਮ ਜਿਹੜਾ ਕ੍ਰੀਏਟ ਕਰਦਾ ਹੈ ਇਸ ਮਾਲੂਮਾਤ ਭੇਜਦਾ ਹੈ ਸਾਡੇ ਸੈਲਸ ਨੂੰ ਬੋਡੀ ਵਿੱਚ ਕਿ ਉਹ ਅੱਗੇ ਮਸ਼ਵਰਾ ਦੇਣ ਕਿ ਕਿਸ ਤਰ੍ਹਾਂ ਉਹਨਾਂ ਨੇ ਇਹ ਪ੍ਰੋਟੈਕਸ਼ਨ ਲੈਣੀ ਹੈ। ਇਹ ਬੇਸਿਕਲੀ ਇਸਤੇਮਾਲ ਹੁੰਦੀ ਹੈ ਇੱਕ ਮੋਲੀਕਿਊਲ ਜਿਹੜਾ ਸਾਡੀ ਬੋਡੀ ਚ ਪਹਿਲੇ ਹੁੰਦਾ ਹੈ। ਉਹ ਉਸ ਮੋਲੀਕਿਊਲ ਉਸ ਐਨ ਵੈਕਸੀਨ में ਇਹ ਬਹੁਤ ਹੀ ਟੈਕਨੋਲੋਜੀ ਜਿਹੜਾ ਅਸੀਂ ਇਸਤੇਮਾਲ ਕਰਦੇ ਹਾਂ ਬਹੁਤ ਸਾਲਾਂ ਤੋਂ
ਤੇ ਕੈਂਸਰ ਥੈਰੇਪੀ ਵਿੱਚ ਇਹ ਬਹੁਤ ਹੀ ਇੱਕ ਹੈ ਜਿਹੜਾ ਅਸੀਂ ਕਾਬਿਲ ਹੋ ਗਏ ਹਾਂ 12 ਸਾਲ ਦੀ ਰਿਸਰਚ ਦੇ ਬਾਅਦ ਜੇ ਵਾਕਈ ਇਸਤੇਮਾਲ ਹੁੰਦੀ ਪਈ ਹੈ ਵੈਕਸੀਨ ਬਣਾਉਣ ਵਾਸਤੇ ਇਹ ਬੜੀ ਕਾਮਯਾਬ ਹੋ ਗਈ ਹੈ। ਇਹ ਵੈਕਸੀਨ ਜਿਹੜੇ ਨੇ ਦੋ ਨई वैक्सीना जो साढ़े अप्रूव हो गई हैं कनाडा में ਹੁਣ एक एस्ट्राजेनेका ऑक्सफोर्ड यूनिवर्सिटी वैक्सीन ਤੇ ਦੂਸਰੀ ਜੋ ਹੈ ਜੌਨਸਨ ਐਂਡ ਜੌਨਸਨ ਵੈਕਸੀਨ। ਇਸ ਵੇਲੇ ਜਿਹੜੀ ਐਸਟਰਾਜ਼ੇਨੇਕਾ ਵੈਕਸੀਨ ਹੈਗੀ ਔਰ ਜੌਨਸਨ ਵੈਕਸੀਨ ਜਿਹੜੀ ਹੈ ਉਹ ਮੁxtਲਿਫ 8 ਕਿਸਮ ਦੀ ਟੈਕਨੋਲੋਜੀਆਂ ਇਸਤੇਮਾਲ ਕਰਦੀ ਪਈ ਹੈ ਜਿਹੜੀ ਕਿ ਜਿਸ ਤਰ੍ਹਾਂ ਫਲੂ ਵੈਕਸੀਨ ਇਸਤੇਮਾਲ ਕਰਦੇ ਸੀ ਉਸ ਕਿਸਮ ਦੀ ਵੈਕਸੀਨ ਜਿਹਨੂੰ ਐਡੇਨਾ ਵਾਇਰਸ ਵੈਕਸੀਨ ਹੁਣ ਕਹਿੰਦੇ ਇਹ ਵਾਇਰਸ ਨੂੰ ਇਸਤੇਮਾਲ ਕੀਤਾ ਜਾਂਦਾ ਸੀ। ਥੋੜਾ ਸਾ ਉਹੀ ਮਾਲੂਮਾਤ ਜਿਹੜੀ ਹੁੰਦੀ ਸੀ ਕਿ ਅਸੀਂ ਆਪਣੀ ਜਿਸਮ ਨੂੰ ਦਸੀਏ ਕਿ ਕਿਸ ਤਰ੍ਹਾਂ ਦਫਾ ਬਣਾਉਣਾ ਹੈ कोविड-19 ਦੇ ਖਿਲਾਫ। ਇਹ ਥੋੜੀ ਜਿਹੀ ਫਰਕ ਤਰੀਕਾ ਹੈ। ਬਹੁਤ ਸਾਰੀ ਵੈਕਸੀਨ ਜਿਹੜੀ ਹੈ ਕੋਸ਼ਿਸ਼ਾਂ ਕਰਦੀਆਂ ਫਰਕ ਤਰੀਕਾ ਇਸਤੇਮਾਲ ਕਰਦੀਆਂ। ਇਹ ਆਕਸਫੋਰਡ ਯੂਨੀਵਰਸਿਟੀ ਗਰੁੱਪ ਨੇ ਤੇ ਦੂਸਰੋਂ ਨੇ ਜਿਹੜਾ ਇਹ ਕੀਤਾ ਕਿ ਜੌਨਸਨ ਨੇ ਇਹ ਵੈਕਸੀਨ ਬਣਾਈ। ਐਸਟਰਾਜ਼ੇਨੇਕਾ ਵੈਕਸੀਨ ਜੋ ਹੈ ਉਹ ਫਾਈਜ਼ਰ ਮੋਡਰਨਾ ਇਹ ਵੀ 2 ਸ਼ਾਟ ਵੈਕਸੀਨ ਹੈ। ਜੌਨਸਨ ਇਹ ਸਿੰਗਲ ਸ਼ਾਟ ਹੈਗੀ ਜਿਸ ਤਰ੍ਹਾਂ ਅਸੀਂ ਦੱਸਿਆ। ਇਸ ਵੇਲੇ ਐਸਟਰਾਜ਼ੇਨੇਕਾ ਅਪਰੂਵ ਹੋ ਗਈ ਹੈ ਕੈਨੇਡਾ ਵਿੱਚ ਤੇ ਹੈਲਥ ਕੈਨੇਡਾ ਨੇ ਪਹਿਲੇ ਵੀ ਅਪਰੂਵ ਕਰ ਦਿੱਤਾ ਹੈ ਕਿ ਬਹੁਤ ਮਹਿਫੂਜ਼ ਹੈ ਸਾਰੀ ਉਮਰ ਦੇ ਲੋਕਾਂ ਵਾਸਤੇ। ਅਸੀਂ ਜਾਣਦੇ ਹਾਂ ਫॉर श्योर ਕਿ ਬਹੁਤ ਅਸਰ ਹੈ 65 ਤੇ। ਸਾਨੂੰ ਇਹ ਨਹੀਂ ਪਤਾ ਕਿ ਨੈਸੀ ਸਾਡਾ ਇੱਕ ਗਰੁੱਪ ਹੈ ਜਿਹੜਾ ਮਸ਼ਵਰੇ ਦਿੰਦਾ ਹੈ ਵੈਕਸੀਨ ਤੇ। ਸਾਡੇ ਕੋਲ ਇਨਫ ਡਾਟਾ ਨਹੀਂ ਹੈ ਸਾਇੰਟਿਫਿਕ ਟ੍ਰਾਇਲ ਦੀ ਤਰਫ ਜਿਹੜੇ ਅਸੀਂ ਕੀਤੇ ਨੇ ਲੇਕਿਨ ਹਕੀਕੀ ਇਤਨੀ ਹੀ ਮੌਸਰ ਹੈ ਬਜ਼ੁਰਗਾਂ ਤੇ ਜਿੰਨੀ ਜਵਾਨ ਤੇ ਇਹ ਸੇਫ ਹੈ। ਲੇਕਿਨ ਸਾਡੇ ਕੋਲ ਇਸ ਵੇਲੇ ਇੰਨਾ ਡਾਟਾ ਨਹੀਂ ਹੈ ਕਿ ਅਸੀਂ ਇਹ ਦੱਸ ਸਕੀਏ ਕਿ ਵਾਕਈ ਕੀ ਅਸੀਂ ਉਮਰ ਦੇ ਸਿੱਧਾ ਉੱਠ ਤੇ ਇਹ ਡੋਜ਼ ਕरें। ਯੂਨਾਈਟਿਡ ਕਿੰਗਡਮ ਜਿਹੜੇ ਕਿ ਬਹੁਤ ਜ਼ਿਆਦਾ ਇਸਤੇਮਾਲ ਕਰਦੇ ਪਏ ਨੇ ਉਹਨਾਂ ਨੇ ਦੇਖਿਆ ਹੈ ਕਿ ਹਾਂ ਉਹਨਾਂ ਨੇ ਰੀਅਲ ਵਰਲਡ ਸਟੱਡੀ ਵੀ ਦੇਖਿਆ ਹੈ ਬਹੁਤ ਹੀ ਮੌਸਰ ਹੈ। ਸਾਡੇ ਨੈਸੀ ਗਰੁੱਪ ਜਿਹੜਾ ਕਿ ਵਾਕਈ ਬਹੁਤ ਗਦਾਮਤ ਪਸਤ ਹੈ ਉਹਨਾਂ ਨੇ ਕਿਹਾ ਅਸੀਂ ਹੋਰ ਚਾਹੁੰਦੇ ਹਾਂ ਕਿ ਇੰਤਜ਼ਾਰ ਕਰ ਲਈਏ ਹੋਰ ਡਾਟਾ ਲੈ ਆਏ ਖਾਸ ਤੌਰ ਤੇ ਜਦੋਂ ਸਾਡੇ ਕੋਲ 2 ਅਦਰ ਵੈਕਸੀਨਾਂ ਮੌਜੂਦ ਹੈ ਜੋ 95% ਇਫੈਕਟਿਵ ਨੇ ਜਿਹੜੀ ਕਿ ਇਹ ਜਿਹੜੀ ਹੈ ਅਪਰੂਵ ਹੋ ਗਈ ਹੈ ਔਰ ਸਾਰੀ ਉਮਰ ਦੇ ਲੋਕਾਂ ਪਰ ਨੈਸੀ ਗਰੁੱਪ ਜਿਹੜਾ ਹੈ ਕਹਿੰਦਾ ਪਿਆ ਕਿ ਸ਼ਾਇਦ ਇਸ ਵੇਲੇ ਜ਼ਰੂਰੀ ਨਹੀਂ ਹੈ ਕਿ ਅਸੀਂ कोवैक ने कह देता है कि हाँ वो इस्तेमाल करते पे लेकिन ओंटारियो ने अजे जॉनसन एंड जॉनसन जी है उन्हें अप्रूव कर ली है पर ਅਸੀਂ फिर इंतजार करते पे कि साडा जो नैसी ग्रुप है वो सानू की कहता है। पर होएगा यह है कि ਅਸੀਂ ਇਸ ਵੈਕਸੀਨ ਨੂੰ ਅਪਰੂਵ ਕਰ ਦਿਆਂਗੇ ਵੈਕਸੀਨ ਕਿਉਂਕਿ ਜੌਨਸਨ ਐਂਡ ਜੌਨਸਨ ਜਿਹੜੇ ਨੇ ਵਾਕਈ ਉਹਨਾਂ ਨੇ ਬਹੁਤ ਜ਼ਿਆਦਾ ਵੱਡੀ ਉਮਰ ਦੇ ਲੋਕਾਂ ਨੂੰ ਆਪਣੀ ਇਸ ਵਿੱਚ ਸ਼ਾਮਿਲ ਕੀਤਾ ਸੀ। ਇਸ ਵੇਲੇ ਬੋਟਮ ਲਾਈਨ ਇਹ ਹੈਗੀ ਹੈ ਕਿ ਸਾਡੇ ਕੋਲ 4 ਵੈਕਸੀਨ ਹੈਗੀਆਂ ਜੋ ਦਸਤਿਆਬ ਹਨ। ਸਾਡੇ ਕੋਲ ਹੋਰ ਵੀ ਸ਼ਾਇਦ ਹੋਣ ਲੇਕਿਨ ਅਸੀਂ ਜਿਹੜਾ 2 ਜਿਹੜੀ ਹੈਗੀਆਂ ਉਹ 올ਡਰ ਵਾਸਤੇ ਇਸਤੇਮਾਲ ਕਰਦੀ ਪਈ ਹੈ। ਜਦੋਂ ਵੀ ਸਾਡੇ ਕੋਲ ਹੋਰ ਮਾਲੂਮਾਤ ਆਈ ਅਸੀਂ ਦੱਸਾਂਗੇ ਕਿ ਇਹ ਬਾਕੀ ਜਿਹੜੀ 2 ਹੈ ਉਹ ਕਿੰਨੀ ਪੁਰ ਅਸਰ ਹੋ ਸਕਦੀ ਹੈ। ਇੱਥੇ ਕਿਸੇ ਕਿਸਮ ਦੀ ਕਮੀ ਨਹੀਂ ਹੈ ਵੈਕਸੀਨਾਂ ਦੀ। ਸਾਡੇ ਕੋਲ ਬਹੁਤ ਜ਼ਿਆਦਾ ਵੈਕਸੀਨ ਅਵੇਲੇਬਲ ਹੈ ਲੇਕਿਨ ਬਹੁਤ ਜ਼ਿਆਦਾ ਜੌਨਸਨ ਫਾਈਜ਼ਰ ਮੋਡਰਨਾ ਮੈਕਸੀਕਨ ਜਿਹੜੀ ਕਿ ਮੌਜੂਦ ਹੈਗੀ ਕੋਈ ਵੀ ਬਜ਼ੁਰਗ ਜਦੋਂ ਵੀ ਚਾਹੇ ਉਹ ਲੈ ਸਕਦੇ ਨੇ। ਡਾਕਟਰ ਆਰਿਆ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹਦੀ ਹਾਂ ਕਿ ਐਲਡਰਲੀ ਜਿਨ੍ਹਾਂ ਨੂੰ ਪਹਿਲੇ ਹੀ ਕੋਵਿਡ ਹੋ ਚੁੱਕਿਆ ਹੈ ਸਵਾਲ ਹੈਗਾ ਕਿ ਕਿਆ ਉਹਨਾਂ ਨੂੰ ਵੈਕਸੀਨ ਲੈਣੀ ਚਾਹੀਦੀ ਹੈ? ਤੁਸੀਂ ਇਹਦੇ ਬਾਰੇ ਸਾਨੂੰ ਦੱਸੋਗੇ? ਹਾਂ ਉਹਨਾਂ ਨੂੰ ਵੈਕਸੀਨ ਲੈਣੀ ਚਾਹੀਦੀ ਹੈ ਕਿਉਂਕਿ ਇਸ ਵੇਲੇ ਸਾਨੂੰ ਪਤਾ ਹੈ ਕਿ ਇਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਲੈ ਕੇ ਦੁਬਾਰਾ ਵੀ ਉਹਨਾਂ ਨੂੰ ਹੋ ਸਕਦੀ ਹੈ ਕੋਵਿਡ-19। ਸਾਨੂੰ ਕੁਝ ਨਹੀਂ ਪਤਾ ਕਿ ਲੌਂਗ ਟਰਮ ਇਮਿਊਨਿਟੀ ਕਿੰਨੀ ਹੋ ਸਕਦੀ ਹੈ ਕਿੰਨੀ ਦੇਰ ਤੱਕ ਰਹੇਗੀ ਇਹ ਦਿਫਾ ਸ਼ਾਇਦ 1 ਮਹੀਨੇ ਤੱਕ ਰਹੇ ਜਾਂ इससे ज़्यादा रहे। ਤੁਹਾਨੂੰ ਕੋਵਿਡ-19 ਦੁਬਾਰਾ ਹੋ ਸਕਦਾ ਹੈ ਬਹੁਤ ਬੜਾ ਮਸਲਾ ਹੈ। ਸਾਨੂੰ ਇਹ ਸੋਚਣਾ ਚਾਹੁੰਦਾ ਹੈ ਕਿ ਇਹ ਵੈਕਸੀਨ ਬਹੁਤ ਹੀ ਮਹਿਫੂਜ਼ ਹੋਗਾ ਬਜ਼ੁਰਗਾਂ ਨੂੰ ਇਹ ਲੈਣਾ और कोविड-19 ਦੇ लिए ਆਪਣੇ ਅੰਦਰ ਦਿਫਾ ਕਰਨਾ। ਅਗਰ ਕੋਈ ਹੈ ਜਦੋਂ ਉਹਨਾਂ ਨੂੰ ਇਸ ਵੇਲੇ ਕਿਸੇ ਨੂੰ ਹੈ ਤਾਂ ਇੰਤਜ਼ਾਰ ਕਰਨ ਕਿ ਚੰਗੀ ਤਰ੍ਹਾਂ ਰਿਕਵਰ ਹੋ ਜਾਣ ਤੇ ਫਿਰ ਉਹਨਾਂ ਨੇ ਕਿਹਾ ਹੈ ਕਿ ਫਿਰ ਵੈਕਸੀਨ ਲੈਣ 2 ਹਫ਼ਤਿਆਂ ਦੇ ਬਾਅਦ। ਸਾਡੇ ਕੋਲ ਬਹੁਤ ਸਾਰੇ ਸਵਾਲ ਆਉਂਦੇ ਪਏ ਨੇ ਕਮਿਊਨਿਟੀ ਦੀ ਤਰਫ ਕਿ ਕੋਈ ਅਗਰ ਇਮਿਊਨੋ ਕੰਪਰੋਮਾਈਜ਼ਡ ਹੈ ਜਾਂ ਉਹਨਾਂ ਦੇ ਉੱਤੇ ਕੀ ਅਸਰ ਹੋਏਗਾ। ਇਸ ਕਿਸਮ ਦੇ ਸਵਾਲ ਉੱਠਦੇ ਨੇ ਕਿ ਸਾਡੀ ਸੀਨੀਅਰ ਪਾਪੂਲੇਸ਼ਨ ਹੈ। ਤੁਸੀਂ ਡਾਕਟਰ ਆਰਿਆ ਜ਼ਰਾ ਇਸ ਬਾਰੇ ਸਾਨੂੰ ਹੋਰ ਮਾਲੂਮਾਤ ਦੱਸੋਗੇ? ਜਿਸ ਤਰ੍ਹਾਂ ਮੇਰੇ ਕੋਲੀਗ ਡਾਕਟਰ ਸਿਨਹਾ ਨੇ ਕਿਹਾ ਹੈ ਕਿ ਜਿਹੜੀ ਜਦੋਂ ਉਮਰ ਦੇ ਸਾਨ ਉਮਰ ਜਦ ਸਾਡਾ ਇਮਿਊਨ ਸਿਸਟਮ ਹੁੰਦਾ ਹੈ ਉਹ ਉਹਨਾਂ ਮਜ਼ਬੂਤ ਨਹੀਂ ਨੇ
ਤੁਸੀਂ ਜਾਣਦੇ ਹੋ ਕਿ ਬਹੁਤ ਸਾਰੇ ਲੋਕ ਐਸੇ हैं, जिस तरह मेरी प्रैक्टिस है कि ਉਹ ਇਸ ਤਰ੍ਹਾਂ ਦੇ ਲੋਕ ਜਿਹੜੇ ਬਜ਼ੁਰਗ ਨੇ, ਜਿਨੇ ਹੋਰ ਵੀ ਬਿਮਾਰੀਆਂ ਨੇ, ਜਿਸ ਤਰ੍ਹਾਂ ਮੈंने ਦੇਖਿਆ ਹੈ, ਉਹ ਜਿਹੜਾ ਕਿ ਜਿਸ ਤਰ੍ਹਾਂ ਉਹਨਾਂ ਨੂੰ ਕੈਂਸਰ ਹੈ, ਉਹਨਾਂ ਦੀ ਲੰਗ ਡਿਜ਼ੀਜ਼ ਹੈਗਾ, ਹਾਰਟ ਡਿਜ਼ੀਜ਼ ਹੈਗੀ, ਕਿਡਨੀ ਫੇਲੀਅਰ ਹੈ, ਡਿਮੈਂਸ਼ੀਆ ਜਾਂ ਇਸ ਕਿਸਮ ਦੀ ਚੀਜ਼, ਉਹ ਬਹੁਤ ਜ਼ਿਆਦਾ ਕਮਜ਼ੋਰ ਹੋ ਜਾਂਦੇ ਨੇ। जैसा डॉक्टर सिन्हा ने ਕਿਹਾ ਹੈ ਕਿ ਉਹਨਾਂ ਨੂੰ ਖਤਰਾ ਜ਼ਿਆਦਾ ਹੋ ਜਾਂਦਾ ਹੈ ਇਨਫੈਕਟ ਹੋਣੇ का। ਮੈਂ ਕਹਾਂਗਾ ਕਿ ਸ਼ਾਇਦ ਜ਼ਿਆਦਾ ਖਤਰਾ ਸਾਡੇ ਕੋਲ ਵੈਕਸੀਨੇਸ਼ਨ ਜਿੰਨੀ ਜਲਦੀ ਹੋ ਸਕੇ ਉਹਨਾਂ ਨੂੰ ਵੈਕਸੀਨੇਟ ਕਰਾ ਦੇਣਾ ਚਾਹੀਏ। ਮੈਂ ਕਹਾਂਗਾ ਕਿ ਇਹ ਲੋਕੀ ਨੇ ਜਿਨ੍ਹਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਹ ਵੈਕਸੀਨ ਬਿਲਕੁਲ ਸੇਫ ਹੈ। ਇਹਨਾਂ ਦੀ ਸੂਰਤ ਹਾਲ ਵਿੱਚ ਤੁਸੀਂ ਲੌਂਗ ਟਰਮ ਕੇਅਰ ਵਿੱਚ ਦੇਖੋਗੇ, ਜਿਹੜਾ ਕਿ ਇਸ ਤਰ੍ਹਾਂ ਦਾ ਇੱਕ ਸੈਕੰਡ ਵੇਵ ਆਈ ਸੀ ਤੇ ਲੌਂਗ ਟਰਮ ਕੇਅਰ ਜਿਹੜੇ ਥੀ ਨਰਸਿੰਗ ਹੋਮ, ਇਸ ਤਰ੍ਹਾਂ ਦੇ ਲੋਕੀ ਜਿਨ੍ਹਾਂ ਦੇ ਜਿਹੜਾ ਇਮਿਊਨ ਸਿਸਟਮ ਜਿਹੜਾ ਕੰਪਰੋਮਾਈਜ਼ ਸੀ, ਬਜ਼ੁਰਗ ਜਿਹੜੇ ਕਿ ਡਿਮੈਂਸ਼ੀਆ ਜਾਂ ਇਸ ਤਰ੍ਹਾਂ ਦੀ ਲੰਗ ਡਿਜ਼ੀਜ਼ਸ ਜਾਂ ਹਾਰਟ ਫੇਲੀਅਰ ਜਾਂ ਇਸ ਕਿਸਮ ਦੀ ਜਿਹੜੀ ਬਿਮਾਰੀਆਂ ਸੀ, ਅਸੀਂ ਦੇਖਿਆ ਕਿ ਜਦੋਂ ਇੱਕ ਦਫਾ ਵੈਕਸੀਨੇਸ਼ਨ ਮੁਕੰਮਲ ਹੋ ਗਈ, ਉਹਨਾਂ ਨੇ ਫਸਟ ਡੋਜ਼ ਲੈ ਲਈ ਤੇ ਬਹੁਤ ਜ਼ਬਰਦਸਤ ਕੋਵਿਡ-19 ਡੈਥਸ ਦੀ ਕਮੀ ਆ ਗਈ। ਖਾਸ ਤੌਰ ਤੇ 8 ਵੀਕਸ ਦਸੰਬਰ ਤੋਂ ਅਸੀਂ ਮੈਂ ਪੜ੍ਹਦਾ ਪਿਆ ਕਿ ਬੁਨਿਆਦੀ ਤੌਰ पे ਇੱਕ ਦਫਾ ਜਦੋਂ ਵੈਕਸੀਨ शुरू हुई सी दिसंबर 8 ਹਫ਼ਤਾ ਬਾਅਦ 96% ਕੋਵਿਡ-19 ਦੇ ਖਿਲਾਫ ਤਹਫੁਜ਼ ਹੋ ਗਿਆ। ਬਹੁਤ ਚੰਗੀ ਖਬਰ ਹੈ ਤੇ ਅਸੀਂ ਮੈਂ ਦੱਸਾਂਗੇ ਕਿ ਜਿੰਨੀ ਜਲਦੀ ਹੋ ਸਕੇ ਸਾਨੂੰ ਆਪਣੀ ਵੈਕਸੀਨ ਰੋਲ ਆਊਟ ਕਰਨੀ ਚਾਹੀਏ। ਸਾਡੀ ਸਪਲਾਈ ਵੀ ਬੜੀ ਜ਼ਬਰਦਸਤ ਹੈ ਤੇ ਸਾਡਾ ਕੋਈ ਇਸ ਤਰ੍ਹਾਂ ਦਾ ਮਸਲਾ ਨਹੀਂ ਹੈ ਕਿ ਬਸ ਸਾਨੂੰ ਚੰਗੇ ਬੰਦਿਆਂ ਦੇ ਹੱਥ ਇਹ ਕੰਮ ਹੋਣਾ ਚਾਹੀਦਾ ਹੈ। ਬਹੁਤ ਸਬਰ ਹੈ। ਤੁਸੀਂ ਇਹ ਕਿਹਾ ਕਿ ਇੱਕ ਬੜਾ ਜ਼ਬਰਦਸਤ ਸਵਾਲ ਹੈ ਡਾਕਟਰ ਸਿन्हा। ਮੈਂ ਚਾਹਾਂਗਾ ਕਿ ਤੁਸੀਂ ਸਾਨੂੰ ਦੱਸੋ ਕਿ ਕੁਐਸਚਨ क्या डिमेंशिया ਦੇ ਬਾਰੇ ਕੀ क्या मैं बहुत ज़्यादा ये सवाल करते हैं कि क्या ये बहुत सेफ होगा, क्या उस बंदे ਨੂੰ ਵੈਕਸੀਨ ਮਿਲਣੀ ਚਾਹੀਏ? ਕਿ ਤੁਸੀਂ ਆਪਣੀ ਰਾਏ ਦੱਸੋਗੇ ਇਸ ਬਾਰੇ ਵਿੱਚ? ਡਾਕਟਰ ਆਰੀਆ ਜਿਸ ਤਰ੍ਹਾਂ ਕਹਿੰਦੇ ਪਏ ਸੀ ਕਿ ਬਹੁਤ ਸਾਰੇ 올ਡ ਪੀਪਲ हैं ਜਿਹੜੇ ਇਸ ਤਰ੍ਹਾਂ ਦੇ हैं ਜਿਹੜੇ ਕਿ ਰਹਿੰਦੇ ਪਏ हैं, ਕੁਝ ਇਸ ਤਰ੍ਹਾਂ ਦੇ ਜਿਹੜੇ ਮਲਟੀਪਲ ਕ੍ਰੋਨਿਕ ਕੰਡੀਸ਼ਨਸ हैं। ਬਾਜ਼ ਦਫਾ ਲੋਕ ਕਹਿੰਦੇ ਨੇ ਕਿ ਅਸੀਂ ਮੈਂ ਇਮਿਊਨੋ ਕੰਪਰੋਮਾਈਜ਼ਡ ਹਾਂ ਤੇ ਤੁਸੀਂ ਦੇਖेंगे ਕਿ ਸਾਡਾ ਜਿਹੜਾ ਹੈ ਕਿ ਸਾਡਾ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ, ਉਹ ਸਟੀਰੋਇਡਸ पे ਹੁੰਦੇ ਨੇ ਤੇ ਉਹ ਦੇਖਨੇ ਕਿ ਕੋਈ ਇਸ ਕਿਸਮ ਦੀ ਚੀਜ਼ ਹੁੰਦੀ ਹੈ ਜਿਹੜੀ ਕਿ ਰਿਊਮੈਟਿਕ ਆਰਥਰਾਈਟਿਸ ਹੁੰਦਾ ਹੈ, ਜਿੱਥੇ ਉਹ ਮੈਡੀਕੇਸ਼ਨ ਲੈਂਦੇ ਪਏ ਨੇ ਜਿਹੜਾ ਕਿ ਉਹਨਾਂ ਦੀ ਕੰਡੀਸ਼ਨ ਨੂੰ ਟ੍ਰੀਟ ਕਰਦੀ ਹੈ ਪਰ ਕਮਜ਼ੋਰ ਕਰ ਦਿੰਦੀ ਹੈ ਉਹਨਾਂ ਦੇ ਇਮਿਊਨ ਸਿਸਟਮ ਨੂੰ ਤੇ ਬੋਡੀ ਜਿਹੜੀ ਹੈ ਉਹ ਨੈਗੇਟਿਵਲੀ ਨਹੀਂ ਕਰਦੀ ਉਹਨਾਂ ਦੇ ਜੁਆਇੰਟਸ ਨਾਲ। ਇਸ ਤਰ੍ਹਾਂ ਦੇ ਸੁੱਕੇ ਉਹਨਾਂ ਨੂੰ ਅਸੀਂ ਕਹਾਂਗੇ ਕਿ ਉਹ ਕਹਿੰਦੇ ਨੇ ਮੈਂ ਮੈਡੀਕੇਸ਼ਨ ਲੈਂਦਾ ਹਾਂ ਜਿਹੜਾ ਜਿਸ ਵਜ੍ਹਾ ਨਾਲ ਮੇਰੀ ਇਮਿਊਨ ਸਿਸਟਮ ਕਮਜ਼ੋਰ ਹੋ ਗਿਆ ਹੈ, ਜਿਹੜਾ ਮੇਰੇ ਇਮਿਊਨ ਸਿਸਟਮ ਕਮਜ਼ੋਰ ਕਰਦੀ ਹੈ। ਇਹ ਜਿਹੜੀ ਸੂਰਤ ਜਦੋਂ ਕੋਈ ਹੋ ਜਾਏ ਤੇ ਇਸ ਤਰ੍ਹਾਂ ਦੀ ਉਹਨਾਂ ਨੂੰ ਬਿਮਾਰੀ ਹੋਏ ਜਿਹਦੇ ਬਾਰੇ ਉਹਨਾਂ ਨੂੰ ਯਕੀਨ ਨਾ ਹੋਵੇ ਤੇ ਕਿਆ ਉਹਨਾਂ ਦਾ ਫਾਇਦਾ ਹੋਗਾ ਕਿ ਨਹੀਂ? ਤੇ ਡਾਕਟਰ ਆਰੀਆ ਜਿਸ ਤਰ੍ਹਾਂ ਕਹਿੰਦੇ ਪਏ ਸੀ, ਅਸੀਂ ਕਹਾਂਗਾ ਕਿ ਸਾਰੇ ਲੋਕਾਂ ਨੂੰ ਇਹ ਕੋਈ ਵਜ੍ਹਾ ਨਹੀਂ ਹੈ ਕਿ ਉਹ ਵਜ੍ਹਾ ਬਣਾ ਲੈਣ ਨਾ ਲੈਣ। ਤੁਹਾਡੇ ਕੋਲ ਇੱਕ ਇਸ ਤਰ੍ਹਾਂ ਦੇ ਸਪੈਸ਼ਲਿਸਟ ਜੋ ਤੁਹਾਡੇ ਨਾਲ ਕਰਦੇ ਉਹਨਾਂ ਨਾਲ ਗੱਲ ਕਰਨ, ਉਹਨਾਂ ਨੂੰ ਕਹੋ, ਉਹ ਤੁਹਾਨੂੰ ਸਹੀ ਦੱਸਣਗੇ ਕਿ ਕੀ ਇਹ ਵੈਕਸੀਨ ਤੁਹਾਡੇ ਵਾਸਤੇ ਚੰਗੀ ਹੈ ਕਿ ਨਹੀਂ। 9.5% ਕਿਸੇ ਕਿਸਮ ਦੀ ਕੋਈ ਫਰਕ ਨਹੀਂ ਹੁੰਦੀ ਇਸ ਵਾਲੇ। ਇਹ ਬਹੁਤ ਚੰਗੀ ਗੱਲ ਹੈ ਕਿ ਆਪਣੇ ਪ੍ਰਾਈਵੇਟ ਪ੍ਰੋਵਾਈਡਰ ਨਾਲ ਗੱਲ ਕਰੋ। ਜੇ ਅਸੀਂ ਬਾਤ ਕਰਦੇ ਹਾਂ ਲੋਕ ਜਿਹੜੇ ਕਿ ਡਿਮੈਂਸ਼ੀਆ ਦੇ ਨਾਲ ਰਹਿੰਦੇ ਹਨ ਤੇ ਲੋਕੀ ਕਹਿੰਦੇ ਨੇ ਕਿ ਡਾਕਟਰ ਆਰੀਆ ਅਤੇ ਮੈਂ ਵੀ ਕਹਾਂਗਾ ਕਿ ਅਸੀਂ ਦੇਖਦੇ ਕਿ ਕਿਸੇ ਕਿਸਮ ਦਾ ਕੋਈ ਪੇਸ਼ੈਂਟ ਹੈਗਾ ਜਿਹਨੂੰ ਵੈਕਸੀਨ ਨਹੀਂ ਲੈਣੀ ਚਾਹੀਦੀ ਹੈ ਜਾਂ ਤੁਸੀਂ ਕਹੋਗੇ ਕਿ ਉਹਨੂੰ ਵੈਕਸੀਨ ਨਹੀਂ ਲੈਣੀ ਚਾਹੀਦੀ। ਮੈਂ ਤੁਹਾਨੂੰ ਕਰਾਂਗਾ ਕਿ ਡਾਕਟਰ ਆਰੀਆ ਪੈਲੀਟੇਟਿਵ ਕੇਅਰ ਪੋਜੀਸ਼ਨ ਨੇ, ਇਹ ਉਸ ਤਰ੍ਹਾਂ ਲੋਕਾਂ ਦੇ ਨਾਲ ਗੱਲ ਕਰਦੇ ਨੇ ਜਿਨ੍ਹਾਂ ਦਾ ਕੰਮ ਹੁੰਦਾ। ਅਸੀਂ ਕੋਈ ਕਵੇ ਕਿ ਉਹ ਵਾਕਈ ਮਰ ਰਹੇ ਹਨ ਤੇ ਫਿਰ ਤੇ ਫਿਰ ਦੇ ਇੱਕ ਬੰਦਾ ਹੈਗਾ ਜਿਹੜਾ ਕਹੇਗਾ ਕਿ ਹਾਂ ਮੈਨੂੰ ਚਾਹੀਦੀ ਹੈ ਵੈਕਸੀਨ, ਜਾਨੂੰ ਇੱਕ ਹੋ ਚੁੱਕੀ ਹੈ ਪੂਰੀ ਤੇ ਅਸੀਂ ਛੋਕੀ ਮੈਂ ਸਮਝਦਾ ਹੈ ਕਿ ਇਹ ਵੈਕਸੀਨ ਜਿਹੜੀ ਹੈ ਜ਼ਰੂਰੀ ਹੈ, ਉਹਨਾਂ ਵਾਸਤੇ ਬਹੁਤ ਫਾਇਦਾ ਉਠਾ ਕਰੇਗੀ। ਅਸੀਂ ਹੋਰ ਗੱਲ ਕਰਾਂਗੇ ਇਸ ਬਾਰੇ, ਲੇਕਿਨ ਜਦੋਂ ਪਰਸਨ ਜਿਹੜਾ ਹੈ ਉਹਨੂੰ I think right now we know that people with certain types of conditions, are at greater risk of getting COVID-19. ਜਦੋਂ ਲੋਕਾਂ ਨੂੰ ਕੋਈ ਕੰਡੀਸ਼ਨ ਹੁੰਦੀ ਹੈ ਤੇ ਉਹ ਰੈਡੀ ਹੁੰਦੇ ਨੇ ਤੇ ਉਹਨਾਂ ਨੂੰ ਜ਼ਿਆਦਾ ਰਿਸਕ ਹੁੰਦਾ ਹੈ ਕਿ ਉਹਨਾਂ ਨੂੰ ਜ਼ਿਆਦਾ ਰਿਸਕ ਹੁੰਦੇ ਨੇ ਤੇ ਜਿਹੜੇ ਡਿਮੈਂਸ਼ੀਆ ਜਿਨ੍ਹਾਂ ਨੂੰ ਹੁੰਦਾ ਹੈ ਤੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਥਿੰਕਿੰਗ ਦਾ ਪ੍ਰੋਬਲਮ ਹੋਏ ਜਾਂ ਯਾਦਾਸ਼ਤ ਦਾ ਪ੍ਰੋਬਲਮ ਹੋਏ,
ਤੇ ਫਿਰ ਉਹ ਆਪਣੇ ਡੇਲੀ ਟਾਸਕ ਵੀ ਸਹੀ ਤਰ੍ਹਾਂ ਨਹੀਂ ਕਰ ਸਕਦੇ ਤੇ ਫਿਰ ਅਸੀਂ ਇਹ ਵੀ ਸੋਚਣਾ ਕਿ ਅਸੀਂ ਪੈਂਡੈਮਿਕ ਵਿੱਚ ਹੈਗੇ ਹਾਂ ਤੇ ਅਸੀਂ ਆਪਣਾ ਮਾਸਕ ਵੀ ਭੁੱਲ ਜਾਂਦੇ ਹਾਂ ਤੇ ਆਪਣੀ ਡਿਸਟੈਂਸ ਵੀ ਭੁੱਲ ਜਾਂਦੇ ਹਾਂ ਅਸੀਂ ਤੇ ਲੋਕੀ ਉਸ ਦੇ ਬਾਰੇ ਵਿੱਚ ਭੁੱਲ ਜਾਂਦੇ ਨੇ ਕਿ ਅਸੀਂ ਕਈ ਲੋਕੀ ਇਸ ਤਰ੍ਹਾਂ ਦੇ ਹੈਗੇ ਨੇ ਜਿਹੜੇ ਆਪਣਾ ਮਾਸਕ ਨਹੀਂ ਪਾਉਂਦੇ, ਦੂਜਿਆਂ ਦੇ ਨਾਲ ਇੰਟਰੈਕਟ ਨਹੀਂ ਕਰਦੇ। ਹੋ ਸਕਦਾ ਹੈ ਕਿ ਉਹ ਭੁੱਲ ਜਾਂਦੇ ਹੋਣ ਕਿ ਆਪਣੇ ਹੱਥ ਧੋਣੇ ਨੇ। ਇਹ ਸਾਰਾ ਕੁਝ ਡਿਮੈਂਸ਼ੀਆ ਦੇ ਪੇਸ਼ੈਂਟਸ ਦੇ ਨਾਲ ਹੁੰਦਾ। ਇਹ ਸਾਰਾ ਕੁਝ ਜਿਹੜਾ ਹੈਗਾ ਡਾਕਟਰ ਆਰਿਆ ਨੇ ਵੀ ਦੱਸਿਆ ਕਿ 90% ਜਿਹੜੇ ਲੋਕੀ ਨੇ ਜਿਹੜੇ ਕਿ ਲੌਂਗ ਟਰਮ ਕੇਅਰ ਹੋਮ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਦਿਮਾਗੀ ਤੌਰ ਤੇ ਉਹਨਾਂ ਨੂੰ ਪ੍ਰੋਬਲਮ ਹੁੰਦੇ ਨੇ ਤੇ 60 to 70% ਜਿਹੜੇ ਲੋਕੀ ਨੇ ਉਹ ਉਹਨਾਂ ਨੂੰ ਡਿਮੈਂਸ਼ੀਆ ਹੈਗਾ ਤੇ ਕਮਿਊਨਿਟੀ ਦੇ ਵਿੱਚ ਵੀ ਡਿਮੈਂਸ਼ੀਆ ਦਾ ਪ੍ਰੋਬਲਮ ਹੈਗਾ। ਉਸ ਦੇ ਵਿੱਚ ਫੈਮਿਲੀ ਮੈਂਬਰਸ ਤੇ ਫਰੈਂਡਸ ਵੀ ਹੈਗੇ ਨੇ ਉਹਨਾਂ ਦੇ ਤੇ ਮੈਂ ਇਹ ਰეკਮੈਂਡ ਕਰਾਂਗਾ ਕਿ ਉਹਨਾਂ ਨੂੰ ਬਹੁਤ ਜ਼ਰੂਰੀ ਹੈਗਾ ਕਿ ਉਹਨਾਂ ਨੂੰ ਵੈਕਸੀਨੇਸ਼ਨ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੂੰ ਬਹੁਤ ਛੇਤੀ ਇਨਫੈਕਸ਼ਨ ਹੋ ਸਕਦਾ ਹੈ ਤੇ ਉਹਨਾਂ ਨੂੰ ਬਹੁਤ ਰਿਸਕ ਹੈਗਾ ਕਿ ਉਹ ਇਨਫੈਕਸ਼ਨ ਵੀ ਹੋ ਸਕਦਾ ਹੈ ਤੇ ਇਸ ਬਿਮਾਰੀ ਤੋਂ ਮਰ ਵੀ ਸਕਦੇ ਨੇ। ਲੇਕਿਨ ਉਹ ਇਹ ਸੋਚਦੇ ਨੇ ਕਿ ਜਦੋਂ ਮੈਨੂੰ ਵੈਕਸੀਨੇਸ਼ਨ ਹੋ ਜਾਏਗੀ ਤੇ ਉਸ ਦੀ ਵਜ੍ਹਾ ਤੋਂ ਉਹਨਾਂ ਨੂੰ ਕਨਫਿਊਜ਼ਨ ਵੀ ਹੋ ਸਕਦਾ ਹੈ। ਜੇ ਉਹਨਾਂ ਨੂੰ ਕੋਈ ਸਾਈਡ ਇਫੈਕਟ ਹੋ ਜਾਂਦਾ ਹੈ ਤੇ ਉਸ ਦੀ ਵਜ੍ਹਾ ਤੋਂ ਕੁਝ ਪ੍ਰੋਬਲਮ ਵੀ ਹੋ ਸਕਦੇ ਨੇ ਇਹਨਾਂ ਨੂੰ। ਤੇ ਅਸੀਂ ਇਹ ਕਵਾਂਗੇ ਕਿ ਬਹੁਤ ਅੱਛੀ ਹੈਗਾ ਕਿ ਉਹਨਾਂ ਨੂੰ ਹੈਡੇਕ ਵੀ ਹੋ ਸਕਦੀ ਹੈ, ਬਾਜ਼ੂ ਦੇ ਵਿੱਚ ਵੀ ਤਕਲੀਫ ਹੋ ਸਕਦੀ ਹੈ, ਬੁਖਾਰ ਵੀ ਹੋ ਸਕਦਾ ਹੈ ਤੇ ਯੂਰੀਨਰੀ ਟਰੈਕਟ ਦੀ ਤਰ੍ਹਾਂ ਇਨਫੈਕਸ਼ਨ ਜਿਹੜਾ ਹੁੰਦਾ ਉਸ ਤਰ੍ਹਾਂ ਦੇ ਨਾਲ ਕਨਫਿਊਜ਼ਨ ਹੋ ਜਾਂਦੀ ਹੈ ਲੋਕਾਂ ਨੂੰ। ਜੇ ਕਿਸੇ ਨੂੰ ਸਿਰ ਦਰਦ ਹੋ ਰਹੀ ਹੈ ਜਾਂ ਥੋੜੀ ਬਹੁਤ ਬੁਖਾਰ ਹੈਗਾ ਤੇ ਤੁਸੀਂ ਉਹਨਾਂ ਨੂੰ ਟੈਲੀਨਰ ਵਗੈਰਾ ਦੇ ਸਕਦੇ ਹੋ ਜਿਸ ਦੀ ਵਜ੍ਹਾ ਤੋਂ ਉਹਨਾਂ ਦੇ ਜਿਹੜੇ ਵੀ ਇਲਾਮਾਤ ਹੈਗੇ ਨੇ ਉਹ ਘੱਟ ਹੋ ਜਾਣਗੀਆਂ ਤੇ ਉਹਨਾਂ ਜਿਹੜੇ ਵੀ ਕੰਸਰਨ ਨੇ, ਤਸ਼ਵੀਸ਼ ਹੈ, ਉਹ ਵੀ ਉਹਦਾ ਤਸ਼ਵੀਸ਼ ਦੂਰ ਹੋ ਜਾਏਗੀ ਜਿਸ ਤਾਂ ਕਿ ਉਹਨਾਂ ਨੂੰ ਹੋਰ ਜ਼ਿਆਦਾ ਕਨਫਿਊਜ਼ਨ ਨਾ ਹੋਏ। ਤੇ ਕੋਈ ਵੀ ਖਾਸ ਤੌਰ ਤੇ ਇੰਡੀਕੇਸ਼ਨਸ ਨਹੀਂ ਹੈਗੀਆਂ ਕਿ ਅਸੀਂ ਇਹ ਨਹੀਂ ਕਹਿ ਸਕਦੇ ਕਿ ਕਿਉਂ ਨਹੀਂ ਡਿਮੈਂਸ਼ੀਆ ਦੇ ਪੇਸ਼ੈਂਟਸ ਨੂੰ ਵੈਕਸੀਨੇਸ਼ਨ ਨਹੀਂ ਦਿੱਤੀ ਜਾਣੀ ਚਾਹੀਦੀ ਹੈ, ਲੇਕਿਨ ਅਸੀਂ ਬਹੁਤ ਜ਼ਿਆਦਾ ਹਾਈਲੀ ਰਿਕਮੈਂਡ ਕਰਾਂਗੇ ਕਿ ਡਿਮੈਂਸ਼ੀਆ ਦੇ ਪੇਸ਼ੈਂਟਸ ਨੂੰ ਦੇਣੀ ਚਾਹੀਦੀ ਹੈ। ਇਹ ਬਹੁਤ ਅੱਛਾ ਇੰਪੋਰਟੈਂਟ ਪੁਆਇੰਟ ਤੁਸੀਂ ਦੱਸਿਆ ਸਾਨੂੰ। ਡਾਕਟਰ ਆਰਿਆ, ਮੈਂ ਤੁਹਾਡੇ ਕੋਲੋਂ ਪੁੱਛਾਂਗੀ, ਚੈਟ ਦੇ ਵਿੱਚ ਵੀ ਇੱਕ ਕੁਐਸਚਨ ਹੈਗਾ ਸੀ ਕਿ ਕੋਵਿਡ ਵੈਕਸੀਨ ਜਿਹੜੀ ਹੈਗੀ ਹੈ ਕਿ ਉਹ ਜੇ ਉਹ ਕੋਵਿਡ ਅਸੀਂ ਕਿਸੇ ਹੋਰ ਨੂੰ ਪਾਸ ਕਰ ਸਕਦੇ ਹਾਂ ਜੇ ਸਾਡੀ ਕੋਵਿਡ ਵੈਕਸੀਨੇਸ਼ਨ ਹੋ ਜਾਂਦੀ ਹੈ। ਜਿਹੜਾ ਕਿ ਅਸੀਂ ਪਤਾ ਹੈ ਸਾਨੂੰ ਤੇ ਜਿਹੜਾ ਸ਼ੁਰੂ ਦੇ ਵਿੱਚ ਸਾਨੂੰ ਡਾਟਾ ਮਿਲਿਆ ਸੀ ਤੇ ਡਾਕਟਰ ਨੇ ਵੀ ਰਿਸਕ ਜਿਹੜੇ ਮੈਂਸ਼ਨ ਕੀਤੇ ਨੇ ਕਿ ਵੈਕਸੀਨ ਜਿਹੜੀ ਹੈਗੀ ਹੈ ਉਹ 95% ਉਸਦਾ ਅਸਰ ਹੁੰਦਾ ਹੈ ਤੇ ਉਸ ਦੇ ਨਾਲ ਅਸੀਂ ਵੇਖ ਸਕਦੇ ਹਾਂ ਕਿ ਉਸ ਦੇ ਨਾਲ ਰਿਸਕ ਹੈਗਾ ਕਿ ਤੁਹਾਨੂੰ COVID-19 ਹੋ ਸਕਦਾ ਹੈ, ਲੇਕਿਨ ਕੰਡੀਸ਼ਨ ਦੇ ਬਾਰੇ ਵਿੱਚ ਅਸੀਂ ਨਹੀਂ ਕਹਿ ਸਕਦੇ। ਲੇਕਿਨ ਵੈਕਸੀਨ ਦੀ ਵਜ੍ਹਾ ਤੋਂ ਜਿਹੜਾ ਰਿਸਕ ਹੁੰਦਾ ਹੈ ਬਹੁਤ ਘੱਟ ਹੋ ਜਾਂਦਾ ਹੈ ਤੇ ਉਹ ਐਸਿਮਪਟੋਮੈਟਿਕ ਸਪ੍ਰੈਡ ਵੀ ਬਹੁਤ ਘੱਟ ਹੁੰਦਾ ਹੈ ਵੈਕਸੀਨੇਸ਼ਨ ਦੇ ਬਾਅਦ। ਸਾਨੂੰ ਪਤਾ ਹੈ ਕਿ ਅੱਧੇ ਲੋਕੀ ਜਿਹੜੇ COVID-19 ਦੇ ਨਾਲ ਹੁੰਦੇ ਨੇ ਉਹਨਾਂ ਨੂੰ ਵਾਇਰਸ ਟ੍ਰਾਂਸਫਰ ਕਰਦੇ ਨੇ ਦੂਜੇ ਲੋਕਾਂ ਨੂੰ, ਲੇਕਿਨ ਉਹਨਾਂ ਨੂੰ ਕੋਈ ਸਿੰਪਟਮਸ ਨਹੀਂ ਹੁੰਦੇ। ਅਸੀਂ ਪਬਲਿਕ ਹੈਲਥ ਨੇ ਬਹੁਤ ਜ਼ਿਆਦਾ ਮੈਜਰਸ ਜਿਹੜੇ ਵੀ ਕਹੇ ਨੇ ਉਸ ਦੀ ਵਜ੍ਹਾ ਤੋਂ ਵੀ ਕੰਟਰੋਲ ਕਰ ਸਕਦੇ ਹਾਂ ਅਸੀਂ, ਜਿਹੜਾ ਕਿ ਅਸੀਂ ਸਾਨੂੰ ਕਰਨਾ ਚਾਹੀਦਾ ਹੈ। ਵੈਕਸੀਨ ਦੀ ਵਜ੍ਹਾ ਤੋਂ ਜਿਹੜਾ ਰਿਸਕ ਹੈਗਾ ਉਹ ਘੱਟ ਹੋ ਜਾਂਦਾ ਹੈ, ਲੇਕਿਨ ਅਸੀਂ ਇਹ ਨਹੀਂ ਕਵਾਂਗੇ ਕਿ ਉਹ ਬਿਲਕੁਲ ਖਤਮ ਹੋ ਜਾਂਦਾ ਰਿਸਕ। ਇਸ ਪੁਆਇੰਟ ਤੇ ਅਸੀਂ ਵੈਕਸੀਨੇਸ਼ਨ ਦੇ ਫੇਜ਼ 1 ਤੇ ਹੈਗੇ ਹਾਂ ਤੇ ਅਸੀਂ ਰਿਟਾਇਰਮੈਂਟ ਹੋਮ ਤੇ ਲੋਕਾਂ ਨੂੰ ਕੰਪਲੀਟ ਕਰ ਦਿੱਤੀ ਹੈ। 80 ਤੋਂ ਉੱਤੇ ਜਿਹੜੇ ਲੋਕੀ ਨੇ ਉਹਨਾਂ ਦੇ ਨਾਲ ਅਸੀਂ ਸ਼ੁਰੂ ਕਰ ਰਹੇ ਹਾਂ ਤੇ ਉਹ ਬਹੁਤ ਜ਼ਿਆਦਾ ਹਾਈ ਰਿਸਕ ਤੇ ਹੈਗੇ ਨੇ COVID-19 ਦੇ। ਬਹੁਤ ਜ਼ਰੂਰੀ ਹੈਗਾ ਕਿ ਉਹ ਲੋਕੀ ਸਾਰੇ ਜਿਹੜੇ ਹਾਈ ਰਿਸਕ ਤੇ ਨੇ ਉਹ ਪਬਲਿਕ ਹੈਲਥ ਦੀ ਗਾਈਡੈਂਸ ਦੇ ਉੱਤੇ ਅਮਲ ਕਰਨ ਤੇ ਇਹ ਵੀ ਮੇਕ ਸ਼ੋਰ ਕਰਨ ਕਿ ਜਿਹੜੇ ਹਾਈ ਰਿਸਕ ਗਰੁੱਪ ਹੈਗਾ ਉਹਨਾਂ ਦੇ ਨਾਲ ਅਸੀਂ ਸਟਾਰਟ ਕਰੀਏ ਤੇ ਇਸ ਤੋਂ ਡੈਥ ਮੌਤ ਦਾ ਜਿਹੜਾ ਰਿਸਕ ਹੈਗਾ ਉਹ ਵੀ ਘੱਟ ਹੋ ਜਾਏਗਾ ਤੇ COVID-19 ਦਾ ਰਿਸਕ ਵੀ ਘੱਟ ਹੋ ਜਾਏਗਾ। ਡਾਕਟਰ ਸਿਨਹਾ, ਤੁਸੀਂ ਸਾਨੂੰ ਮੈਕੈਨਿਜ਼ਮ ਦੱਸ ਰਹੇ ਸੋ, ਵੈਕਸੀਨ ਕਿਸ ਤਰ੍ਹਾਂ ਕੰਮ ਕਰਦੇ ਨੇ, ਮੈਕੈਨਿਜ਼ਮ ਦੱਸ ਰਹੇ ਸੋ ਤੁਸੀਂ ਸਾਨੂੰ ਦੱਸੋਗੇ ਕਿ ਕਿ ਵੈਕਸੀਨ ਦੇ ਵਿੱਚ ਕਿਸ ਤਰ੍ਹਾਂ ਕੀ ਕਾਜ਼ਸ ਹੈਗੇ ਨੇ ਕੋਵਿਡ ਇਨਫੈਕਸ਼ਨ ਦੇ। ਆਹੋ, ਬਹੁਤ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਕਿ ਤੁਸੀਂ ਕਿ ਕੋਵਿਡ ਜਿਹੜੀ ਹੈਗੀ ਹੈ ਕਿਸ ਤਰ੍ਹਾਂ ਵੈਕਸੀਨ ਮੈਨੂੰ ਪ੍ਰੋਟੈਕਟ ਕਰਦੀ ਹੈ, ਉਸ ਦੇ ਵਿੱਚ ਕੀ ਹੈਗਾ ਕਿ ਉਸ ਦੇ ਵਿੱਚ COVID-19 ਹੁੰਦਾ ਹੈ। ਤੁਸੀਂ ਮੈਨੂੰ ਵਾਇਰਸ ਦੇ ਰਹੇ ਹੋ, ਲੋਕਾਂ ਨੂੰ ਇਸ ਤਰ੍ਹਾਂ ਦੀ ਪਰੇਸ਼ਾਨੀ ਹੁੰਦੀ ਹੈ, ਤੁਸੀਂ ਮੈਨੂੰ ਫਾਈਜ਼ਰ ਵਾਇਰਸ ਦੇ ਰਹੇ ਹੋ ਤੇ ਮੇਰਾ ਖਿਆਲ ਹੈਗਾ ਕਿ ਇਹ ਅੱਛਾ ਕੁਐਸਚਨ ਹੈਗਾ ਕਿਉਂਕਿ ਕੀ ਇਹ ਹੈਗੀ ਹੈ ਕਿ ਕਿਸੇ ਨੂੰ ਵੀ COVID-19 ਨਹੀਂ ਹੋ ਸਕਦਾ ਵੈਕਸੀਨ ਦੀ ਵਜ੍ਹਾ ਤੋਂ। ਜਿਹੜੀ ਵੀ ਵੈਕਸੀਨ ਅਵੇਲੇਬਲ ਹੈਗੀ ਹੈ ਟੈਕਨੋਲੋਜੀ ਨੂੰ ਵੀ ਦੇਖਦੇ ਹੋਏ ਹਰ ਵੈਕਸੀਨ ਦੇ ਵਿੱਚ COVID-19 ਵਾਇਰਸ ਦਿੰਦਾ ਹੈਗਾ ਤੇ ਉਸ ਦੀ ਵਜ੍ਹਾ ਤੋਂ ਰਿਜੈਕਟ ਨਹੀਂ ਕਰ ਤੇ ਲੋਕੀ ਰਿਜੈਕਟ ਵੀ ਕਰਦੇ ਨੇ ਉਸ ਦੀ ਵਜ੍ਹਾ ਤੋਂ।
ਅਸਲ ਵਿੱਚ ਅਸੀਂ ਲੋਕਾਂ ਨੂੰ ਇੰਨੀ ਇਨਫੋਰਮੇਸ਼ਨ ਬਾਡੀ ਨੂੰ ਦੇ ਰਹੇ ਹਾਂ ਕਿ ਉਹ ਬਾਡੀ ਜਿਹੜੀ ਹੈਗੀ ਹੈ ਇਮਿਊਨ ਰਿਸਪੌਂਸ ਜਿਹੜਾ ਹੈਗੀ ਉਹ ਡਿਵੈਲਪ ਕਰਦੀ ਹੈ COVID-19 ਦੇ ਖਿਲਾਫ। mRNA ਜਿਹੜੀ ਵੈਕਸੀਨ ਹੈਗੀ ਹੈ, ਜਿਹੜੀ ਕਿ ਟੈਕਨੀਕਲ ਟਰਮ ਹੈਗੀ ਹੈ, ਜਿਹੜੀ ਕਿ ਟੈਕਨੋਲੋਜੀ ਦਾ ਮੈਂ ਮੈਂਸ਼ਨ ਕੀਤਾ ਸੀ, ਉਹ ਫਾਈਜ਼ਰ ਤੋਂ ਤੇ ਮੋਡਰਨਾ ਦੀ ਵੈਕਸੀਨ ਦੇ ਬਾਰੇ ਵਿੱਚ ਮੋਲੀਕਿਊਲ ਹੁੰਦਾ ਸਾਡੀ ਬਾਡੀ ਦੇ ਵਿੱਚ, ਜਿਸ ਨੂੰ ਅਸੀਂ ਕਿਆ ਕਹਿੰਦੇ ਹਾਂ ਮੈਸੇਂਜਰ RNA ਹੈਗਾ, ਤੇ ਉਹ ਮੋਲੀਕਿਊਲ ਹੁੰਦਾ ਹੈ ਤੇ ਸਾਡੀ ਬਾਡੀ ਜਿਹੜੀ ਹੈਗੀ ਹਰ ਵੇਲੇ ਮੈਸੇਜ ਭੇਜ ਰਹੀ ਹੁੰਦੀ ਹੈ ਸਾਡੀ ਬਾਡੀ ਦੇ ਜਿੰਨੇ ਵੀ ਸੈੱਲ ਹੈਗੇ ਨੇ ਉਹਨਾਂ ਨੂੰ, ਤੇ ਜਿਹੜੇ ਵੀ ਚੀਜ਼ਾਂ ਹੈਗੀਆਂ ਨੇ ਉਹਨਾਂ ਨੂੰ ਇੰਸਟਰਕਸ਼ਨ ਦੇ ਰਹੀ ਹੁੰਦੀ ਹੈ। ਤੇ ਸਾਇੰਸ ਜਿਹੜੀ ਕੀ ਕਰਦੀ ਹੈ ਕਿ ਉਸਦਾ ਸਿੰਥੈਟਿਕ ਵੇਰੀਐਂਟ ਬਣਾ ਦਿੰਦੀ ਹੈ ਤੇ ਥੋੜੀ ਬਹੁਤ ਇੰਸਟਰਕਸ਼ਨ ਮੈਨੂਅਲ ਸਾਨੂੰ ਮਿਲਦੀ ਹੈ ਕਿ ਇਹ ਓਵਰਆਲ ਵਾਇਰਸ ਹੈਗਾ। ਜੇ ਮੈਂ ਕਹਾਂ ਕਿ ਇਹ ਵਾਇਰਸ ਹੈਗਾ ਤੇ ਇਹ ਥੋੜਾ ਜਿਹਾ ਉਸਦੇ ਵਿੱਚ ਪ੍ਰੋਟੀਨ ਹੈਗਾ, ਤੇ ਤੁਸੀਂ ਇਸ ਨੂੰ ਸੈਪਰੇਟ ਕਰ ਸਕਦੇ ਹੋ ਕਿ ਤੁਸੀਂ ਦੇਖ ਸਕਦੇ ਹੋ। ਇਸ ਦੀ ਐਗਜ਼ਾਮਪਲ ਇਸ ਤਰ੍ਹਾਂ ਹੀ ਹੈ, ਜਿਹੜੀ ਸਾਡੇ ਮੂੰਹ ਦੇ ਉੱਤੇ ਕੋਈ ਮੁੱਛ ਹੁੰਦੀ ਹੈ, ਜਿਸ ਤਰ੍ਹਾਂ ਤੁਸੀਂ ਮੁੱਛ ਨੂੰ ਵੇਖ ਸਕਦੇ ਹੋ, ਇਸੇ ਤਰ੍ਹਾਂ ਉਹ ਵਾਇਰਸ ਲੱਗਦਾ ਹੈ। ਉਹ ਬਾਡੀ ਜਿਹੜੀ ਹੈਗੀ ਹੈ ਉਹ ਉਸ ਮੁੱਛ ਨੂੰ ਪਹਿਚਾਨ ਸਕਦੀ ਹੈ, ਇਸੇ ਤਰ੍ਹਾਂ COVID-19 ਨੂੰ ਵੀ ਪਹਿਚਾਨ ਸਕਦੀ ਹੈ ਬਾਡੀ। ਅਸੀਂ ਐਕਚੁਅਲੀ ਉਹ ਜਿਹੜੀ ਮਸਟੈਚ ਦੀ ਤਰ੍ਹਾਂ ਬਾਡੀ ਨੂੰ ਇਨਫੋਰਮੇਸ਼ਨ ਸੈਂਡ ਕਰਦੇ ਹਾਂ ਪ੍ਰੋਟੀਨ ਦੀ ਫਾਰਮ ਦੇ ਵਿੱਚ, ਤੇ ਉਹ ਅਲਾਉ ਕਰਦੀ ਹੈ ਬਾਡੀ ਨੂੰ ਕਿ ਉਹ ਬਿਲਡ ਕਰਨਾ ਸ਼ੁਰੂ ਕਰ ਦਿੰਦੀ ਐਂਟੀਬਾਇਓਟਿਕ ਜਾਂ ਪ੍ਰੋਟੈਕਸ਼ਨ ਬਿਲਡ ਕਰਨਾ ਸ਼ੁਰੂ ਕਰ ਦਿੰਦੀ ਹੈ। ਤੇ ਬਾਡੀ ਸਾਡੀ ਕੰਟੈਕਟ ਕਰਦੀ ਹੈ COVID-19 ਦੇ ਨਾਲ, ਤੇ ਫਿਰ ਉਹ ਰੁਕ ਜਾਂਦੀ ਹੈ, ਕਹਿੰਦੀ ਹੈ 1 ਮਿੰਟ ਵੇਟ ਕਰੋ ਤੁਸੀਂ ਕਿ ਇਸ ਬਿਮਾਰੀ ਦੇ ਨਾਲ ਦੇ ਖਿਲਾਫ ਮੇਰੇ ਕੋਲ COVID-19 ਵੈਕਸੀਨ ਹੈਗੀ ਹੈ। ਤੇ ਇਸ ਤਰ੍ਹਾਂ ਅਸੀਂ ਆਪਣੀ ਬਾਡੀ ਨੂੰ ਟ੍ਰੇਨ ਕਰਦੇ ਹਾਂ ਉਸ ਦਾ ਰਿਸਪੌਂਸ ਵਾਸਤੇ। ਇਸੇ ਤਰ੍ਹਾਂ ਜਿਹੜੀ ਐਸਟਰਾਜ਼ੈਨਕਾ ਹੈਗੀ ਹੈ ਤੇ ਜੌਨਸਨ ਵੈਕਸੀਨ ਹੈਗੀ ਹੈ, ਉਹ ਵੀ ਇਸਤੇਮਾਲ ਕਰਦੇ ਨੇ ਇੱਕ ਵਾਇਰਸ ਜਿਸ ਨੂੰ ਨੈਨੋ ਵਾਇਰਸ ਕਿਹਾ ਜਾਂਦਾ ਹੈ। ਬਹੁਤ ਜ਼ਿਆਦਾ ਇਨਫੋਰਮੇਸ਼ਨ ਉਸਦੇ ਵਿੱਚ ਹੁੰਦੀ ਹੈ COVID-19 ਦੇ ਬਾਰੇ ਵਿੱਚ, ਤੇ ਉਹ ਐਕਚੁਅਲ ਮੇ ਕੋਈ ਵੀ ਵਾਇਰਸ ਤੁਹਾਨੂੰ ਨਹੀਂ ਦਿੰਦੀ, ਲੇਕਿਨ ਕੋਈ ਇਸ ਤਰ੍ਹਾਂ ਦਾ ਮੁਖਤਲਿਫ ਨਹੀਂ ਹੁੰਦਾ। ਤੇ ਤੁਹਾਡੀ ਬਾਡੀ ਨੂੰ ਹਦਾਇਤ ਦਿੰਦੀ ਹੈ ਕਿ ਤੁਹਾਡੀ ਬਾਡੀ ਦੇ ਕੋਲ ਇੰਨੇ ਹਦਾਇਤ ਇੰਸਟਰਕਸ਼ਨਸ ਹੁੰਦੀਆਂ ਨੇ ਕਿ ਉਹ ਡਿਫੈਂਸ ਕਰ ਸਕੇ ਆਪਣਾ ਉਸ ਵਾਇਰਸ ਦੇ ਖਿਲਾਫ। ਇਹ ਇੱਕ ਕਿਸਮ ਦੀ ਟੈਕਨੋਲੋਜੀ ਹੈਗੀ ਉਸ ਦੇ ਪਿੱਛੇ ਕਿ ਵੈਕਸੀਨ ਕਿਸ ਤਰ੍ਹਾਂ ਕੰਮ ਕਰਦੀ ਹੈ, ਕਿ ਬਹੁਤ ਜ਼ਿਆਦਾ ਵੈਕਸੀਨੇਸ਼ਨ ਜਿਹੜੀਆਂ ਨੇ ਇਸ ਤਰ੍ਹਾਂ ਹੀ ਕੰਮ ਕਰਦੀਆਂ ਨੇ। ਜੇ ਕੋਈ ਵੈਕਸੀਨ ਇੱਕ ਵੀਕ ਫਾਰਮ ਦੇ ਵਿੱਚ ਦਿੱਤੀ ਜਾਂਦੀ ਹੈ, ਕਿਸੇ ਦੇ ਵਿੱਚ ਸਟਰੋਂਗ ਫਾਰਮ ਦੇ ਵਿੱਚ ਵਾਇਰਸ ਦਿੱਤਾ ਜਾਂਦਾ ਹੈ, ਤੇ ਫਿਰ ਉਸਨੂੰ ਇੰਸਟਰਕਸ਼ਨ ਦਿੱਤੀ ਜਾਂਦੀ ਹੈ ਵਾਇਰਸ ਦੇ ਬਾਰੇ ਵਿੱਚ। ਤੇ ਇਸ ਲਿਹਾਜ਼ ਤੋਂ ਸਾਡੇ ਕੋਲ ਡਿਫਰੈਂਟ ਵੈਕਸੀਨੇਸ਼ਨਸ ਹੈਗੀਆਂ ਨੇ ਤਾਂ ਕਿ ਉਹ ਸਾਡੀ ਬਾਡੀ ਨੂੰ ਪ੍ਰੋਟੈਕਟ ਕਰ ਸਕੇ ਉਸ ਵਾਇਰਸ ਨੂੰ ਲੈ ਕੇ। ਮੇਰਾ ਖਿਆਲ ਹੈ ਕਿ ਮਿਸ ਸਬੀਨਾ, ਤੁਸੀਂ ਮੈਨੂੰ ਦੱਸੋ ਕਿ ਮੈਂ ਸਹੀ ਜੌਬ ਆਪਣੀ ਕੀਤੀ ਹੈ ਇਸ ਨੂੰ ਐਕਸਪਲੇਨ ਕਰਨ ਦੇ ਵਿੱਚ। ਮੈਨੂੰ ਲੱਗਦਾ ਕਿ ਤੁਸੀਂ ਬਹੁਤ ਅੱਛੇ ਤਰੀਕੇ ਨਾਲ ਦੱਸਿਆ ਸਾਨੂੰ, ਕਿ ਐਕਸਪਲੇਨ ਕੀਤਾ ਕਿ ਵੈਕਸੀਨ ਕਿਸ ਤਰ੍ਹਾਂ ਕੰਮ ਕਰਦੀ ਹੈ, ਤੇ ਮੈਨੂੰ ਤੇ ਪਤਾ ਨਹੀਂ ਸੀ ਪਹਿਲਾਂ ਇਸ ਤੋਂ। ਤੁਸੀਂ ਬਹੁਤ ਅੱਛੇ ਤਰੀਕੇ ਦੇ ਨਾਲ ਸਾਨੂੰ ਐਕਸਪਲੇਨ ਕੀਤਾ। ਡਾਕਟਰ ਆਰਿਆ, ਇੱਕ ਚਾਰਟ ਦੇ ਵਿੱਚ ਕੁਐਸਚਨ ਸੀ ਕਿ ਟੈਲੇਨੋਰ ਕਿ ਕੋਈ ਹੋਰ ਚੀਜ਼ ਹੈਗੀ ਹੈ ਕਿ ਉਹ ਤੁਸੀਂ ਲੈ ਸਕਦੇ ਹੋ ਵੈਕਸੀਨੇਸ਼ਨ ਤੋਂ ਬਾਅਦ, ਜਾਂ ਤੁਸੀਂ ਇਸ ਦੇ ਬਾਰੇ ਵਿੱਚ ਸਾਨੂੰ ਕੁਝ ਆਪਣਾ ਨਜ਼ਰੀਆ ਦੱਸੋਗੇ? ਜਿਸ ਤਰ੍ਹਾਂ ਡਾਕਟਰ ਸਿਨਹਾ ਨੇ ਦੱਸਿਆ ਕਿ ਸਾਡੇ ਲਈ ਬਹੁਤ ਇੰਪੋਰਟੈਂਟ ਹੈਗਾ ਕਿ ਸਾਡਾ ਇਮਿਊਨ ਰਿਸਪੌਂਸ ਹੋਣਾ ਚਾਹੀਦਾ ਹੈ। ਵੈਕਸੀਨ ਕਿੰਨਾ ਫਾਇਦੇਮੰਦ ਹੋ ਸਕਦੀ ਹੈ, ਜਿੰਨੀ ਪੋਸੀਬਲ ਹੋ ਸਕਦੀ ਹੈ ਉਹ ਇਫੈਕਟਿਵ ਹੋਏ। ਸਾਨੂੰ ਹੈਡੇਕ ਹੋ ਸਕਦੀ ਹੈ, ਬਹੁਤ ਘੱਟ ਬੁਖਾਰ ਹੋ ਜਾਂਦਾ ਹੈ, ਬਾਜ਼ੂ ਦੇ ਵਿੱਚ ਸਵੈਲਿੰਗ ਹੋ ਜਾਂਦੀ ਹੈ, ਲੇਕਿਨ ਉਹ ਕੁਝ ਸਾਈਨ ਹੈਗੇ ਨੇ ਕਿ ਵੈਕਸੀਨੇਸ਼ਨ ਤੁਹਾਡੀ ਬਾਡੀ ਦੇ ਵਿੱਚ ਕੰਮ ਕਰ ਰਹੀ ਹੈ। ਤੁਸੀਂ ਕੋਈ ਸਿਰਪ ਜਾਂ ਟੈਲੇਨੋਰ ਲੈ ਸਕਦੇ ਹੋ ਜਦੋਂ ਤੁਹਾਨੂੰ ਸਿੰਪਟਮਸ ਹੋਣ, ਲੇਕਿਨ ਉਸ ਤੋਂ ਸਿੰਪਟਮਸ ਤੋਂ ਪਹਿਲਾਂ ਤੁਹਾਨੂੰ ਨਹੀਂ ਲੈਣੀ ਚਾਹੀਦੀ ਹੈ। ਇਹ ਬਹੁਤ ਜ਼ਰੂਰੀ ਹੈਗਾ ਮੇਕ ਸ਼ੋਰ ਕਰਨ ਵਾਸਤੇ ਕਿ ਵੈਕਸੀਨ ਜਿਹੜੀ ਹੈ ਜਿੰਨਾ ਫਾਇਦਾ ਤੇ ਜਿੰਨਾ ਫਰਕ ਹੋ ਸਕਦਾ ਉਹ ਕਰੇ। ਤੁਸੀਂ ਵੈਕਸੀਨ ਦੇ ਬਾਰੇ ਵਿੱਚ ਬਹੁਤ ਕੁਝ ਕਵਰ ਕੀਤਾ। ਮੈਂ ਹੁਣ ਗੱਲ ਕਰਨਾ ਚਾਹਾਂਗੀ ਤੁਹਾਡੇ ਕਿ ਸਾਡੀ ਜਿਹੜੀ ਕਮਿਊਨਿਟੀ ਹੈਗੀ ਹੈ ਕਿ ਰੋਲ ਆਊਟ ਦੇ ਬਾਰੇ ਵਿੱਚ ਗੱਲ ਕਰਾਂਗੀ, ਤੇ ਫਿਰ ਉਸਦੇ ਉੱਤੇ ਵਾਪਸ ਆਵਾਂਗੇ ਅਸੀਂ। ਸ਼ਾਇਦ ਡਾਕਟਰ ਤੁਸੀਂ ਆਈਡੀਆ ਦਵੋ ਕਿ ਕਦੋਂ ਸਾਡੀ ਕਮਿਊਨਿਟੀ ਵੈਕਸੀਨੇਸ਼ਨ ਕਦੋਂ ਐਕਸਪੈਕਟ ਕਰੇ। ਥੋੜੀ ਜੀ ਸਾਨੂੰ ਦੱਸੋ ਏਜ ਗਰੁੱਪ ਦੇ ਬਾਰੇ ਵਿੱਚ, ਤੇ ਕਿਸ ਤਰ੍ਹਾਂ ਉਹਨਾਂ ਨੂੰ ਲੋਕਾਂ ਨੂੰ ਪਤਾ ਚੱਲੇਗਾ ਕਿ ਉਹਨਾਂ ਦੀ ਟਰਨ ਕਦੋਂ ਹੈਗੀ ਹੈ। ਬਹੁਤ ਅੱਛਾ ਕੁਐਸਚਨ ਪੁੱਛਿਆ ਤੁਸੀਂ ਇਸ ਵੇਲੇ। ਪਹਿਲਾ ਪੀਸ ਇਹ ਹੈਗਾ ਕਿ ਵੈਕਸੀਨ ਜਿਹੜੀ ਆਰਡਰ ਕੀਤੀ ਗਈ ਸੀ ਉਹ ਕੈਨੇਡਾ ਦੇ ਵਿੱਚ 10 ਡੋਜ਼ ਮਿਲੀ ਹੈ ਹਰ ਕੈਨੇਡੀਅਨ ਦੇ ਲਈ,
ਬਹੁਤ ਜ਼ਿਆਦਾ ਵੈਕਸੀਨ ਜਿਹੜੀ ਹੈਗੀ ਹੈ ਅਵੇਲੇਬਲ ਹੈਗੀ ਹੈ in large amounts. ਜੇ ਤੇ ਹੋਰ ਵੈਕਸੀਨੇਸ਼ਨ ਜਿਹੜੀ ਹੈ ਉਹ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਆ ਰਹੀ ਹੈ ਹੁਣ ਇੱਕ ਓਰੀਜਨਲੀ ਇਹ ਪਲਾਨ ਸੀ ਕਿ ਇੰਨੀ ਵੈਕਸੀਨ ਸ਼ਿਪਮੈਂਟ ਹੋ ਜਾਏ ਕੈਨੇਡਾ ਦੇ ਵਿੱਚ ਕਿ ਹਰ ਇੱਕ ਜਿਹੜਾ ਵੀ ਵੈਕਸੀਨ ਲਗਵਾਉਣਾ ਚਾਹੁੰਦਾ ਤੇ ਉਸ ਦੇ ਲਈ ਅਵੇਲੇਬਲ ਹੋਏ ਸਪਟੰਬਰ ਤੱਕ। ਓਨਟਾਰੀਆ ਦੇ ਵਿੱਚ ਗਵਰਨਮੈਂਟ ਹੁਣ ਤੇਜ਼ ਕਰ ਰਹੀ ਹੈ ਆਪਣੇ ਪਲਾਨ ਨੂੰ ਤਾਂ ਕਿ ਲੋਕਾਂ ਨੂੰ ਵੈਕਸੀਨੇਟ ਕੀਤਾ ਜਾਏ ਤਾਂ ਕਿ ਹਰ ਐਡਲਟ ਜਿਹੜਾ ਹੈਗਾ ਉਸ ਨੂੰ ਮਿਲ ਜਾਏ ਜੂਨ ਤੱਕ। ਤੇ ਇਹ ਬਹੁਤ ਅੱਛੀ ਖਬਰ ਹੈਗੀ ਹੈ ਕਿ ਉਹ ਉਸ ਪ੍ਰੋਸੈਸ ਨੂੰ ਤੇਜ਼ ਕਰਦੇ ਪਏ ਨੇ ਤੇ ਇਹ ਵੀ ਪ੍ਰੋਸੈਸ ਹੈਗਾ ਕਿ ਹਰ ਇੱਕ ਨੂੰ ਪਹਿਲੀ ਡੋਜ਼ ਜਿਹੜੀ ਵੈਕਸੀਨ ਦੀ ਹੈਗੀ ਹੈ ਉਹ ਛੇਤੀ ਅਗਲੇ ਕੁਝ ਮਹੀਨਿਆਂ ਦੇ ਵਿੱਚ ਮਿਲ ਜਾਏ। ਜਦੋਂ ਤੁਹਾਡੀ ਟਰਨ ਆਏ ਤੇ ਇਹ ਫੋਕਸ ਕਰਨਾ ਚਾਹੀਦਾ ਕਿ ਪਹਿਲੀ ਫੋਕਸ ਜਿਹੜੀ ਹੈਗੀ ਪਹਿਲੀ ਡੋਜ਼ ਜਿਹੜੀ ਹੈਗੀ ਹੈ ਉਹ ਜ਼ਿਆਦਾ ਫਰੰਟ ਲਾਈਨ ਵਰਕਰਸ ਨੂੰ ਦਿੱਤੀ ਗਈ ਜਿਹੜੇ ਲੋਕੀ ਹਸਪਤਾਲ ਦੇ ਵਿੱਚ ਕੰਮ ਕਰ ਰਹੇ ਨੇ, ਜਿਸ ਤਰ੍ਹਾਂ ਮੈਂ ਤੇ ਆਰੀਆ ਕੰਮ ਕਰ ਰਹੇ ਹਾਂ, ਕੋਵਿਡ ਵਾਰਡ ਦੇ ਵਿੱਚ ਕੰਮ ਕਰ ਰਹੇ ਹਾਂ, ਐਮਰਜੈਂਸੀ ਦੇ ਵਿੱਚ ਕੰਮ ਕਰ ਰਹੇ ਨੇ, ਇਨਪੇਸ਼ੈਂਟ ਵਾਰਡ ਦੇ ਉੱਤੇ ਕੰਮ ਕਰ ਰਹੇ ਨੇ। ਇਸ ਤਰ੍ਹਾਂ ਦੇ ਫਰੰਟ ਲਾਈਨ ਵਰਕਰ ਹੈਗੇ ਨੇ ਜਿਨ੍ਹਾਂ ਨੂੰ ਦਿੱਤੀ ਗਈ ਹੈ। ਉਸ ਤੋਂ ਇਲਾਵਾ ਸਾਡੇ ਬੁੱਢੇ ਲੋਕੀ ਉਹ ਵੀ ਵਲਨਰੇਬਲ ਹੈਗੇ ਨੇ, ਕਮਜ਼ੋਰ ਨੇ। ਸ਼ੁਰੂ ਦੇ ਵਿੱਚ ਜਦੋਂ ਅਸੀਂ ਨਰਸਿੰਗ ਹੋਮ ਦੇ ਵਿੱਚ ਜਿਹੜੇ ਲੋਕੀ ਰਹਿੰਦੇ ਸਨ ਉਹਨਾਂ ਨੂੰ ਵੈਕਸੀਨ ਦਿੱਤੀ ਹੈ। ਰਿਟਾਇਰਮੈਂਟ ਹੋਮ ਦੇ ਵਿੱਚ ਅਸੀਂ ਵੈਕਸੀਨੇਸ਼ਨ ਦਾ ਪਲਾਨ ਹੈਗਾ ਤੇ ਸਾਡਾ ਫੋਕਸ ਇਹ ਵੀ ਹੈਗਾ ਕਿ ਜਿਹੜੇ ਹੋਮ ਕੇਅਰ ਦੇ ਵਿੱਚ ਬੁੱਢੇ ਲੋਕੀ ਹੈਗੇ ਨੇ ਤੇ ਉਹਨਾਂ ਦਾ ਬਹੁਤ ਜ਼ਿਆਦਾ ਕੰਟੈਕਟ ਹੁੰਦਾ ਹੈ ਦੂਜੇ ਲੋਕਾਂ ਦੇ ਨਾਲ। ਅਸੀਂ ਮੇਕ ਸ਼ੋਰ ਕਰਨਾ ਚਾਹੁੰਦੇ ਕਿ ਉਹਨਾਂ ਨੂੰ ਵੀ ਵੈਕਸੀਨੇਸ਼ਨ ਮਿਲ ਜਾਏ ਤੇ ਅਸੀਂ ਲੋਕਾਂ ਨੂੰ ਵੈਕਸੀਨ ਕਰਨਾ ਚਾਹੀਦਾ ਜਿਹੜੇ ਕਿ 80 ਇਅਰਸ ਤੋਂ ਉੱਤੇ ਨੇ ਤੇ ਉਹ ਉਸ ਵੇਲੇ ਸਾਡੀ ਜ਼ਿਆਦਾ ਇੰਪੋਰਟੈਂਸ ਉਹਨਾਂ ਦੇ ਉੱਤੇ ਹੈਗੀ ਹੈ। ਇਸ ਵੇਲੇ ਸਾਨੂੰ ਇਹ ਮਾਲੂਮਾਤ ਹੈਗੀਆਂ ਨੇ ਕਿ ਪਬਲਿਕ ਹੈਲਥ ਯੂਨਿਟ ਦੇ ਕੋਲ ਹੋਰ ਵੈਕਸੀਨ ਅਵੇਲੇਬਲ ਹੈਗੀ ਹੈ ਤੇ ਉਹ ਉਹਨਾਂ ਦੀ ਪ੍ਰਾਇੋਰਟੀ ਪੋਪੂਲੇਸ਼ਨ ਜਿਹੜੀ ਵੀ ਹੈਗੀ ਉਹਨਾਂ ਨੂੰ ਵੈਕਸੀਨੇਟ ਕਰ ਸਕਣ ਤੇ ਉਹਨਾਂ ਨੇ 80 ਦੇ ਉੱਤੇ ਲੋਕਾਂ ਦੇ ਵਾਸਤੇ ਵੈਕਸੀਨੇਸ਼ਨ ਸ਼ੁਰੂ ਕਰ ਦਿੱਤੀ ਹੋਈ ਹੈ। ਇਹ ਉਹਨਾਂ ਦਾ ਪਲਾਨ ਹੈਗਾ। ਵੈਕਸੀਨੇਟ ਵੈਕਸੀਨ TO.ca ਦੀ ਵੈਬਸਾਈਟ ਹੈਗੀ ਹੈ। ਮੈਂ ਅੱਜ ਹੀ ਉਹ ਸਵੇਰੇ ਚੈੱਕ ਕੀਤੀ ਸੀ, ਉੱਥੇ ਲਿਸਟ ਹੈਗੀ ਹੈ ਪੂਰੇ ਹਸਪੀਟਲ ਗਰੁੱਪ ਦੀ ਲਿਸਟ ਤੁਸੀਂ ਵੇਖ ਸਕਦੇ ਹੋ ਟੋਰਾਂਟੋ ਏਰੀਆ ਦੇ ਵਿੱਚ ਜਿਹੜੇ ਕਿ ਵੈਕਸੀਨੇਸ਼ਨ ਆਫਰ ਕਰ ਰਹੇ ਨੇ। ਲੇਕਿਨ TO ਤੇ ਪੀਲ ਰੀਜਨ ਜਿਹੜੇ ਐਗਜ਼ਾਮਪਲ ਦੇ ਤੌਰ ਤੇ ਯਾਰਕ ਰੀਜਨ ਹੋਰ ਜਿਹੜੇ ਰੀਜਨ ਨੇ ਉਹਨਾਂ ਦੇ ਲਈ ਬਹੁਤ ਜ਼ਰੂਰੀ ਹੈਗਾ ਕਿ ਤੁਹਾਨੂੰ ਪਤਾ ਹੋਏ ਕਿ ਪਬਲਿਕ ਹੈਲਥ ਯੂਨਿਟ ਕੌਣ ਹੈਗਾ ਤੇ ਉਹਨਾਂ ਦੀ ਸਟ੍ਰੈਟਜੀ ਕੀ ਹੈ। ਕੁਝ ਯੂਨਿਟ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੇ ਆਲਰੇਡੀ ਵੈਕਸੀਨੇਸ਼ਨ ਸ਼ੁਰੂ ਕਰ ਦਿੱਤੀ ਹੋਈ ਹੈ, ਲੇਕਿਨ 15 ਮਾਰਚ ਤੋਂ ਇੱਕ ਸਾਡੇ ਕੋਲ ਇੱਕ ਸੂਬੇ ਦੀ ਵੈਬਸਾਈਟ ਹੋਏਗੀ, ਫੋਨ ਲਾਈਨ ਹੋਏਗੀ ਸਾਡੇ ਕੋਲ ਜਿਸ ਦੇ ਉੱਤੇ ਤੁਸੀਂ ਅਵੇਲੇਬਲ ਹੋ ਕੇ ਤੇ ਆਪਣੇ ਆਪ ਨੂੰ ਰਜਿਸਟਰ ਕਰਾ ਸਕਦੇ ਹੋ ਪਬਲਿਕ ਹੈਲਥ ਯੂਨਿਟ ਨੂੰ ਵੀ ਤੇ ਆਫਿਸ ਨੂੰ ਵੀ, ਜਿਸ ਦੇ ਥਰੂ ਤੁਹਾਨੂੰ ਸਰਵਿਸਿਜ਼ ਮਿਲਦੀਆਂ ਨੇ। ਜਿਹੜੇ ਵੀ ਲੋਕੀ 80 ਸਾਲ ਤੋਂ ਉੱਤੇ ਨੇ ਉਹ ਪ੍ਰੋਵਿੰਸ਼ੀਅਲ ਦੀ ਵੈਬਸਾਈਟ ਦੇ ਉੱਤੇ ਆਪਣੇ ਆਪ ਨੂੰ ਰਜਿਸਟਰ ਕਰਾ ਸਕਦੇ ਨੇ ਤੇ ਆਪਣੀ ਵੈਕਸੀਨੇਸ਼ਨ ਦੀ ਅਪਾਇੰਟਮੈਂਟ ਬੁੱਕ ਕਰਾ ਸਕਦੇ ਨੇ। ਪਿਛਲੇ ਹਫਤੇ ਉਹਨਾਂ ਨੇ ਉਸ ਤੇ ਵੀ ਪਿਛਲੇ ਹਫਤੇ ਮੈਂ ਮੇਰੇ ਪੇਸ਼ੈਂਟ ਜਿਹੜੇ ਸਨ 80 ਸਾਲ ਤੋਂ ਉੱਤੇ ਸਨ, ਉਹਨਾਂ ਨੇ ਵੈਕਸੀਨੇਸ਼ਨ ਉਹਨਾਂ ਨੂੰ ਮਿਲੀ ਹੈ ਤੇ ਇਹ ਅੱਛੀ ਖਬਰ ਹੈਗੀ ਹੈ। ਸਾਨੂੰ ਇਹ ਵੀ ਪਤਾ ਹੈ ਕਿ ਜਿਹੜਾ ਅਪ੍ਰੈਲ ਦਾ ਮਹੀਨਾ ਜਿਹੜਾ ਹੈ ਉਸ ਦੇ ਵਿੱਚ ਅਸੀਂ 80 ਸਾਲ ਤੋਂ ਕਮ ਉਮਰ ਦੇ ਲੋਕਾਂ ਦੇ ਲਈ ਵੈਕਸੀਨੇਸ਼ਨ ਸ਼ੁਰੂ ਕਰ ਦਿਆਂਗੇ ਤੇ ਫਿਰ ਅਸੀਂ ਹੋਰ ਜਿਹੜੇ 5 ਸਾਲ ਹੋਰ ਛੋਟੇ ਹੋਣਗੇ ਫਿਰ ਉਹਨਾਂ ਨੂੰ ਲਗਾਉਣਾ ਸ਼ੁਰੂ ਕਰਾਂਗੇ। 75 to 80 ਤੱਕ ਕਰਾਂਗੇ, ਫਿਰ 70 to 75 ਲੋਕਾਂ ਤੇ ਫਿਰ 65 to 70 ਏਜ ਗਰੁੱਪ ਤੇ ਕਰਾਂਗੇ ਤੇ ਇਸ ਤਰ੍ਹਾਂ ਹਰ ਮਹੀਨੇ ਦੇ ਨਾਲ ਨਾਲ ਅਸੀਂ ਲੋਕਾਂ ਦੀ ਏਜ ਵੀ ਕਾਊਂਟ ਕਰਨਾ ਸ਼ੁਰੂ ਕਰ ਦੇਵਾਂਗੇ। ਜੇ ਤੁਸੀਂ ਦੇਖੋ ਕੋਈ ਉਮਰ ਜ਼ਿਆਦਾ ਹੈਗੀ ਹੈ, ਜਿਸ ਦੀ ਉਮਰ ਜ਼ਿਆਦਾ ਹੈ ਉਸ ਦੀ ਪਹਿਲਾਂ ਬਾਰੀ ਆਏਗੀ। ਜਿਹੜੇ ਛੋਟੇ ਉਮਰ ਦੇ ਲੋਕੀ ਹੈਗੇ ਨੇ ਜਿਹੜੇ ਕਿ ਜਵਾਨ ਨੇ, ਜਿਨ੍ਹਾਂ ਨੂੰ ਕੋਈ ਲੰਬੀ ਉਮਰ ਤੋਂ ਕੋਈ ਬਿਮਾਰੀ ਹੈਗੀ ਹੈ, ਉਹਨਾਂ ਨੂੰ ਵੀ ਵੈਕਸੀਨੇਸ਼ਨ ਮਿਲ ਸਕਦੀ ਹੈ। ਤੇ ਤੁਸੀਂ ਚੈੱਕ ਕਰਨਾ ਹੈ ਕਿ ਤੁਹਾਡੀ ਪਬਲਿਕ ਹੈਲਥ ਯੂਨਿਟ ਕੀ ਕਹਿੰਦੀ ਹੈ। ਪੀਲ ਪਬਲਿਕ ਹੈਲਥ ਯੂਨਿਟ ਹੈਗੀ ਹੈ ਤੁਹਾਡੀ, ਟੋਰਾਂਟੋ ਦੀ ਹੈਗੀ ਹੈ, ਯਾਰਕ ਰੀਜਨ ਦੀ ਹੈਗੀ ਹੈ। ਉਹਨਾਂ ਦੀ ਵੈਬਸਾਈਟ ਤੇ ਜਾਓ ਤੇ ਦੇਖੋ ਉਹਨਾਂ ਦੀ ਵੈਬਸਾਈਟ ਤੇ ਕੀ ਇਨਫੋਰਮੇਸ਼ਨ ਅਵੇਲੇਬਲ ਹੈਗੀ ਹੈ ਕਿ ਤੁਸੀਂ ਕਿਸ ਤਰ੍ਹਾਂ ਵੈਕਸੀਨੇਸ਼ਨ ਕਰਾ ਸਕਦੇ ਹੋ। ਤੁਸੀਂ ਆਪਣੇ ਆਪ ਨੂੰ ਰਜਿਸਟਰ ਕਰਾਉਣਾ ਹੈ ਉੱਥੇ। ਜੇ ਤੁਸੀਂ ਰਜਿਸਟਰ ਨਹੀਂ ਕਰਾਓਗੇ ਆਪਣੇ ਆਪ ਨੂੰ ਤੇ ਫਿਰ ਤੁਹਾਨੂੰ ਅਪਾਇੰਟਮੈਂਟ ਨਹੀਂ ਮਿਲ ਸਕਦੀ। ਤੁਹਾਨੂੰ ਨਹੀਂ ਪਤਾ ਤੇ ਫਿਰ ਤੁਸੀਂ ਆਪਣੇ ਡਾਕਟਰ ਜਿਹੜਾ ਹੈਗਾ ਹੈ, ਪ੍ਰਾਇਮਰੀ ਕੇਅਰ ਡਾਕਟਰ ਜਾਂ ਹੈਲਥ ਕੇਅਰ ਜਿਹੜਾ ਵੀ ਤੁਹਾਨੂੰ ਪ੍ਰੋਵਾਈਡ ਕਰਦਾ ਹੈ, ਤੁਸੀਂ ਉਹਨਾਂ ਦੇ ਨਾਲ ਵੀ ਕੰਟੈਕਟ ਕਰ ਸਕਦੇ ਹੋ ਵੈਕਸੀਨੇਸ਼ਨ ਵਾਸਤੇ। ਹੁਣ ਅਸੀਂ ਬਹੁਤ ਛੇਤੀ ਐਸਟਰਾਜ਼ੈਨੇਕਾ ਛੇਤੀ ਉਸਨੂੰ ਸਟਾਰਟ ਕਰਾਂਗੇ। 60-65 ਲੋਕਾਂ ਵਾਸਤੇ ਨੈਕਸਟ ਵੀਕ ਵੀ ਸ਼ੁਰੂ ਕਰ ਰਹੇ ਹਾਂ ਤੇ ਬਹੁਤ ਜ਼ਿਆਦਾ ਇਨਫੋਰਮੇਸ਼ਨ ਹੈਗੀ ਹੈ ਡਿਫਰੈਂਟ ਗਰੁੱਪਸ ਵਾਸਤੇ।
ਤੇ ਮੈਂ ਤੁਹਾਨੂੰ ਕਹਾਂਗਾ ਕਿ ਤੁਸੀਂ ਆਪਣੇ ਲੋਕਲ ਪਬਲਿਕ ਹੈਲਥ ਯੂਨਿਟ ਦੇ ਨਾਲ ਕੰਟੈਕਟ ਕਰੋ, ਉਹਨਾਂ ਨੂੰ ਚੈੱਕ ਕਰੋ, ਦੇਖੋ ਤੁਸੀਂ ਉਹਨਾਂ ਦੇ ਨਾਲ ਕਿਸ ਤਰ੍ਹਾਂ ਰਜਿਸਟਰ ਹੋ ਸਕਦੇ ਹੋ। ਤੇ ਫਿਰ ਜੇ ਤੁਸੀਂ ਹੋਮ ਕੇਅਰ ਕਲਾਇੰਟ ਹੈਗੇ ਹੋ, ਪ੍ਰੋਵਾਈਡਰ ਹੈਗੇ ਹੋ, ਤੇ ਫਿਰ ਉਹ ਤੁਹਾਨੂੰ ਪ੍ਰੋਵਾਈਡ ਕਰ ਸਕਦੇ ਇਨਫੋਰਮੇਸ਼ਨ ਕਿ ਕਿਸ ਤਰ੍ਹਾਂ ਤੁਸੀਂ ਵੈਕਸੀਨੇਸ਼ਨ ਹੋ ਸਕਦੇ ਹੋ। ਜੇ ਤੁਸੀਂ ਘਰ ਹੀ ਰਹਿੰਦੇ ਹੋ, ਤੁਸੀਂ ਘਰੋਂ ਬਾਹਰ ਕਿਧਰੇ ਨਹੀਂ ਜਾ ਸਕਦੇ, ਵੈਕਸੀਨੇਸ਼ਨ ਨਹੀਂ ਲੈ ਸਕਦੇ, ਤੇ ਮੈਨੂੰ ਪਤਾ ਹੈ ਕਿ ਟੋਰਾਂਟੋ ਦੇ ਵਿੱਚ ਵੀ ਤੇ ਹੋਰ ਰੀਜਨ ਦੇ ਵਿੱਚ ਵੀ ਤੇ ਉਹ ਉਹਨਾਂ ਦੇ ਲਈ ਉਹਨਾਂ ਦੇ ਕਲੀਨਿਕ ਜਿਹੜੇ ਨਹੀਂ ਜਾ ਸਕਦੇ ਜਾਂ ਫਾਰਮੇਸੀ ਤੇ ਜਾ ਕੇ ਤੇ ਉਹ ਵੈਕਸੀਨੇਸ਼ਨ ਕਰਾ ਸਕਦੇ ਨੇ ਜੇ ਉਹ ਵੈਕਸੀਨੇਸ਼ਨ ਕਲੀਨਿਕ ਤੇ ਨਹੀਂ ਜਾ ਸਕਦੇ। ਕੋਈ ਟਾਈਮ ਨਹੀਂ, ਤੁਸੀਂ ਜੇ ਤੁਹਾਡੇ ਕੋਲ ਟਾਈਮ ਹੋਏ ਤੇ ਅੱਜ ਹੀ ਤੁਸੀਂ ਉਸ ਇਨਫੋਰਮੇਸ਼ਨ ਦੇ ਬਾਰੇ ਵਿੱਚ ਵੇਖ ਸਕਦੇ ਹੋ। ਮੇਰਾ ਖਿਆਲ ਹੈਗਾ ਕਿ 65 ਤੋਂ ਉੱਤੇ ਜਿੰਨੇ ਵੀ ਲੋਕੀ ਨੇ ਉਹਨਾਂ ਨੂੰ ਸ਼ਾਇਦ ਅਪ੍ਰੈਲ ਜਾਂ ਮਈ ਦੇ ਵਿੱਚ 65 ਦੇ ਉੱਤੇ ਲੋਕਾਂ ਨੂੰ ਵੈਕਸੀਨੇਸ਼ਨ ਮਿਲ ਜਾਏਗੀ, ਜਿਹੜੀ ਕਿ ਅੱਛੀ ਖਬਰ ਹੈਗੀ ਹੈ। ਤੇ ਜਿਹੜੇ ਵੱਡੇ ਉਮਰ ਦੇ ਲੋਕੀ ਨੇ ਸਾਡੀ ਕਮਿਊਨਿਟੀ ਦੇ ਵਿੱਚ, ਉਹਨਾਂ ਦੇ ਲਈ ਇਹ ਬਹੁਤ ਅੱਛੀ ਖਬਰ ਤੁਸੀਂ ਸਾਨੂੰ ਦੱਸਿਆ। ਤੁਸੀਂ ਸਾਨੂੰ ਇਹ ਦੱਸੋਗੇ ਡਾਕਟਰ ਆਰਿਆ ਕਿ ਉਹ ਪ੍ਰੋਸੈਸ ਕੀ ਹੈਗਾ ਟੋਰਾਂਟੋ ਦੇ ਵਿੱਚ? ਸਾਡੀ ਬਹੁਤ ਜ਼ਿਆਦਾ ਕਮਿਊਨਿਟੀ ਹੈਗੀ ਹੈ ਜਿਹੜੀ ਪੀਲ ਤੋਂ ਹੈਗੀ ਹੈ, ਤੇ ਪੀਲ ਕਮਿਊਨਿਟੀ ਦੀ ਤਰਫੋਂ ਸਾਨੂੰ ਕਾਫੀ ਕੁਐਸਚਨ ਪੁੱਛੇ ਜਾਂਦੇ ਨੇ ਕਿ ਕੀ ਪ੍ਰੋਸੈਸ ਹੁੰਦਾ ਹੈ, ਕਿ ਲੋਕਾਂ ਨੂੰ ਕਿੱਥੇ ਵੈਕਸੀਨੇਸ਼ਨ ਮਿਲੇਗੀ। ਵੈਕਸੀਨੇਸ਼ਨ ਸਾਈਟਸ ਟੋਰਾਂਟੋ ਦੇ ਵਿੱਚ ਵੀ ਹੈਗੀਆਂ ਨੇ, ਤੇ ਪੀਲ ਦੇ ਬਾਰੇ ਵਿੱਚ ਵੀ ਤੁਸੀਂ ਸਾਨੂੰ ਦੱਸੋਗੇ, ਤੇ ਇਹ ਵੀ ਤੁਸੀਂ ਸਾਨੂੰ ਨਾਲ ਦੱਸੋਗੇ ਕਿ ਅਸੀਂ ਫੈਮਿਲੀ ਫਿਜ਼ੀਸ਼ੀਅਨ ਤੋਂ ਸਾਨੂੰ ਵੈਕਸੀਨੇਸ਼ਨ ਮਿਲੇਗੀ ਕਿਸੇ ਪੁਆਇੰਟ ਤੇ? ਤੁਹਾਡਾ ਕੀ ਨਜ਼ਰੀਆ ਹੈਗਾ ਇਸ ਦੇ ਬਾਰੇ ਵਿੱਚ? ਫॉर श्योर ਮੈਂ ਇਸ ਦੇ ਬਾਰੇ ਵਿੱਚ ਕੁਝ ਮਾਲੂਮਾਤ ਮੇਰੇ ਕੋਲ ਹੈਗੀਆਂ ਨੇ ਜਿਹੜੀ ਕਿ ਮੈਂ ਸ਼ੇਅਰ ਕਰ ਸਕਦਾ। ਡਾਕਟਰ ਸਿਨਹਾ ਨੇ ਜਿਸ ਤਰ੍ਹਾਂ ਕਿਹਾ ਕਿ ਉਹਨਾਂ ਨੇ ਦੱਸਿਆ ਕਿ ਪਬਲਿਕ ਹੈਲਥ ਯੂਨਿਟਸ ਜਿਹੜੇ ਲੋਕਲ ਪਬਲਿਕ ਹੈਲਥ ਯੂਨਿਟਸ ਨੇ ਉਹ ਹੀ ਦੱਸਣਗੇ ਕਿ ਵੈਕਸੀਨੇਸ਼ਨ ਦੀ ਨੈਕਸਟ ਫੇਜ਼ ਕੀ ਹੈਗਾ, ਉਹਨਾਂ ਦਾ ਰੋਲ ਆਊਟ ਕੀ ਹੈਗਾ। ਤੇ ਤੁਹਾਨੂੰ ਇਹ ਚਾਹੀਦਾ ਕਿ ਤੁਸੀਂ ਵੈਬਸਾਈਟ ਚੈੱਕ ਕਰੋ ਉਹਨਾਂ ਦੀ .ca/coronavirus/vaccine ਦੇ ਉੱਤੇ ਜਾ ਕੇ ਤੁਸੀਂ ਦੇਖੋ ਕਿ ਤੁਸੀਂ ਦੇਖ ਸਕਦੇ ਹੋ ਕਿ ਕਿੱਥੇ ਤੁਹਾਨੂੰ ਜਾਣਾ ਚਾਹੀਦਾ ਹੈ, ਕੀ ਕਰਨਾ ਚਾਹੀਦਾ ਹੈ ਵੈਕਸੀਨੇਸ਼ਨ ਵਾਸਤੇ। ਤੇ ਤੁਸੀਂ ਜੇ ਉਹ ਸ਼ੇਅਰ ਕਰ ਦੋ ਲਿੰਕ ਤੇ ਸਾਰਿਆਂ ਵਾਸਤੇ ਤੇ ਉਹ ਅੱਛਾ ਹੈਗਾ। ਬਰੈਂਪਟਨ ਹੈਲਥ ਸਿਸਟਮ ਦੇ ਲਈ ਤੁਸੀਂ ਹਸਪੀਟਲ ਵੀ ਵੇਖ ਸਕਦੇ ਹੋ ਜਿਹੜੇ ਕਿ ਵੈਕਸੀਨ ਆਫਰ ਕਰ ਰਹੇ ਨੇ। 3 ਫੇਜ਼ਾਂ ਦੇ ਵਿੱਚ ਆਫਰ ਕੀਤੀ ਜਾਏਗੀ। ਪਹਿਲਾ ਕਿ ਕਮਿਊਨਿਟੀ ਹੈਲਥ ਸੈਂਟਰ ਦੇ ਵਿੱਚ ਆਫਰ ਕੀਤੀ ਜਾਏਗੀ ਬਰੈਂਪਟਨ ਦੇ ਵਿੱਚ, ਤੇ ਉਹ ਵੱਡੇ ਉਮਰ ਦੇ ਲੋਕਾਂ ਵਾਸਤੇ ਹੋਏਗੀ ਜਿਹੜੇ ਕਿ 80 ਸਾਲ ਦੇ ਉੱਤੇ ਨੇ, ਜਿਹੜੇ ਨਾਰਥ ਟੋਬੀਕੋਕ ਜਾਂ ਟੋਬੀਕੋਕ ਜਨਰਲ ਹਸਪੀਟਲ ਦੇ ਵਿੱਚ ਵੀ ਜਾ ਸਕਦੇ ਨੇ। ਜਿਹੜੇ ਹੈਲਥ ਵਰਕਰ ਨੇ ਉਹ ਬਰੈਂਪਟਨ ਜਨਰਲ ਦੇ ਵਾਸਤੇ ਵੀ ਅਪਾਇੰਟਮੈਂਟ ਲੈ ਸਕਦੇ ਨੇ। ਇਹ ਚੀਜ਼ਾਂ ਕੰਸੀਡਰ ਕੀਤੀਆਂ ਜਾ ਸਕਦੀਆਂ ਨੇ। ਤੇ ਮਿਸਿਸਾਗਾ ਟ੍ਰਿਲੀਅਮ ਹੈਲਥ ਪਾਰਟਨਰ ਜਿਹੜਾ ਉਹ ਹਸਪਤਾਲ ਦੇ ਵਿੱਚ ਵੀ ਮਿਸਿਸਾਗਾ ਹਸਪਤਾਲ ਦੇ ਵਿੱਚ ਜਾ ਕਰ ਜਾਂ ਯੂਨੀਵਰਸਿਟੀ ਆਫ ਟੋਰਾਂਟੋ ਦਾ ਕੈਂਪਸ ਮਿਸਿਸਾਗਾ ਦੇ ਵਿੱਚ ਜਿਹੜਾ ਹੈਗਾ ਉੱਥੇ ਵੀ ਜਾ ਸਕਦੇ ਨੇ। ਤੁਸੀਂ ਉਹਨਾਂ ਦੀ ਵੈਬਸਾਈਟ ਤੇ ਦੇਖ ਸਕਦੇ ਹੋ, ਉਹਨਾਂ ਦੀ ਅਪਾਇੰਟਮੈਂਟ ਲੈ ਸਕਦੇ ਹੋ। ਉੱਥੇ ਫ੍ਰੀ ਪਾਰਕਿੰਗ ਮਿਲ ਸਕਦੀ ਹੈ, ਪਾਰਕਿੰਗ ਬਾਰੇ ਵਿੱਚ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈਗੀ। ਤੇ ਉਹਨਾਂ ਦਾ ਫੋਨ ਨੰਬਰ ਵੀ ਹੈਗਾ ਇੰਟਰਨੈਟ ਦੇ ਉੱਤੇ। ਜੇ ਤੁਹਾਨੂੰ ਕੋਈ ਮੁਸ਼ਕਿਲ ਹੁੰਦੀ ਉਹਨਾਂ ਦੀ ਵੈਬਸਾਈਟ ਦੇ ਵਿੱਚ ਕੁਝ ਵੀ ਹਾਸਲ ਕਰਨ ਦੇ ਲਈ ਤੇ ਤੁਸੀਂ ਫੋਨ ਦੇ ਉੱਤੇ ਵੀ ਕੰਟੈਕਟ ਕਰ ਸਕਦੇ ਹੋ। ਬਹੁਤ ਅੱਛਾ ਲੱਗਿਆ। ਮੈਨੂੰ ਪਤਾ ਹੈ ਕਿ ਮੈਂ ਖੁਦ ਮੇਰੇ ਫਾਦਰ ਜਿਹੜੇ ਨੇ ਉਹ ਹਾਈ ਰਿਸਕ ਦੇ ਵਿੱਚ ਹੈਗੇ ਨੇ, ਤੇ ਅਸੀਂ ਇਹ ਦੇਖਣਾ ਚਾਹੁੰਦੇ ਹਾਂ ਕਿ ਮੇਰੀ ਉਂਗਲੀਆਂ ਰੈਡੀ ਨੇ ਕਿ ਕਿਸ ਵਕਤ ਮੈਂ ਅਪਾਇੰਟਮੈਂਟ ਸ਼ੁਰੂ ਹੋਣੀ ਹੈ ਤੇ ਮੈਂ ਉਹਨਾਂ ਦੇ ਵਾਸਤੇ ਲੈ ਸਕਦੀ ਹਾਂ। ਬਹੁਤ ਅੱਛੀ ਗੱਲ ਹੈ। ਹੁਣ ਅਨਮੋਲ ਨੂੰ ਵੈਲਕਮ ਕਰਾਂਗੇ। ਤੁਸੀਂ ਵੇਟ ਕੀਤਾ ਸਾਡੇ ਲਈ ਬਹੁਤ ਪੇਸ਼ੈਂਟਲੀ। ਐਂਬੈਸਡਰ ਹੈਗੇ ਨੇ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੇ ਨਾਲ, ਕਮਿਊਨਿਟੀ ਦੇ ਨਾਲ ਕੰਮ ਕਰ ਰਹੇ ਨੇ। ਔਰ ਸਾਡੇ ਕੋਲ ਕੁਝ ਕੁਐਸਚਨ ਹੈਗੇ ਸਨ ਕਮਿਊਨਿਟੀ ਦੀ ਤਰਫੋਂ ਜਿਹੜੇ ਅਨਮੋਲ ਆਪਣੇ ਆਪ ਨੂੰ ਇੰਟਰੋਡਿਊਸ ਕਰਾਉਣਗੇ, ਤੇ ਫਿਰ ਜਿਹੜਾ ਵੀ ਕੁਐਸਚਨ ਹੈਗਾ ਉਹ ਪੁੱਛਣਗੇ ਸਾਡੇ ਕੋਲੋਂ। ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਮੈਨੂੰ ਇਸ ਇਵੈਂਟ ਤੇ ਬੁਲਾਉਣ ਵਾਸਤੇ। ਬਹੁਤ ਖੁਸ਼ੀ ਹੈਗੀ ਹੈ ਮੈਨੂੰ ਕਿ ਮੈਂ ਇੱਥੇ ਹੈਗੀ ਹਾਂ। ਤੇ ਮੇਰਾ ਬੈਕਗਰਾਉਂਡ ਹੈਗਾ ਕਿ ਮੈਂ ਪਬਲਿਕ ਹੈਲਥ ਵਿੱਚ ਕੰਮ ਕਰਦੀ ਹਾਂ। ਨਾ ਮੇਰਾ ਅਨਮੋਲ ਹੈਗਾ, ਮੈਂ ਮਾਸਟਰ ਕੀਤਾ ਹੋਇਆ। ਮੈਂ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੇ ਨਾਲ ਕੰਮ ਕਰਦੀ ਹਾਂ ਕਮਿਊਨਿਟੀ ਐਂਬੈਸਡਰ ਦੇ ਤੌਰ ਤੇ। ਹਾਈ ਪ੍ਰਾਇੋਰਟੀ ਕਮਿਊਨਿਟੀ ਦੀ ਸਟ੍ਰੈਟਜੀ ਦੇ ਉੱਤੇ ਕੰਮ ਕਰਦੇ ਹਾਂ ਅਸੀਂ। ਇਸ ਤਰ੍ਹਾਂ ਦਾ ਕੰਮ ਜਿਹੜਾ ਅਸੀਂ ਦੇਖਦੇ ਹਾਂ ਡਿਫਰੈਂਟ ਓਨਟਾਰੀਓ ਦੇ ਹਿੱਸੇ ਦੇ ਵਿੱਚ, ਜਿਹੜਾ ਅਸੀਂ ਜ਼ਿਆਦਾ ਕੰਮ ਕਰਦੇ ਹਾਂ ਲੋਕਾਂ ਨੂੰ ਕਿਸ ਤਰ੍ਹਾਂ ਟੈਸਟ ਕਰ ਸਕਦੇ ਹਾਂ, ਜਿਨ੍ਹਾਂ ਨੂੰ ਐਕਸੈਸ ਹੈਗੀ ਹੈ ਕਿ ਨਹੀਂ ਹੈਗੀ, ਉਹਨਾਂ ਨੂੰ ਕੀ ਹੈਲਪ ਚਾਹੀਦੀ ਹੈ, ਗਰੋਸਰੀ ਡਿਲੀਵਰ
ਕਰਾ ਸਕਦੇ, ਉਹਨਾਂ ਨੂੰ ਖਾਣਾ ਚਾਹੀਦਾ ਹੈ, ਮੈਂਟਲ ਹੈਲਥ ਦੀ ਹੈਲਪ ਚਾਹੀਦੀ ਹੈ, ਕਿ ਹਸਪਤਾਲ ਜਾਣ ਦੀ ਲੋੜ ਹੈਗੀ ਹੈ, ਤੇ ਇਸ ਤਰ੍ਹਾਂ ਦੀ ਕੰਮ ਅਸੀਂ ਕਰਦੇ ਹਾਂ। ਕਮਿਊਨਿਟੀ ਆਊਟਰੀਚ ਦਾ ਵੀ ਅਸੀਂ ਬਹੁਤ ਜ਼ਿਆਦਾ ਕੰਮ ਕਰਦੇ ਹਾਂ। ਜੇ ਉਹਨਾਂ ਦਾ ਕੋਈ ਕੁਐਸਚਨ ਹੈਗਾ, ਕੋਈ ਤਸ਼ਵੀਸ਼ ਹੈਗਾ COVID-19 ਨੂੰ ਲੈ ਕੇ, ਉਹਨਾਂ ਦੇ ਸਵਾਲ ਦਿੰਦੇ ਆ, ਉਹਨਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਆ। ਟੈਸਟਿੰਗ ਦੇ ਬਾਰੇ ਵਿੱਚ ਤੇ ਵੈਕਸੀਨ ਦੇ ਬਾਰੇ ਵਿੱਚ ਵੀ ਉਹਨਾਂ ਦੇ ਕੁਐਸਚਨਸ ਦੇ ਆਨਸਰ ਕੀਤੇ ਜਾਂਦੇ ਨੇ। ਇੱਕ ਕੁਐਸਚਨ ਪੁੱਛਿਆ ਗਿਆ ਸੀ ਕਿ COVID-19 ਦੀ ਵੈਕਸੀਨੇਸ਼ਨ ਜਿਹੜੀ ਹੈਗੀ ਹੈ ਫਲੂ ਸ਼ਾਟ ਤੋਂ ਕਿਸ ਤਰ੍ਹਾਂ ਡਿਫਰੈਂਟ ਹੈਗੀ ਹੈ। So I think the flu shot that so people say if I get the vaccine, ਲੋਕੀ ਕਹਿੰਦੇ ਨੇ ਕਿ ਜੇ ਮੈਨੂੰ ਵੈਕਸੀਨ ਮਿਲ ਗਈ ਹੈਗੀ ਹੈ ਤੇ ਫਿਰ ਮੈਨੂੰ COVID-19 ਦੇ ਖਿਲਾਫ ਮੈਂ ਪ੍ਰੋਟੈਕਟਡ ਹੈਗਾ, ਤੇ ਇਹ ਮੈਨੂੰ ਫਲੂ ਤੋਂ ਵੀ, ਜੇ ਮੈਨੂੰ ਫਲੂ ਵੈਕਸੀਨ ਮਿਲ ਗਈ ਹੈ ਤੇ ਮੈਨੂੰ ਫਲੂ ਨਹੀਂ ਹੋਏਗਾ। ਇਹ ਦੋਨੋਂ ਬਹੁਤ ਜ਼ਿਆਦਾ ਡਿਫਰੈਂਟ ਵਾਇਰਸਿਸ ਹੈਗੇ ਨੇ। ਜਿਹੜਾ ਇਨਫਲੂਐਂਸ ਹੁੰਦਾ ਵਾਇਰਸ ਦਾ, ਉਸ ਦੀ ਵਜ੍ਹਾ ਤੋਂ ਅਸੀਂ ਦੇਖਦੇ ਹਾਂ ਕਿ ਫਲੂ ਕਿਸ ਵਜ੍ਹਾ ਤੋਂ ਹੁੰਦਾ। ਹਰ ਸਾਲ ਡਿਫਰੈਂਟ ਸਟ੍ਰੇਨ ਜਿਹੜੇ ਨੇ ਇਨਫਲੂਐਂਜ਼ਾ ਵਾਇਰਸ ਦੇ, ਹਰ ਸੀਜ਼ਨ ਦੇ ਵਿੱਚ ਫਲੂ ਦੇਖੇ ਜਾਂਦੇ ਨੇ, ਤੇ ਹਰ ਸਾਲ ਅਸੀਂ ਵੇਖਿਆ ਡਿਵੈਲਪ ਅਸੀਂ ਕਰਦੇ ਹਾਂ, ਤੇ ਸਾਨੂੰ ਫਲੂ ਵੈਕਸੀਨ ਦਿੱਤੀ ਜਾਂਦੀ ਹੈ ਕਿ ਅਸੀਂ ਡਿਵੈਲਪ ਕਰਦੇ ਹਾਂ ਜਿਹੜਾ ਕਿ ਵਾਇਰਸ ਸਰਕੂਲੇਟ ਹੋ ਰਿਹਾ ਹੁੰਦਾ ਉਸ ਸਾਲ ਦੇ ਵਿੱਚ। COVID-19 ਦੀ ਜਿਹੜੀ ਵੈਕਸੀਨ ਹੈਗੀ ਹੈ ਉਹ ਡਿਵੈਲਪ ਕੀਤੀ ਗਈ ਹੈ ਵਾਇਰਸ ਦੇ ਖਿਲਾਫ, ਕੋਰੋਨਾ ਵਾਇਰਸ ਦੇ ਖਿਲਾਫ, ਜਿਹੜਾ ਕਿ COVID-19 ਵਾਇਰਸ ਕ੍ਰੀਏਟ ਕਰਦਾ ਹੈ। ਤੇ ਇਸ ਦੀ ਬੁਨਿਆਦੀ ਗੱਲ ਇਹ ਹੈਗੀ ਹੈ ਕਿ ਅਸੀਂ ਇਸ ਵੇਲੇ ਦੋ ਡਿਫਰੈਂਟ ਤਰ੍ਹਾਂ ਦੇ ਵਾਇਰਸ ਦੇ ਬਾਰੇ ਵਿੱਚ ਗੱਲ ਕਰ ਰਹੇ ਹਾਂ। ਬਹੁਤ ਇਸ ਤਰ੍ਹਾਂ ਦੇ ਏਜੰਟ ਹੈਗੇ ਨੇ ਜਿਹੜੇ ਕਿ ਕੁਝ ਲੋਕੀ ਨੇ ਉਹ ਰਿਸਕ ਦੇ ਵਿੱਚ ਹੈਗੇ ਨੇ, ਤੇ ਜਿਨ੍ਹਾਂ ਨੂੰ ਪ੍ਰੋਟੈਕਟਡ ਨਹੀਂ ਹੈਗੇ, ਉਹਨਾਂ ਨੂੰ ਪ੍ਰੋਟੈਕਟ ਕਰਨ ਦੀ ਲੋੜ ਹੈਗੀ ਹੈ। ਉਹਨਾਂ ਨੂੰ, ਕਿਸੇ ਨੂੰ ਸ਼ਿੰਗਲਸ ਦੀ ਬਿਮਾਰੀ ਹੈਗੀ ਹੈ, ਕਿਸੇ ਨੂੰ ਇਨਫਲੂਐਂਜ਼ਾ ਹੈਗਾ, ਤੇ ਫਿਰ ਅਸੀਂ ਕੋਰੋਨਾ ਵਾਇਰਸ ਦੇ ਬਾਰੇ ਵਿੱਚ ਗੱਲ ਕਰਦੇ ਹਾਂ। ਤੇ ਉਹ ਵਾਇਰਸ ਕਿਹੜਾ ਹੈਗਾ ਜਿਹੜਾ ਇਹ ਕਾਜ਼ ਕਰਦਾ ਹੈ COVID-19, ਤੇ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਕਿ ਜਦੋਂ ਤੁਸੀਂ COVID-19 ਵੈਕਸੀਨੇਸ਼ਨ ਨੂੰ ਲੈਣ ਦੇ ਬਾਰੇ ਵੀ ਸੋਚਦੇ ਹੋ, ਤੇ ਤੁਸੀਂ ਆਪਣੇ ਪ੍ਰਾਇਮਰੀ ਕੇਅਰ ਪ੍ਰੋਵਾਈਡਰ ਦੇ ਨਾਲ ਗੱਲ ਕਰੋ, ਤੇ ਤੁਸੀਂ ਕਹਿ ਸਕਦੇ ਹੋ ਕਿ ਮੈਂ ਬਹੁਤ ਜ਼ਿਆਦਾ ਵੈਕਸੀਨੇਸ਼ਨ ਕਰਾਈ ਹੋਈ ਹੈ, ਕਿ ਅਸੀਂ ਚਾਹੁੰਦੇ ਹਾਂ ਕਿ ਬੁੱਢੇ ਲੋਕਾਂ ਨੂੰ ਕਿਸ ਵਾਸਤੇ ਅਸੀਂ ਨਮੂਨੀਆ ਦੇ ਖਿਲਾਫ, ਤੇ ਫਲੂ ਦੇ ਖਿਲਾਫ, ਟੈਟਨਸ ਦੇ ਖਿਲਾਫ ਅਸੀਂ ਵੈਕਸੀਨੇਸ਼ਨ ਕਰਾਉਣਾ ਚਾਹੁੰਦੇ ਹਾਂ, ਤੇ ਸ਼ਿੰਗਲਸ ਮਿਸਾਲ ਦੇ ਤੌਰ ਤੇ। ਸਾਡੇ ਅਡਲਟ ਜਿਹੜੇ ਨੇ ਉਹ ਫੁਲੀ ਵੈਕਸੀਨੇਟਡ ਨਹੀਂ ਹੁੰਦੇ, ਲੇਕਿਨ ਜਿਹੜੇ ਸਾਡੇ ਐਲਡਰਲੀ ਲੋਕੀ ਨੇ ਉਹ COVID-19 ਦੇ ਨਾਲ ਵੈਕਸੀਨੇਸ਼ਨ ਹੋਣਾ ਚਾਹੁੰਦੇ ਨੇ। ਤੁਹਾਨੂੰ ਇਹ ਵੈਕਸੀਨੇਸ਼ਨ ਲੈਣੀ ਚਾਹੀਦੀ ਹੈ, ਕਿਉਂਕਿ ਆਪਣੀ ਲਾਈਫ ਦੇ ਵਿੱਚ ਹੋ ਸਕਦਾ ਹੈ ਕਿ ਤੁਹਾਨੂੰ ਲਾਈਫ ਦੇ ਵਿੱਚ, ਤਾਂ ਕਿ ਤੁਸੀਂ ਕੋਈ ਵੈਕਸੀਨੇਸ਼ਨ ਮਿਸ ਨਾ ਕਰੋ। ਮੇਰਾ ਖਿਆਲ ਹੈ ਕਿ ਮੈਂ ਤੁਹਾਡੇ ਕੁਐਸਚਨ ਦਾ ਆਨਸਰ ਦੇ ਦਿੱਤਾ ਹੈ। ਮੇਰਾ ਖਿਆਲ ਹੈ ਕਿ ਦੋ ਡਿਫਰੈਂਟ ਤਰ੍ਹਾਂ ਦੀ ਵੈਕਸੀਨੇਸ਼ਨ ਹੈਗੀਆਂ ਨੇ, ਕਿ ਵੈਕਸੀਨੇਸ਼ਨ ਜਨਰਲ ਦੇ ਬਾਰੇ ਵਿੱਚ ਦੱਸਿਆ ਤੁਸੀਂ ਸਾਨੂੰ, ਔਰ ਇਹ ਵੀ ਦੱਸਿਆ ਤੁਸੀਂ ਕਿ ਇਹ ਰਿਮਾਈਂਡਰ ਸਾਨੂੰ ਲੋਕਾਂ ਨੂੰ ਦੇਣਾ ਚਾਹੀਦਾ ਵੈਕਸੀਨੇਸ਼ਨ ਦੇ ਬਾਰੇ ਵਿੱਚ। ਇੱਕ ਹੋਰ ਕੁਐਸਚਨ ਸਾਡੇ ਕੋਲ ਹੈਗਾ ਕਿ ਅਸੀਂ ਲੋਕਾਂ ਨੂੰ ਸੁਣਦੇ ਹਾਂ ਕਿ ਕੁਝ ਲੋਕੀ ਨੂੰ ਵੈਕਸੀਨੇਸ਼ਨ ਲੈਣ ਤੋਂ ਬਾਅਦ ਵੀ ਕੋਵਿਡ ਹੋ ਜਾਂਦਾ ਹੈ। ਇਸ ਤਰ੍ਹਾਂ ਕਿਉਂ ਹੁੰਦਾ ਹੈ? ਵੈਕਸੀਨ ਲੈਣ ਦੇ ਬਾਅਦ ਵੀ ਤੁਹਾਨੂੰ ਕੋਵਿਡ ਹੋ ਜਾਂਦਾ ਹੈ, ਐਸਾ ਕਿਉਂ ਹੁੰਦਾ ਹੈ? ਤੇ ਸਾਨੂੰ ਫਿਰ ਵੈਕਸੀਨ ਕਿਉਂ ਲੈਣੀ ਚਾਹੀਦੀ ਹੈ ਕਿ ਫਿਰ ਵੀ ਤੁਹਾਨੂੰ ਕੋਵਿਡ ਹੋ ਜਾਂਦਾ ਹੈ ਤੇ ਵੈਕਸੀਨੇਸ਼ਨ ਤੋਂ ਬਾਅਦ ਵੀ? ਹੁਣ ਡਾਕਟਰ ਆਰੀਆ ਕਰਨੇ ਕਿ ਮੈਂ ਇਸ ਦਾ ਜਵਾਬ ਦਿੰਦਾ, ਜਿਹੜਾ ਕਿ ਅਸੀਂ ਪਹਿਲਾਂ ਵੀ ਡਿਸਕਸ ਕੀਤਾ ਸੀ ਕਿ ਵੈਕਸੀਨ ਅਫੈਕਟ ਕਰਦੀ ਹੈ ਤੇ ਤੁਹਾਡੇ ਚਾਂਸਸ ਘੱਟ ਹੋ ਜਾਂਦੇ ਨੇ COVID-19 ਦੇ, ਲੇਕਿਨ ਹੁਣ ਸਾਨੂੰ ਜ਼ਿਆਦਾ ਡਾਟਾ ਮਿਲ ਰਿਹਾ ਕਿ COVID-19 ਸਪਰੈਡ ਨਹੀਂ ਹੁੰਦਾ, ਤੇ ਜਿਹੜਾ ਆਊਟਕਮ ਸਾਨੂੰ ਮਿਲ ਰਹੀ ਹੈ ਉਹ ਮੈਟਰ ਕਰਦੀ ਹੈ ਕਿ ਹਸਪੀਟਲ ਦੇ ਵਿੱਚ ਜਾਣ ਦੀ ਲੋੜ ਘੱਟ ਹੋ ਜਾਂਦੀ ਜੇ ਤੁਸੀਂ ਵੈਕਸੀਨੇਸ਼ਨ ਕਰਾ ਲਓ। ਜੇ ਤੁਹਾਨੂੰ ਕੋਵਿਡ ਹੋ ਜਾਂਦਾ ਹੈ ਤੇ ਫਿਰ ਤੁਹਾਨੂੰ ਬਹੁਤ ਜ਼ਿਆਦਾ ਸਵੀਅਰ ਮਸਲੇ ਵੀ ਹੋ ਸਕਦੇ ਨੇ, ਤੁਹਾਨੂੰ ਹਸਪੀਟਲ ਜਾਣਾ ਪੈਂਦਾ ਹੈ। ਤੇ ਅਸੀਂ ਡਾਟਾ ਤੋਂ ਇਹ ਵੇਖਿਆ ਕਿ ਕੋਈ ਵੀ ਵੈਕਸੀਨ ਹੋਏ, ਚਾਹੇ ਉਹ ਫਾਈਜ਼ਰ ਹੋਏ, ਮੋਡਰਨਾ ਹੋਏ, ਜੌਨਸਨ ਹੋਏ, ਜੇ ਸਾਰਿਆਂ ਤੋਂ ਸਾਨੂੰ ਪਤਾ ਚੱਲਿਆ ਕਿ ਉਹ ਇਸ ਵੇਲੇ ਕੰਮ ਕਰ ਰਹੀਆਂ ਨੇ, ਤੇ ਸਾਰੀ ਜਿਹੜੀ ਵੀ ਵੈਕਸੀਨ ਹੈਗੀਆਂ ਨੇ ਉਹ ਸਾਰੀਆਂ ਠੀਕ ਨੇ। ਫਾਈਜ਼ਰ ਤੇ ਮੋਡਰਨਾ ਜਿਹੜੀ ਹੈ ਤੇ ਉਹ ਵੱਡੇ ਅਡਲਟਸ ਨੂੰ ਦਿੱਤੀ ਜਾ ਸਕਦੀ ਹੈ। ਜੇ ਮੌਤ ਦਾ ਜਿਹੜਾ ਰਿਸਕ ਹੈਗਾ ਉਹ ਤਕਰੀਬਨ ਬਹੁਤ ਘੱਟ ਹੋ ਜਾਂਦਾ ਹੈ ਵੈਕਸੀਨੇਸ਼ਨ ਦੇ ਬਾਅਦ। ਤੇ ਇਹੀ ਆਊਟਕਮ ਹੈਗੀ ਜਿਸ ਦੀ ਅਸੀਂ ਸਾਡੇ ਕੇਅਰ ਕਰਦੇ ਹਾਂ। ਅਸੀਂ ਇਹ ਨਹੀਂ ਚਾਹੁੰਦੇ ਕਿ ਲੋਕੀ COVID-19 ਦੀ ਵਜ੍ਹਾ ਤੋਂ ਮਰਨ। ਮੈਂ ਵੀ ਕਮੈਂਟ ਕਰਨਾ ਚਾਹਾਂਗਾ ਕਿ ਡਾਕਟਰ ਆਰਿਆ ਤੇ ਮੈਂ ਤੇ ਸਬੀਨਾ, ਅਸੀਂ ਜਿਹੜਾ ਇੱਕ ਚੀਜ਼ ਚਾਰਟ ਦੇ ਉੱਤੇ ਦੇਖਣਾ ਚਾਹੁੰਦੇ ਹਾਂ ਕਿ ਕਿੰਨੇ 10,000 ਲੋਕੀ ਜਿਹੜੇ ਨੇ ਉਹ ਉਸ ਦੇ ਉੱਤੇ ਟ੍ਰਾਇਲ ਦੇ ਉੱਤੇ ਵੈਕਸੀਨੇਸ਼ਨ ਦੇ ਵਿੱਚ ਹਿੱਸਾ ਲਿਆ ਸੀ।
ਸਾਰੀ ਜਿਹੜੀ ਵੈਕਸੀਨੇਸ਼ਨਸ ਨੇ ਉਹ ਸਾਰੇ ਇਫੈਕਟਿਵ ਨੇ ਤੇ ਇੱਕ ਬੰਦੇ ਨੂੰ ਵੀ ਜਿਹੜੇ ਟ੍ਰਾਇਲ ਦੇ ਵਿੱਚ ਆਏ ਸਨ ਕਿਸੇ ਨੂੰ ਵੀ ਡੈਥ ਨਹੀਂ ਹੋਈ ਤੇ ਨਾ ਹੀ ਉਹ ਹਸਪਤਾਲ ਦੇ ਵਿੱਚ ਆਏ ਨੇ। ਤੇ ਇਸ ਲਈ ਤੁਹਾਨੂੰ ਇਹ ਪਤਾ ਚੱਲ ਸਕਦਾ ਕਿ ਵੈਕਸੀਨੇਸ਼ਨ ਤੋਂ ਬਾਅਦ ਅਸੀਂ ਕਿਸ ਤਰ੍ਹਾਂ ਇੱਕ ਦੂਜੇ ਨੂੰ ਪ੍ਰੋਟੈਕਟ ਕਰ ਸਕਦੇ ਹਾਂ। ਤੇ ਇਹ ਸਾਨੂੰ ਪਤਾ ਹੈ ਕਿ ਕਦੇ ਕਦਾਰ ਇਹ ਵੈਕਸੀਨੇਸ਼ਨ ਜਿਹੜੀਆਂ ਨੇ ਉਹ ਉਨੀ ਜ਼ਿਆਦਾ ਤੁਹਾਨੂੰ ਹਿਫਾਜ਼ਤ ਨਹੀਂ ਕਰਦੀ ਜਿੰਨੀ ਜ਼ਿਆਦਾ ਕਰਨੀ ਚਾਹੀਦੀ ਹੈ। ਕੁਝ ਦਫਾ ਲੋਕਾਂ ਨੂੰ ਵੈਕਸੀਨੇਸ਼ਨ ਤੋਂ ਬਾਅਦ ਵੀ ਇਨਫੈਕਸ਼ਨ ਹੋ ਜਾਂਦਾ ਹੈ, ਲੇਕਿਨ ਉਸਦੇ ਵੇਰੀਐਂਟ ਹੁੰਦੇ ਨੇ, ਡਿਫਰੈਂਟ ਤਰ੍ਹਾਂ ਦਾ ਇੱਕ ਹੀ ਵਾਇਰਸ ਹੁੰਦਾ ਹੈ ਤੇ ਉਹ ਜੇ ਤੁਹਾਨੂੰ ਹੁੰਦਾ ਫਿਰ ਵੀ ਬਿਮਾਰੀ ਤੇ ਉਹ ਬਹੁਤ ਘੱਟ ਹੁੰਦਾ ਹੈ, ਬਹੁਤ ਮਾਈਲਡ ਹੁੰਦਾ ਹੈ। ਜੇ ਲੋਕੀ ਉਹ ਕਹਿੰਦੇ ਨੇ ਕਿ ਅਸੀਂ ਲੋਕਾਂ ਨੂੰ ਥੋੜਾ ਬਹੁਤ ਇਫੈਕਟ ਕਰੇਗਾ, ਜ਼ਿਆਦਾ ਉਹਨਾਂ ਨੂੰ ਬਿਮਾਰੀ ਨਹੀਂ ਹੋਏਗੀ ਕੋਵਿਡ ਦੀ ਜੇ ਹੁੰਦੀ ਵੀ ਹੈ ਤੇ ਅਸੀਂ ਦੇ ਬਾਰੇ ਵਿੱਚ ਅਸੀਂ ਗੱਲ ਕਰ ਰਹੇ ਹਾਂ। ਇੱਕ ਹੋਰ ਗੱਲ ਅਸੀਂ ਇਹ ਕਹਿ ਸਕਦੇ ਹਾਂ ਕਿ 95% ਉਸ ਦੇ ਵਿੱਚ 95% ਐਫੀਕੇਸੀ ਹੈਗੀ ਹੈ। ਉਹ 95 ਲੋਕਾਂ ਦੇ ਉੱਤੇ ਉਸਨੇ ਕੰਮ ਕੀਤਾ ਲੇਕਿਨ 5 ਲੋਕਾਂ ਦੇ ਉੱਤੇ ਕੰਮ ਨਹੀਂ ਕੀਤਾ ਤੇ ਹਰ ਇੱਕ ਨੂੰ ਓਵਰਆਲ ਹਰ ਬੰਦੇ ਨੂੰ ਉਸਦੇ ਉੱਤੇ ਹਰ ਇੱਕ ਨੂੰ ਕੁਛ ਨਾ ਕੁਛ ਡਿਗਰੀ ਦੇ ਉੱਤੇ ਉਸ ਨੇ ਕੰਮ ਕੀਤਾ ਹੈ। ਹੋ ਸਕਦਾ ਹੈ ਉਹ ਇਨਫੈਕਸ਼ਨ ਨਾ ਹੋਏ ਉਹਨਾਂ ਨੂੰ, ਜੇ ਉਹਨਾਂ ਨੂੰ ਹੋਏਗਾ ਵੀ ਤੇ ਅਸੀਂ ਉਹਨਾਂ ਨੂੰ ਇਹ ਨਹੀਂ ਦੇਖਾਂਗੇ ਕਿ ਉਹ ਬਹੁਤ ਜ਼ਿਆਦਾ ਬਿਮਾਰੀ ਹੋਈ ਹੈ, ਬਹੁਤ ਜ਼ਿਆਦਾ ਸੀਵੀਅਰ COVID-19 ਹੋਇਆ ਜਾਂ ਉਹਨਾਂ ਨੂੰ ਹਸਪਤਾਲ ਜਾਣ ਦੀ ਲੋੜ ਪਏ ਜਾਂ ਉਹਨਾਂ ਦੀ ਵਫਾਤ ਹੋਈ COVID-19 ਤੋਂ। ਇੱਕ ਹੋਰ ਚੀਜ਼ ਮੇਰੇ ਡਾਕਟਰ ਆਰਿਆ ਐਡ ਕਰਨਾ ਚਾਹਾਂਗੇ ਇੱਥੇ ਕਿ ਡਾਕਟਰ ਇਹਨਾਂ ਨੇ ਮੈਂਸ਼ਨ ਕਰ ਦਿੱਤਾ ਲੇਕਿਨ ਮੇਰਾ ਖਿਆਲ ਹੈ ਕਿ ਇੰਪੋਰਟੈਂਟ ਹੈਗਾ ਇੱਥੇ ਮੈਂਸ਼ਨ ਕਰਨਾ ਕਿ ਵੈਕਸੀਨ ਦੇ ਬਾਰੇ ਵਿੱਚ ਗੱਲ ਅਸੀਂ ਕਰ ਰਹੇ ਹਾਂ। ਜਿਹੜਾ ਕਿ ਪਹਿਲਾ ਕੁਐਸਚਨ ਜਿਹੜਾ ਵੀ ਪੁੱਛਿਆ ਜਾਂਦਾ ਹੈ ਜਦੋਂ ਮੈਂ ਆਪਣੇ ਪੇਸ਼ੈਂਟ ਦੇ ਨਾਲ ਗੱਲ ਕਰਦਾ ਤੇ ਰੋਜ਼ ਮੇਰੇ ਕੋਲ ਇਹ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਕੀ ਰਿਸਕ ਹੈਗਾ ਜੇ ਵੈਕਸੀਨ ਨਾ ਲਿੱਤੀ ਜਾਏ, ਜੇ ਕੀ ਰਿਸਕ ਹੈਗਾ ਜੇ ਤੁਸੀਂ ਵੈਕਸੀਨ ਨਹੀਂ ਲੈਂਦੇ ਤਾਂ ਉਸਦਾ ਮਤਲਬ ਇਹ ਹੈਗਾ ਕਿ ਤੁਹਾਨੂੰ ਹਸਪਤਾਲ ਆਉਣਾ ਪੈ ਸਕਦਾ ਹੈ, ਤੁਹਾਡੀ ਵਫਾਤ ਹੋ ਸਕਦੀ ਹੈ ਤੇ ਜੇ ਕਿਹੜੇ ਲੋਕ ਮਰ ਸਕਦੇ ਨੇ ਤੇ ਉਸ ਦੇ ਵਿੱਚ ਉਹੀ ਲੋਕੀ ਨੇ ਜਿਹਨਾਂ ਦੀ ਉਮਰ ਜ਼ਿਆਦਾ ਹੈਗੀ ਹੈ, ਜਿਹੜੇ ਬਜ਼ੁਰਗ ਨੇ। ਤੇ ਮੇਰੀ ਪ੍ਰੈਕਟਿਸ ਦੇ ਹਿਸਾਬ ਨਾਲ ਮੈਂ ਗੱਲ ਕਹਿ ਸਕਦਾ ਕੁਝ ਲੋਕੀ ਜਿਹੜੇ ਕਿ ਬਾਅਦ ਵਿੱਚ ਬਹੁਤ ਜ਼ਿਆਦਾ ਬਿਮਾਰ ਹੋ ਜਾਂਦੇ ਨੇ, ਉਹ ਹੋ ਸਕਦਾ ਹੈ ਕਿ ਉਹਨਾਂ ਨੂੰ ਡਿਪੈਂਡੈਂਟ ਹੋਣਾ ਪਵੇ ਦੂਜੇ ਲੋਕਾਂ ਦੇ ਉੱਤੇ, ਆਕਸੀਜਨ ਦਾ ਮਸਲਾ ਹੋ ਜਾਂਦਾ ਹੈ, ਬੈੱਡ ਦੇ ਉੱਤੇ ਉਹ ਹੋ ਜਾਂਦੇ ਨੇ। ਇਹ ਮੈਂ ਵੇਖਿਆ ਕਿ ਕੁਝ ਹਫ਼ਤਿਆਂ ਦੇ ਵਿੱਚ ਹੀ ਉਹਨਾਂ ਦੀ ਹਾਲਤ ਖਰਾਬ ਹੋ ਜਾਂਦੀ ਹੈ। ਇੱਕ ਹੋਰ ਚੀਜ਼ ਡਾਕਟਰ ਸਿਨਹਾ ਦੱਸਣਾ ਚਾਹੁੰਦੇ ਨੇ ਕਿ ਕਈ ਦਫਾ ਇਸ ਤਰ੍ਹਾਂ ਹੁੰਦਾ ਹੈ ਕਿ ਕੀ ਰਿਸਕ ਹੈਗਾ ਕਿ ਵੈਕਸੀਨੇਸ਼ਨ ਨਾ ਲਈ ਜਾਏ। ਇਹ ਹੈਲਦੀ ਹੈਗਾ ਕਿ ਨੈਚੁਰਲ ਇਨਫੈਕਸ਼ਨ ਸਾਨੂੰ ਲੈਣਾ ਚਾਹੀਦਾ ਹੈ। ਜੇ ਮੈਂ ਆਪਣੇ ਗ੍ਰੈਂਡਸਨ ਨੂੰ ਵੇਖਾਂ ਉਸਨੂੰ ਕੋਵਿਡ ਨਹੀਂ ਹੁੰਦਾ, ਥੋੜੀ ਬਹੁਤ ਉਸਨੂੰ ਖਾਂਸੀ ਹੁੰਦੀ ਹੈ ਤੇ ਮੈਂ ਬਹੁਤ ਹੈਲਦੀ ਹਾਂ ਤੇ ਮੈਂ 80 ਇਅਰਸ 올ਡ ਦੇ ਨਾਲ ਕੰਪੇਅਰ ਕਰਾਂ ਤੇ ਫਿਰ ਮੇਰਾ ਕੋਈ ਹਾਈ ਬਲੱਡ ਪ੍ਰੈਸ਼ਰ, ਹਾਈਪਰਟੈਂਸ਼ਨ ਵਗੈਰਾ ਨਹੀਂ ਹੈਗੀ ਮੈਨੂੰ ਤੇ ਮੈਂ ਠੀਕ ਰਵਾਂਗਾ। ਲੇਕਿਨ ਜੇ ਤੁਸੀਂ ਬੁੱਢੇ ਲੋਕਾਂ ਨੂੰ ਵੇਖੋ ਜਿਨ੍ਹਾਂ ਨੂੰ COVID-19 ਹੋ ਸਕਦਾ ਤੇ ਉਹਨਾਂ ਨੂੰ ਜਿਹੜਾ ਕਿ ਬਿਮਾਰੀ ਬਹੁਤ ਸੀਰੀਅਸ ਹੋ ਸਕਦੀ ਹੈ ਕਿ ਉਹ ਮਰ ਵੀ ਸਕਦੇ ਨੇ। ਇੱਕ ਜਿਹੜਾ ਜਵਾਨ ਬੰਦਾ ਹੈਗਾ ਤੇ ਹੈਲਦੀ ਹੈਗਾ ਡਾਕਟਰ ਆਰਿਆ ਦੀ ਤਰ੍ਹਾਂ ਜਾਂ ਮੇਰੀ ਤਰ੍ਹਾਂ, ਅਸੀਂ ਮੇਰੀ ਏਜ ਦੇ ਲੋਕੀ ਜਿਹੜੇ ਨੇ ਉਹ 1% ਤੋਂ ਵੀ ਘੱਟ ਹੈਗੇ ਨੇ। ਜੇ ਤੁਸੀਂ 90 ਦੀ ਏਜ ਦੇ ਲੋਕੀ ਦੇਖੋ ਤਾਂ ਉਹ 25% ਹੋ ਸਕਦੇ ਨੇ ਤੇ ਇਸ ਤਰ੍ਹਾਂ ਤੁਹਾਨੂੰ ਰਿਸਕ ਪਤਾ ਚੱਲ ਸਕਦਾ ਹੈ ਕਿ ਉਮਰ ਦੇ ਨਾਲ ਕਿੰਨਾ ਰਿਸਕ ਵੱਧ ਜਾਂਦਾ ਹੈ। ਇੱਕ ਨੈਚੁਰਲ ਇਨਫੈਕਸ਼ਨ ਦਾ ਵੀ ਆਈਡੀਆ ਹੈਗਾ। ਜੇ ਮੈਨੂੰ COVID-19 ਹੋ ਗਿਆ ਸੀ ਤੇ ਮੈਨੂੰ ਵੈਕਸੀਨ ਲੈਣ ਦੀ ਲੋੜ ਹੈਗੀ ਹੈ। ਡਾਕਟਰ ਆਰਿਆ ਨੇ ਦੱਸਿਆ ਸੀ ਕਿ ਸਾਨੂੰ ਨਹੀਂ ਪਤਾ ਕਿ ਕਿੰਨੇ ਤੁਸੀਂ ਪ੍ਰੋਟੈਕਟਡ ਹੈਗੇ ਹੋ, ਜਿੱਥੇ ਤੁਸੀਂ ਕਿੰਨੀ ਤੁਹਾਡੀ ਇਮਿਊਨਿਟੀ ਹੈਗੀ ਹੈ, ਤੁਹਾਡੀ ਬਾਡੀ ਕਿੰਨੀ ਸਟਰੋਂਗਲੀ ਰਿਸਪੌਂਡ ਕਰਦੀ ਹੈ। ਲੇਕਿਨ ਜਦੋਂ ਤੁਸੀਂ ਇਮਿਊਨਾਈਜੇਸ਼ਨ ਕਰਾ ਲੈਂਦੇ ਹੋ ਤੇ ਉਹ ਕੰਸਿਸਟੈਂਟ ਹੁੰਦੀ ਹੈ ਤੇ ਤੁਹਾਡਾ ਰਿਸਪੌਂਸ ਵੀ ਜ਼ਿਆਦਾ ਹੁੰਦਾ ਹੈ ਵੈਕਸੀਨੇਸ਼ਨ ਨੂੰ, ਤੇ ਉਹ ਜ਼ਿਆਦਾ ਸੇਫ ਤਰੀਕਾ ਹੈਗਾ ਕਿ ਉਸ ਇਮਿਊਨਿਟੀ ਨੂੰ ਬਿਲਡ ਕਰਨ ਦਾ। ਤੇ ਫਿਰ ਇਨਫੈਕਸ਼ਨ ਨੂੰ ਲੈ ਕੇ ਤੁਸੀਂ ਟਰਾਇਲ ਕਰ ਸਕਦੇ ਹੋ ਤੇ ਦੇਖੋ ਕਿ ਫਿਰ ਕੀ ਹੁੰਦਾ। ਕੁਝ ਲੋਕੀ ਕਹਿੰਦੇ ਨੇ ਕਿ ਹੋ ਸਕਦਾ ਹੈ ਕਿ ਬੈਟਰ ਹੋਏ ਕਿ ਤੁਸੀਂ ਕੁਝ ਨਾ ਕਰੋ, ਜਾਂ ਮੈਨੂੰ ਕੁਝ ਇਨਫੈਕਸ਼ਨ ਹੁੰਦਾ ਤੇ ਮੈਂ ਦੇਖਣਾ ਚਾਹੁੰਦਾ ਕਿ ਕੀ ਹੁੰਦਾ ਮੇਰੇ ਨਾਲ, ਜਾਂ ਮੇਰੇ ਬੱਚਿਆਂ ਨੂੰ ਇਨਫੈਕਸ਼ਨ ਹੁੰਦਾ ਤੇ ਉਹਨਾਂ ਦੇ ਨਾਲ ਕੀ ਹੁੰਦਾ। ਅੱਛੀ ਗੱਲ ਹੈਗੀ ਹੈ ਕਿ ਤੁਸੀਂ ਵੈਕਸੀਨ ਕਰਾ ਲਓ ਤਾਂ ਕਿ ਤੁਹਾਨੂੰ ਪਤਾ ਹੋਏ ਕਿ ਤੁਹਾਡਾ ਕੋਲ ਇੱਕ ਪਲਾਨ ਹੈਗਾ ਤਾਂ ਕਿ ਤੁਸੀਂ ਸੇਫ ਰਹੋ। ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਸਾਨੂੰ ਦੱਸਿਆ ਜਿਸ ਦੀ ਵਜ੍ਹਾ ਤੋਂ ਇਨਫੈਕਸ਼ਨ ਦਾ ਰਿਸਕ ਜਿਹੜਾ ਹੈਗਾ ਘੱਟ ਹੋ ਜਾਂਦਾ ਤੇ ਅਸੀਂ ਲੋਕਾਂ ਦੇ ਨਾਲ ਜਦੋਂ ਗੱਲ ਕਰਾਂਗੇ ਤੇ ਇਸ ਬਾਰੇ ਵਿੱਚ ਲੋਕਾਂ ਨੂੰ ਦੱਸਾਂਗੇ। ਇੱਕ ਮੇਰਾ ਆਖਰੀ ਕੁਐਸਚਨ ਜਿਹੜਾ ਹੈਗਾ, ਜਿਸ ਤਰ੍ਹਾਂ ਲੋਕਾਂ ਨੂੰ ਵੈਕਸੀਨੇਸ਼ਨ ਕੀਤੀ ਜਾਂਦੀ ਹੈ
ਕੀ ਹੋ ਸਕਦਾ ਹੈ ਜਦੋਂ ਲੋਕਾਂ ਨੂੰ ਵੈਕਸੀਨੇਸ਼ਨ ਕੀਤੀ ਜਾਂਦੀ ਹੈ, ਜਦੋਂ ਅਸੀਂ ਕਿਸ ਤਰ੍ਹਾਂ ਲੋਕਾਂ ਦੇ ਨਾਲ ਮਿਲ ਸਕਦੇ ਹਾਂ, ਫਰੈਂਡਸ ਦੇ ਨਾਲ, ਫੈਮਿਲੀ ਦੇ ਨਾਲ, ਤੇ ਸਾਨੂੰ ਜਿਹੜਾ ਪ੍ਰੋਟੈਕਟਿਵ ਮਾਸਕ ਵਗੈਰਾ ਹੈਗਾ ਉਸ ਦੇ ਬਾਰੇ ਵਿੱਚ ਤੁਸੀਂ ਸਾਨੂੰ ਵੈਕਸੀਨੇਸ਼ਨ ਦੇ ਬਾਅਦ ਕੀ ਹੋਏਗਾ। ਮੈਂ ਸ਼ੁਰੂ ਦੇ ਵਿੱਚ ਦੱਸਾਂਗਾ ਕਿ ਲੋਕਾਂ ਨੇ ਨਿਊਜ਼ ਦੇ ਵਿੱਚ ਵੇਖਿਆ ਹੋਏਗਾ ਕੱਲ ਕਿ ਜਿਹੜੀ ਐਟਲਾਂਟਾ ਦੇ ਵਿੱਚ ਨਿਊ ਗਾਈਡੈਂਸ ਉਹਨਾਂ ਨੇ ਦਿੱਤੀ ਹੈ ਕਿ ਲੋਕੀ ਜਿਹੜੇ ਨੇ ਫੁੱਲੀ ਵੈਕਸੀਨੇਟਡ ਹੋ ਗਏ ਸਨ। ਜੇ ਤੁਸੀਂ ਵੈਕਸੀਨ 2 ਸੈਟ ਵੇਖੋ ਤੇ ਜਿਹੜੇ ਹਾਲੇ ਇਸ ਵੇਲੇ ਅਵੇਲੇਬਲ ਨੇ 2 ਸੈਟ ਵੈਕਸੀਨ ਹੈਗੇ ਨੇ, ਤੁਸੀਂ ਫਸਟ ਡੋਜ਼ ਲੈ ਲਓ ਤੇ ਉਸ ਤੋਂ ਕੁਝ ਪ੍ਰੋਟੈਕਸ਼ਨ ਹੋ ਜਾਂਦੀ, ਲੇਕਿਨ ਫੁੱਲ ਪ੍ਰੋਟੈਕਸ਼ਨ ਨਹੀਂ ਹੁੰਦੀ। 50 ਤੋਂ 80% ਪ੍ਰੋਟੈਕਟਡ ਹੈਗੇ ਹੋ ਤੁਸੀਂ। ਜਦੋਂ ਤੁਸੀਂ ਸੈਕਿੰਡ ਡੋਜ਼ ਲੈ ਲੈਂਦੇ ਹੋ ਤਾਂ ਉਸ ਤੇ ਬਹੁਤ ਤੁਹਾਡੀ ਪ੍ਰੋਟੈਕਸ਼ਨ ਵੱਧ ਜਾਂਦੀ ਹੈ। ਜਦੋਂ ਤੁਹਾਨੂੰ ਦੋਨੋਂ ਡੋਜ਼ਾਂ ਮਿਲ ਜਾਣਗੀਆਂ, ਜੇ ਸਬੀਨਾ ਤੇ ਮੈਂ ਦੋਨੋਂ ਫੁੱਲੀ ਵੈਕਸੀਨੇਟਡ ਹੋ ਜਾਣ ਤੇ ਉਸ ਤੋਂ ਬਾਅਦ ਹੁਣ ਅਸੀਂ ਇੱਕ ਦੂਜੇ ਨੂੰ ਫੇਸ ਟੂ ਫੇਸ ਮਿਲ ਸਕਦੇ ਹਾਂ ਦੋਨੋਂ ਵੈਕਸੀਨੇਸ਼ਨ ਦੇ ਬਾਅਦ ਮਾਸਕ ਪਾਏ ਬਗੈਰ, ਤੇ ਅਸੀਂ ਇਕੱਠੇ 6 ਫੀਟ ਵੀ ਰਹਿ ਸਕਦੇ ਹਾਂ ਤੇ ਅਸੀਂ ਗੱਲਬਾਤ ਕਰ ਸਕਦੇ ਹਾਂ ਮਿਸਾਲ ਦੇ ਤੌਰ ਤੇ। ਲੇਕਿਨ ਰਿਕਮੈਂਡੇਸ਼ਨ ਹੈਗੀ ਹੈ ਕਿ ਸਾਨੂੰ ਇਸ ਵੇਲੇ ਫਾਰਮਲ ਐਡਵਾਈਸ ਕੋਈ ਨਹੀਂ ਕੀਤੀ ਗਈ ਪਬਲਿਕ ਹੈਲਥ ਦੀ ਤਰਫੋਂ, ਅਥਾਰਟੀ ਦੀ ਤਰਫੋਂ ਕੋਈ ਸੁਜੈਸ਼ਨ ਨਹੀਂ ਹੈਗੀ ਇਸ ਵੇਲੇ। ਲੇਕਿਨ ਮੈਂ ਤੁਹਾਨੂੰ ਰਿਮਾਈਂਡਰ ਕਰਨਾ ਚਾਹਾਂਗਾ ਕਿ ਜੇ ਮੈਂ ਇਸ ਵੇਲੇ ਵੈਕਸੀਨੇਟਡ ਹੋ ਜਾਵਾਂ ਤੇ ਮੈਂ ਆਪਣੇ ਗ੍ਰੈਂਡਫਾਦਰ ਦੇ ਨਾਲ ਰਹਿ ਰਿਹਾ ਹੋਵਾਂ, ਤੇ ਫਿਰ ਕੁਐਸਚਨ ਇਹ ਆਉਂਦਾ ਹੈ ਕਿ ਤੁਹਾਡੇ ਕੋਲ ਜੇ ਹੋਰ ਲੋਕੀ ਹੈਗੇ ਨੇ ਜਿਨ੍ਹਾਂ ਨੂੰ ਵੈਕਸੀਨੇਸ਼ਨ ਅਜੇ ਨਹੀਂ ਮਿਲੀ ਤੇ ਉਹ ਯੰਗ ਨੇ ਤੇ ਹੈਲਦੀ ਹੈ, ਤੇ ਫਿਰ ਉਹਨਾਂ ਦੇ ਵਾਸਤੇ ਠੀਕ ਹੈ ਕਿ ਉਹ ਮਾਸਕ ਨਾ ਪਾਣ। ਲੇਕਿਨ ਉਹ ਜੇ ਬੁੱਢੇ ਹੈਗੇ ਨੇ ਤੁਹਾਡੇ ਕੋਲ, ਜੇ ਉਹ ਮੇਰੇ ਗ੍ਰੈਂਡਫਾਦਰ ਨੇ, ਤੇ ਰਿਕਮੈਂਡੇਸ਼ਨ ਇਹੀ ਮਿਲਦੀ ਹੈ ਕਿ ਤੁਹਾਨੂੰ ਮਾਸਕ ਪਾਣਾ ਚਾਹੀਦਾ ਹੈ ਉਸ ਸਿਚੁਏਸ਼ਨ ਦੇ ਵਿੱਚ, ਕਿਉਂਕਿ ਰਿਸਕ ਹੈਗਾ ਕਿ ਤੁਸੀਂ ਵਾਇਰਸ ਨੂੰ ਉਹਨਾਂ ਨੂੰ ਪਾਸ ਕਰ ਸਕਦੇ ਹੋ। ਜੇ ਉਹਨਾਂ ਨੂੰ ਵਾਇਰਸ ਹੋ ਜਾਂਦਾ ਹੈ ਤੇ ਇਹ ਵੀ ਪੋਸੀਬਿਲਿਟੀ ਹੈਗੀ ਹੈ ਕਿ ਉਹ ਜ਼ਿਆਦਾ ਬਿਮਾਰ ਹੋ ਸਕਦੇ ਨੇ ਤੇ ਉਹ ਮਰ ਵੀ ਸਕਦੇ ਨੇ। ਅਸੀਂ ਇਹ ਨਹੀਂ ਕਹਿ ਰਹੇ ਕਿ ਜੇ ਤੁਸੀਂ ਫੁੱਲੀ ਵੈਕਸੀਨੇਟਡ ਹੋ ਜਾਓ ਤੇ ਤੁਸੀਂ ਆਪਣੀ ਜਿਹੜੀ ਵੀ ਇਹਤਿਆਤ ਕਰੇ ਉਹ ਖਤਮ ਕਰ ਦਿਓ ਤੇ ਪਬਲਿਕ ਦੇ ਵਿੱਚ ਚਲੇ ਜਾਓ। ਤੁਸੀਂ ਪਬਲਿਕ ਵਿੱਚ ਜਾਣ ਤੋਂ ਪਹਿਲਾਂ ਤੁਸੀਂ ਮਾਸਕ ਪਾਣਾ ਹੈ, ਤੁਸੀਂ ਆਪਣੇ ਹੈਂਡ ਵਾਸ਼ ਕਰਨੇ ਨੇ, ਤੇ ਗੈਦਰਿੰਗ ਦੇ ਵਿੱਚ ਹੋ ਰਹੀ ਹੈ ਤੁਹਾਡੇ ਘਰ ਦੇ ਵਿੱਚ, ਤੇ ਫਿਰ ਫੁੱਲੀ ਵੈਕਸੀਨੇਟਡ ਵੀ ਜਿਹੜੇ ਲੋਕੀ ਹੈਗੇ ਨੇ ਤੇ ਪ੍ਰੋਟੈਕਟਡ ਵੀ ਹੈਗੇ ਨੇ, ਤੇ ਫਿਰ ਸ਼ਾਇਦ ਤੁਸੀਂ ਚੀਜ਼ਾਂ ਸੇਮ ਪ੍ਰੀਕਾਸ਼ਨਸ ਦੇ ਨਾਲ ਤੁਸੀਂ ਇਕੱਠੇ ਹੋ ਸਕਦੇ ਹੋ। ਜੇ ਤੁਸੀਂ ਕਿਸੇ ਅਜਨਬੀ ਨੂੰ ਮਿਲ ਰਹੇ ਹੋ ਜਿਸ ਨੂੰ ਪਹਿਲੇ ਨਹੀਂ ਮਿਲੇ, ਜਾਂ ਤੁਸੀਂ ਇਸ ਤਰ੍ਹਾਂ ਦੇ ਕਿਸੇ ਨੂੰ ਮਿਲ ਰਹੇ ਹੋ ਜਿਸ ਨੂੰ ਵਰਨਰੇਬਲ ਹੈਗਾ, ਕਮਜ਼ੋਰ ਹੈਗਾ, ਤੇ ਸਾਡਾ ਗੋਲ ਇਹੀ ਹੈਗਾ ਕਿ ਜੇ 올ਡਰ ਤੁਹਾਡੇ ਕੋਲ ਪੇਰੈਂਟਸ ਨੇ, ਗ੍ਰੈਂਡ ਪੇਰੈਂਟਸ ਨੇ, ਤੇ ਉਹ ਫੁੱਲੀ ਵੈਕਸੀਨੇਟਡ ਨਹੀਂ ਨੇ, ਉਹ ਆਪਣੇ ਗ੍ਰੈਂਡ ਕਿਡਸ ਨੂੰ ਤੇ ਉਹਨਾਂ ਨੂੰ ਹੱਗ ਕਰ ਸਕਦੇ ਨੇ, ਮਿਲ ਸਕਦੇ ਨੇ, ਤੇ ਵੈਕਸੀਨੇਸ਼ਨ ਤੋਂ ਬਾਅਦ ਉਹ ਇਸ ਤਰ੍ਹਾਂ ਕਰ ਸਕਦੇ ਨੇ। ਬੜਾ ਐਕਸਾਈਟਿਡ ਹੋਏਗਾ ਉਹ, ਲੇਕਿਨ ਉਹ ਗਾਈਡੈਂਸ ਅਸੀਂ ਡਿਵੈਲਪ ਨਹੀਂ ਹੋਈ। ਹੋ ਸਕਦਾ ਹੈ ਕਿ ਸਾਨੂੰ ਕੈਨੇਡਾ ਦੇ ਵਿੱਚ ਉਹ ਗਾਈਡਲਾਈਨ ਮਿਲ ਜਾਏ, ਲੇਕਿਨ ਅਸੀਂ ਇਸ ਵੇਲੇ ਵੁੱਡਸ ਤੋਂ ਬਾਹਰ ਨਹੀਂ ਆਏ ਹਾਂ। ਲੇਕਿਨ ਅਸੀਂ ਮੇਕ ਸ਼ੋਰ ਕਰਨਾ ਹੈ ਕਿ ਅਸੀਂ ਪਬਲਿਕ ਹੈਲਥ ਦੀ ਗਾਈਡੈਂਸ ਜਿਹੜੀ ਹੈ ਉਹ ਫੋਲੋ ਕਰਦੇ ਰਹੀਏ, ਜਿਹੜੇ ਕਿ ਅਸੀਂ ਹਾਲੇ ਵੀ ਇੱਕ ਦੂਜੇ ਨੂੰ ਫਿਜ਼ੀਕਲੀ ਦੂਰ ਰੱਖਣਾ ਹੈ, ਮਾਸਕ ਪਾਣਾ ਹੈ, ਤੇ ਜਦੋਂ ਸਾਰੇ ਲੋਕਾਂ ਨੂੰ, ਕਾਫੀ ਜ਼ਿਆਦਾ ਲੋਕਾਂ ਨੂੰ ਵੈਕਸੀਨੇਸ਼ਨ ਹੋ ਜਾਏਗੀ ਤੇ ਅਸੀਂ ਦੇਖਾਂਗੇ ਕਿ ਨਾਰਮਲ ਕਿਸ ਤਰ੍ਹਾਂ ਦਾ ਹੁੰਦਾ ਲੋਕਾਂ ਵਾਸਤੇ। ਮੈਂ ਹੁਣ ਵੇਟ ਨਹੀਂ ਕਰ ਸਕਦੀ ਕਿ ਲਾਈਫ ਕਦੋਂ ਨਾਰਮਲ ਹੋਏਗੀ, ਤੇ ਮੇਰਾ ਬੱਚਾ ਜਿਹੜਾ ਆਪਣੀ ਗ੍ਰੈਂਡਮਾ ਨੂੰ ਮਿਲਣ ਵਾਸਤੇ ਬੜਾ ਇੰਤਜ਼ਾਰ ਕਰ ਰਿਹਾ, ਤੇ ਅਸੀਂ ਦੇਖ ਰਹੇ ਹਾਂ ਕਿ ਕਦੋਂ ਸਾਡੇ ਫੈਮਿਲੀ ਮੈਂਬਰਸ ਨੂੰ ਵੈਕਸੀਨੇਸ਼ਨ ਕੀਤੀ ਜਾਏਗੀ। ਕੁਝ ਹੋਰ ਕੁਐਸਚਨ ਹੈਗੇ ਨੇ ਜੇ ਅਸੀਂ ਪੁੱਛਾਂਗੇ। ਇੱਕ ਕੁਐਸਚਨ ਹੈਗਾ ਜਿਹੜਾ ਡਾਕਟਰ ਆਰੀਆ ਸਾਨੂੰ ਦੱਸ ਸਕਦੇ ਨੇ ਕਿ ਇਮਿਊਨਿਟੀ COVID-19 ਦੀ ਜਿਹੜੀ ਕਮਿਊਨਿਟੀ ਹੈਗੀ ਹੈ, ਉਹ ਕਿੰਨੀ ਇਮਿਊਨਿਟੀ ਜਿਹੜੀ ਹੈਗੀ ਹੈ COVID-19 ਦੀ, ਉਹ ਕਿੰਨਾ ਅਰਸਾ ਚੱਲੇਗੀ। ਅਸੀਂ ਡਾਟਾ ਦੇ ਉੱਤੇ ਵੇਟ ਕਰ ਰਹੇ ਹਾਂ ਇਸ ਚੀਜ਼ ਦੇ ਬਾਰੇ ਵਿੱਚ। ਇਸ ਵੇਲੇ ਸਾਨੂੰ ਇਹ ਪਤਾ ਹੈ ਕੈਨੇਡਾ 2 ਦਸੰਬਰ 14 ਜਿਹੜਾ ਸੀ ਉਹ ਪਹਿਲਾ ਦਿਨ ਸੀ ਕਿ ਲੋਕਾਂ ਦੀ ਬਾਜ਼ੂ ਦੇ ਵਿੱਚ ਲੱਗਣੀ ਸ਼ੁਰੂ ਹੋਈ, ਤੇ ਬਹੁਤ ਅੱਛੀ ਜਾ ਰਹੀ ਹੈ ਉਹ ਵਾਇਰਸ। ਉਸ ਤੋਂ ਬਾਅਦ ਲੌਂਗ ਟਰਮ ਕੇਅਰ ਦੇ ਵਿੱਚ ਤੇ ਹੋਰ ਲੋਕਾਂ ਨੂੰ ਬਹੁਤ ਅੱਛਾ ਤਰੀਕੇ ਦੇ ਨਾਲ ਲੋਕਾਂ ਨੂੰ ਵਾਇਰਸ ਵੈਕਸੀਨੇਸ਼ਨ ਦਿੱਤੀ ਗਈ ਹੈ, ਹੈਲਥ ਵਰਕਰਸ ਨੂੰ ਵੀ ਦਿੱਤੀ ਗਈ ਹੈ ਵੈਕਸੀਨੇਸ਼ਨ, ਤੇ ਸਾਨੂੰ ਉਮੀਦ ਹੈਗੀ ਹੈ ਕਿ ਕੁਝ ਅਰਸਾ ਉਹ ਲਾਸਟ ਕਰੇਗੀ, ਕੁਝ ਅਰਸਾ ਉਸਦਾ ਅਸਰ ਰਹੇਗਾ। ਲੇਕਿਨ ਅਦੇ ਰਿਸਰਚ ਜਿਹੜੀ ਹੈਗੀ ਹੈ ਔਰ ਬੂਸਟਰ ਸ਼ਾਟ ਹੋ ਸਕਦਾ ਹੈ ਚਾਹੀਦੀ ਹੋਈ ਵੈਕਸੀਨੇਸ਼ਨ ਦੇ ਬਾਅਦ,
ਹੋ ਸਕਦਾ ਹੈ ਅੱਗੇ ਵਧਦੇ ਹੋਏ ਪੋਸੀਬਿਲਿਟੀ ਹੈਗੀ ਹੈ ਇਸ ਦੀ, ਲੇਕਿਨ ਇਸ ਵੇਲੇ ਬਹੁਤ ਛੇਤੀ ਹੈਗਾ ਇਸ ਦਾ ਅਸੀਂ ਜਵਾਬ ਦਈਏ। ਅਸੀਂ ਸਾਡੇ ਕੋਲ ਇਸ ਵੇਲੇ ਇੰਨਾ ਹੀ ਡਾਟਾ ਹੈਗਾ ਕਿ ਅਸੀਂ ਇੰਨਾ ਹੀ ਦੱਸ ਸਕਦੇ ਹਾਂ। ਡਾਕਟਰ ਸਿਨਹਾ, ਤੁਸੀਂ ਸਾਨੂੰ ਕਿੰਨਾ ਮੰਥਸ ਡਿਲੇ ਹੋਏਗਾ ਸੈਕਿੰਡ ਡੋਜ਼ ਦੇ ਵਿੱਚ, ਕੀ ਰਿਕਮੈਂਡੇਸ਼ਨ ਹੈਗੀ ਹੈ ਤੇ ਉਸ ਦੀ ਕੀ ਬੇਸਿਸ ਹੈਗੀ ਹੈ? ਇਸ ਵੇਲੇ ਲੋਕਾਂ ਨੇ ਸੁਣਿਆ ਹੋਏਗਾ ਕਿ ਮੈਂ ਸੁਣਿਆ ਕਿ ਫਾਈਜ਼ਰ ਵੈਕਸੀਨ ਮਿਸਾਲ ਦੇ ਤੌਰ ਤੇ 21 ਦਿਨ ਦਾ ਇੰਤਜ਼ਾਰ ਹੋਣਾ ਚਾਹੀਦਾ ਹੈ ਬੀਚ ਦੇ ਵਿੱਚ। ਟ੍ਰਾਇਲ ਦੇ ਵਿੱਚ ਜਿਹੜਾ ਕੀਤਾ ਗਿਆ ਸੀ ਮੋਡਰਨਾ ਦੇ ਲਈ 28 ਡੇਜ਼ ਦਾ ਹੋਣਾ ਚਾਹੀਦਾ ਹੈ ਜਿਹੜਾ ਕਿ ਕੀਤਾ ਗਿਆ ਸੀ। ਤੇ ਲੋਕੀ ਕਹਿ ਸਕਦੇ ਨੇ ਕਿ ਇੱਕ ਪੁਆਇੰਟ ਤੇ ਮੈਂ ਵੀ ਸੁਣਿਆ ਸੀ ਕਿ ਐਡਵਾਈਸ ਕੀਤੀ ਗਈ ਸੀ ਕਿ ਉਸਨੂੰ 42 ਦਿਨਾਂ ਦੇ ਲਈ ਉਸਦਾ ਡਿਲੇ ਵੀ ਅਸੀਂ ਕਰ ਸਕਦੇ ਹਾਂ। 4 ਮਹੀਨੇ ਵਾਸਤੇ ਵੀ ਸੁਣਨੇ ਦੇ ਵਿੱਚ ਆਇਆ ਕਿ ਉਸਨੂੰ ਡਿਲੇ ਕੀਤਾ ਜਾ ਸਕਦਾ ਹੈ। ਤੇ ਉਹ ਲੋਕੀ ਸੋਚਦੇ ਨੇ ਕਿ ਕੌਣ ਹੈ ਰੂਲਸ ਬਣਾ ਰਿਹਾ ਹੈ ਤੇ ਕੀ ਹੋ ਰਿਹਾ ਹੈ। ਪਹਿਲੀ ਚੀਜ਼ ਇਹ ਹੈਗੀ ਹੈ ਦੇਖਣ ਵਾਲੀ ਕਿ ਫਾਈਜ਼ਰ ਜਿਹੜੀ ਹੈਗੀ ਹੈ ਮਿਸਾਲ ਦੇ ਤੌਰ ਤੇ ਜਿਹੜੀ ਅਸੀਂ ਐਡਵਾਈਸ ਕਰਦੇ ਹਾਂ ਕਿ ਸਟੱਡੀ ਕੀ ਕਹਿੰਦੀ ਹੈ 21 ਡੇਜ਼ ਦੇ ਬਾਰੇ ਵਿੱਚ, ਇਹ ਦੇਖਣ ਦੀ ਲੋੜ ਹੈਗੀ ਹੈ ਕਿ ਵੈਕਸੀਨ ਜੋ ਹੈਗੀ ਹੈ 2 ਸਟੈਪ ਵੈਕਸੀਨ ਜਿਸ ਮਿਸਾਲ ਦੇ ਤੌਰ ਤੇ ਅਸੀਂ ਇਹ ਦੇਖਣਾ ਚਾਹੀਦਾ ਹੈ ਸਾਨੂੰ ਕਿ ਬੋਡੀ ਤੁਹਾਡੀ ਜਿਹੜੀ ਹੈਗੀ ਹੈ ਉਸ ਫਸਟ ਡੋਜ਼ ਦੇ ਬਾਅਦ ਹੀ ਰਿਸਪੌਂਸ ਬਣਾਉਣਾ ਸ਼ੁਰੂ ਕਰ ਦਿੰਦੀ ਹੈ ਤੇ ਕਈ ਦਫਾ ਵੇਟ ਵੀ ਕਰਨਾ ਪੈਂਦਾ ਹੈ ਉਸ ਰਿਸਪੌਂਸ ਨੂੰ ਸਟਰੋਂਗ ਕਰਨ ਵਾਸਤੇ। ਤੇ ਬੂਸਟਰ ਜਿਹੜਾ ਤੁਸੀਂ ਬਾਅਦ ਵਿੱਚ ਲੋਗੇ ਅੱਗੇ ਜਾਂਦੇ ਹੋਏ ਉਹ ਬੂਸਟ ਕਰਦੀ ਹੈ ਉਸ ਫਾਈਨਲ ਰਿਸਪੌਂਸ ਨੂੰ ਜਿਹੜਾ ਕਿ 95% ਤੱਕ ਲੈ ਜਾਂਦੀ ਹੈ। ਸਟ੍ਰੈਟਜੀ ਦਾ ਹਿੱਸਾ ਇਹ ਹੈਗਾ, ਇਹ ਕਾਮਨ ਨਹੀਂ ਹੈਗਾ ਕਿ ਕਿੰਨਾ ਤੁਸੀਂ ਵੇਟ ਕਰੋ ਸੈਕਿੰਡ ਡੋਜ਼ ਲੈਣ ਵਾਸਤੇ ਤੇ ਤੁਸੀਂ ਉਨਾ ਹੀ ਸਟਰੋਂਗ ਇਮਿਊਨ ਰਿਸਪੌਂਸ ਡਿਵੈਲਪ ਕਰੋਗੇ। ਜਿੰਨਾ ਜ਼ਿਆਦਾ ਤੁਸੀਂ ਪ੍ਰੋਟੈਕਸ਼ਨ ਦਾ ਲੈਵਲ ਦੇ ਬਾਰੇ ਵਿੱਚ ਜੇ ਤੁਸੀਂ ਸੋਚੋ ਤੇ ਬਹੁਤ ਜ਼ਿਆਦਾ ਸਮਾਰਟ ਲੋਕੀ ਹੈਗੇ ਨੇ ਮੇਰੇ ਕੋਲੋਂ ਜਿਹੜੇ ਇਸ ਵੈਕਸੀਨ ਨੂੰ ਡਿਵੈਲਪ ਕਰ ਰਹੇ ਨੇ ਤੇ ਐਕਸਪਲੇਨ ਕਰ ਰਹੇ ਨੇ, ਲੋਕਾਂ ਨੂੰ ਸਮਝਾ ਰਹੇ ਨੇ ਡੋਜ਼ਿੰਗ ਦੇ ਬਾਰੇ ਵਿੱਚ। ਤੇ ਇਹਨਾਂ ਨੇ ਇਸ ਤਰ੍ਹਾਂ ਟੈਸਟ ਕੀਤਾ ਮੈਂ ਹੀ ਕਵਾਂਗਾ, ਲੇਕਿਨ ਟ੍ਰੈਡੀਸ਼ਨਲ ਇਹ ਹੈਗਾ ਕਿ ਵੈਕਸੀਨ ਜਿਹੜੇ ਨੇ ਉਹ ਦਿੱਤੀ ਜਾ ਸਕਦੀਆਂ ਨੇ, ਉਹਨਾਂ ਦੇ ਵਿੱਚ ਜਿਹੜਾ ਗੈਪ ਹੈਗਾ ਉਹ ਵਧਾ ਵੀ ਸਕਦੇ ਹਾਂ। ਲੇਕਿਨ ਸਟ੍ਰੈਟਜੀ ਇਹ ਇਸਤੇਮਾਲ ਕੀਤੀ ਜਾ ਰਹੀ ਹੈ ਬ੍ਰਿਟਨ ਦੇ ਵਿੱਚ ਕਿ ਬਹੁਤ ਜ਼ਿਆਦਾ ਕਰੋਨਾ ਵਾਇਰਸ ਫੈਲ ਰਿਹਾ ਹੈ। ਉਹਨਾਂ ਦੀ ਸਟ੍ਰੈਟਜੀ ਇਹ ਸੀ ਕਿ ਅਸੀਂ ਵੈਕਸੀਨੇਸ਼ਨ ਦੇ ਦਈਏ 100%। ਲੋਕੀ ਜਿੱਥੇ ਵੀ ਸਾਡੇ ਕੋਲ ਹੈਗੇ ਨੇ ਕੁਝ ਹਫ਼ਤਿਆਂ ਦੇ ਵਿੱਚ ਅਸੀਂ ਦੇ ਦਈਏ ਲੋਕਾਂ ਨੂੰ ਤੇ ਉਹਨਾਂ ਨੂੰ 80% ਵੈਕਸੀਨੇਸ਼ਨ 80% ਪ੍ਰੋਟੈਕਸ਼ਨ ਮਿਲੇਗੀ। ਜਾਂ ਅਸੀਂ ਇਹ ਵੀ ਕਰ ਸਕਦੇ ਹਾਂ ਕਿ 90% ਪ੍ਰੋਟੈਕਸ਼ਨ ਦਈਏ ਹਾਫ ਲੋਕਾਂ ਨੂੰ ਤੇ ਅੱਧੇ ਲੋਕਾਂ ਨੂੰ ਬਿਲਕੁਲ ਪ੍ਰੋਟੈਕਸ਼ਨ ਨਾ ਹੋਏ। ਤੇ ਫਿਰ ਕੀ ਜ਼ਿਆਦਾ ਇੰਪੋਰਟੈਂਟ ਹੈਗਾ, ਕਿਹੜੀ ਚੀਜ਼ ਜਿਹੜੀ ਹੈ ਜਿਹੜੀ ਆਪਸ਼ਨ ਹੈਗੀ ਹੈ ਘੱਟ ਕਰ ਸਕਦੀ ਹੈ ਰਿਸਕ ਨੂੰ। ਇੰਗਲੈਂਡ ਦੇ ਵਿੱਚ ਉਹ ਸਟ੍ਰੈਟਜੀ ਦੇਖ ਰਹੇ ਨੇ ਕਿ ਸ਼ੁਰੂ ਦੇ ਵਿੱਚ ਉਹਨਾਂ ਦੇ ਕੋਲ ਵੈਕਸੀਨੇਸ਼ਨ ਨਹੀਂ ਸਨ ਤੇ ਹਰ ਇੱਕ ਨੂੰ ਉਹਨਾਂ ਨੇ ਪਹਿਲੀ ਡੋਜ਼ ਦਿੱਤੀ ਹੈ ਜਿੰਨੇ ਲੋਕਾਂ ਨੂੰ ਉਹ ਦੇ ਸਕਦੇ ਸਨ। ਤੇ ਉਹ ਬਹੁਤ ਅੱਛਾ ਕੰਮ ਕੀਤਾ ਉਸਨੇ ਜਦੋਂ ਵੈਕਸੀਨ ਅਨਅਵੇਲੇਬਲ ਸੀ ਤੇ ਉਹਨਾਂ ਨੇ 80% ਲੋਕਾਂ ਨੂੰ ਪ੍ਰੋਟੈਕਸ਼ਨ ਮਿਲ ਗਈ ਸੀ ਤੇ ਇੰਨੀ ਪ੍ਰੋਟੈਕਸ਼ਨ ਹੈਗੀ ਸੀ ਕਿ ਉਸ ਦੀ ਵਜ੍ਹਾ ਤੋਂ ਬਿਮਾਰੀ ਬਹੁਤ ਜ਼ਿਆਦਾ ਰਿਸਕ ਉਸਦਾ ਘੱਟ ਹੋ ਗਿਆ ਸੀ। ਤੇ ਫਿਰ ਸੈਕਿੰਡ ਡੋਜ਼ ਜਿਹੜੀ ਸੀ ਉਹਨਾਂ ਨੇ ਦੇਖਿਆ ਕਿ ਉਸ ਨੂੰ ਉਹ ਸੇਫਲੀ ਉਸ ਤੋਂ ਡਿਲੇ ਕਰ ਸਕਦੇ ਨੇ। ਕੈਨੇਡਾ ਦਾ ਗੋਲ ਇਹ ਹੈਗਾ ਕਿ ਅਸੀਂ 2 ਸਟੈਪ ਪ੍ਰੋਸੈਸ ਦੇ ਵਿੱਚ ਲੋਕਾਂ ਨੂੰ ਵੈਕਸੀਨੇਸ਼ਨ ਦੇਵਾਂ ਤੇ ਸਾਨੂੰ ਫਾਲ ਤੱਕ ਵੇਟ ਕਰਨਾ ਪਵੇਗਾ। ਤੇ ਜਿਹੜੀ ਸਪੈਸ਼ਲੀ ਜਿਹੜੀ 3rd ਵੇਵ ਜਿਸ ਦੇ ਬਾਰੇ ਵਿੱਚ ਅਸੀਂ ਲੋਕੀ ਸੁਣ ਰਹੇ ਹਾਂ ਤੇ ਕੰਸਰਨ ਹੈਗਾ ਸਾਨੂੰ, ਤੇ ਹੋ ਸਕਦਾ ਹੈ ਕਿ ਗਵਰਨਮੈਂਟ ਕੈਨੇਡਾ ਓਨਟਾਰੀਓ ਦੀ ਜਿਹੜੀ ਗਵਰਨਮੈਂਟ ਹੈਗੀ ਹੈ ਉਹ ਹੁਣ ਇਸ ਵੇਲੇ ਬ੍ਰਿਟਿਸ਼ ਮਾਡਲ ਨੂੰ ਅਡਾਪਟ ਕਰਨਾ ਚਾਹ ਰਹੀ ਹੈ ਤਾਂ ਕਿ ਜੂਨ 2021 ਤੱਕ ਜੂਨ 21 ਤੱਕ ਜਦੋਂ ਸਮਰ ਖਤਮ ਹੁੰਦਾ ਹੈ ਤੇ ਹਰ ਇੱਕ ਨੂੰ ਫਸਟ ਡੋਜ਼ ਦਿੱਤੀ ਜਾਏ ਤੇ ਫਿਰ ਅਸੀਂ ਸੈਕਿੰਡ ਡੋਜ਼ ਵਾਸਤੇ ਵੇਟ ਕਰ ਸਕਦੇ ਹਾਂ, ਜਿੰਨਾ ਕਿ ਅਸੀਂ 16 ਵੀਕਸ ਦਾ ਵੀ ਇੰਤਜ਼ਾਰ ਕੀਤਾ ਜਾ ਸਕਦਾ ਹੈ। ਲੇਕਿਨ ਮੈਨੂੰ ਪਤਾ ਹੈ ਕਿ ਮੇਰੇ ਕੁਝ ਪੇਸ਼ੈਂਟਸ ਨੇ, ਜਿਸ ਤਰ੍ਹਾਂ ਮੈਂ ਉਹਨਾਂ ਕੋਲੋਂ ਪੁੱਛਦੀ ਹਾਂ ਕਿ ਤੁਹਾਨੂੰ ਵੈਕਸੀਨੇਸ਼ਨ ਮਿਲ ਗਈ ਹੈ, ਮੈਨੂੰ ਦੱਸਿਆ ਗਿਆ ਕਿ 21 ਦਿਨ ਬਾਅਦ ਤੁਹਾਨੂੰ ਦੂਜੀ ਡੋਜ਼ ਮਿਲ ਸਕਦੀ ਹੈ ਤੇ ਸਾਨੂੰ ਪਰਮਿਸ਼ਨ ਮਿਲ ਗਈ ਹੈ ਕਿ ਅਸੀਂ ਡੋਜ਼ ਨੂੰ ਡਿਲੇ ਕਰ ਸਕਦੇ ਹਾਂ। ਜੇ ਤੁਹਾਨੂੰ ਪਤਾ ਚੱਲੇਗਾ ਕਿ 5-6 ਹਫ਼ਤੇ ਦੇ ਬਾਅਦ ਤੁਹਾਨੂੰ ਸੈਕਿੰਡ ਡੋਜ਼ ਮਿਲੇਗੀ ਤੇ ਲੋਕੀ ਪੈਨਿਕ ਹੋ ਜਾਂਦੇ ਨੇ ਤੇ ਫਿਰ ਸਾਨੂੰ ਐਜੂਕੇਟ ਕਰਨਾ ਚਾਹੀਦਾ ਲੋਕਾਂ ਨੂੰ ਕਿ ਪੈਨਿਕ ਨਾ ਹੋਣ।
कोई एक रस्ता नहीं हैगा कि सिर्फ वही सही रस्ता हैगा, लेकिन जे तुहानू डिले होंदा है सेकंड डोज दे विच ਉਹ ਜ਼ਿਆਦਾ ਹੈਲਪਫੁਲ ਵੀ ਹੋ ਸਕਦਾ ਹੈ। ਬਹੁਤ ਅੱਛੀ ਗੱਲ ਹੈ। ਲਾਸਟ ਕੁਐਸਚਨ ਜਿਹੜਾ ਹੈਗਾ ਡਾਕਟਰ ਆਰਿਆ ਦੇ ਨਾਲ ਪੁੱਛਾਂਗੇ। ਇੰਟਰਸਟਿੰਗ ਕੁਐਸਚਨ ਹੈ ਤੇ ਮੈਂ ਸਾਰਿਆਂ ਦੇ ਨਾਲ ਤੁਹਾਡਾ ਕੀ ਓਪੀਨੀਅਨ ਹੈਗਾ? Would people have the option or the choice to choose which ਜੇ vaccine? ਲੋਕਾਂ ਦੇ ਕੋਲ ਕੋਈ ਆਪਸ਼ਨ ਹੋਵੇ ਕਿ ਉਹ ਦੋਨਾਂ ਵਿੱਚੋਂ ਕੋਈ ਚੁਣ ਸਕਣ, ਜਿਸ ਤਰ੍ਹਾਂ ਪਹਿਲੇ ਅਸੀਂ ਬਤਾਇਆ ਹੈਗਾ ਕਿ ਅਸੀਂ ਗੱਲ ਕੀਤੀ ਹੈਗੀ ਕਿ ਬਹੁਤ ਸੇ ਮੁਲਕ ਸਰਦੀ ਬਹੁਤ ਐਸਾ ਦੀ ਹੈਗੀ ਕਿ ਜਿਹੜੀ ਦੁਨੀਆ ਹੈਗੀ ਜਿਹੜੀ ਵੈਕਸੀਨੇਸ਼ਨ ਅਸੀਂ ਇਸ ਉੱਤੇ ਗੱਲ ਕਰ ਲਈ ਹੈ। ਜਿਹੜੇ ਪੈਂਡੈਮਿਕ ਹਜੇ ਮੌਜੂਦ ਹੈਗੀ, ਬਹੁਤ ਸਾਰੇ ਲੋਕ ਮੌਜੂਦ ਨੇ, ਹਜੇ ਖਤਰਾ ਹੈਗਾ, ਬਹੁਤ ਸਾਰੇ लोग ने जिन्हें वैक्सीन नहीं हुए हैं, जो ओल्डर एडल्ट्स हैं, जो एसेंशियल वर्कर हैं, लोग की ਜਿਹੜੇ ਮਾਜ਼ੂਰ ਨੇ, ਇਹ ਬਹੁਤ ਹੀ ਆਮ ਹੈਗਾ ਇਸ ਵੇਲੇ ਕਿ ਸਾਰੇ ਇਸ ਗੱਲ ਬਾਰੇ ਸੋਚੇ ਕਿ ਜਿਹੜੀ ਬਿਹਤਰੀਨ ਵੈਕਸੀਨ ਹੋਈ ਹੈ ਉਹੀ ਤੁਹਾਡੇ ਵਾਸਤੇ ਬਿਹਤਰ ਹੈ। ਜਿਸ ਤਰ੍ਹਾਂ ਮੈਂ ਡਾਕਟਰ ਸਿਨਹਾ ਤੇ ਮੈਂ ਤੁਹਾਨੂੰ ਦੱਸਿਆ ਹੈ ਕਿ ਇਹ ਸਾਰੀ ਵੈਕਸੀਨਾਂ ਜਿਹੜੀਆਂ ਹੈਗੀਆਂ ਉਹ ਬਹੁਤ ਜ਼ਬਰਦਸਤ ਹੈਗੀਆਂ ਤੇ ਉਹ ਸਾਨੂੰ ਇਸ ਮੁਸ਼ਕਿਲ ਵਬਾ ਵਿੱਚੋਂ ਕੱਢ ਲੈਣਗੀਆਂ। ਇਹ ਵੈਕਸੀਨਾਂ ਜਿਹੜੀਆਂ ਹੈਗੀਆਂ ਕਾਮਯਾਬ ਹੋ ਗਈਆਂ, ਇਹ ਬਹੁਤ ਘੱਟ ਕਰ ਦੇਣਗੀਆਂ, ਜ਼ੀਰੋ ਕਰ ਦਿਆਂਗੇ ਕਿਸੇ ਕਿਸਮ ਦੀ ਮੌਤ ਨੂੰ, ਕੋਵਿਡ-19 ਦੀ ਬਿਮਾਰੀ ਨੂੰ ਤੇ ਹਸਪਤਾਲ ਵਿੱਚ ਜਾਣ ਦੇ ਤੇ ਮੌਤ ਤੋਂ ਬਚਾ ਲੈਣਗੀ। ਐਸੀ ਅਸੀਂ ਚਾਹੁੰਦੇ ਹਾਂ, ਅਸੀਂ ਸਭ ਨੂੰ ਇਹ ਦੱਸਦੇ ਹਾਂ ਕਿ ਸਾਡੇ ਕੋਲ ਟਿਕਟ ਹੈਗਾ ਇਸ ਵਬਾ ਵਿੱਚ ਕਿ ਅਸੀਂ ਨਿਕਲ ਜਾਈਏ ਇਸ ਵਬਾ ਵਿੱਚੋਂ। ਇਹ ਜ਼ਬਰਦਸਤ ਸਾਇੰਸ ਦਾ ਇੱਕ ਮੌਜਾ ਹੈਗਾ। ਪਹਿਲੇ ਅਸੀਂ ਲੌਂਗ ਟਰਮ ਕੇਅਰ ਵਿੱਚ ਅਸੀਂ ਸਾਰੀ ਜਗ੍ਹਾ ਤੇ ਵੈਕਸੀਨ ਪਹੁੰਚਾ ਦਿੱਤੀ ਹੈਗੀ ਆ। ਡਾਕਟਰ ਸਿਨਹਾ ਨੇ ਗੱਲ ਕੀਤੀ ਹੈ CBC ਗਾਈਡੈਂਸ ਦੇ ਬਾਰੇ ਵਿੱਚ। ਅਸੀਂ ਦੇਖਦੇ ਪਏ ਹਾਂ ਕਿ ਫੈਮਲੀਆਂ ਜਿਹੜੀਆਂ ਹੈਗੀਆਂ ਉਹ ਇਕੱਠੀ ਹੋ ਗਈਆਂ ਤੇ ਇਸ ਤਰ੍ਹਾਂ ਦੇ ਸੂਰਤ ਵਿੱਚ ਬਹੁਤ ਸਭ ਕਹਿੰਦੇ ਨੇ ਕਿ ਅਸੀਂ ਦੇਖਿਆ ਨਹੀਂ ਆਪਣੇ ਪੇਰੈਂਟਸ ਨੂੰ, 1 ਸਾਲ ਹੋ ਗਿਆ। ਦੋਨੋਂ ਜਿਹੜੇ 80 ਸਾਲ ਤੋਂ ਵੱਡੀ ਉਮਰ ਨੇ ਉਹ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰਦੇ ਪਏ ਨੇ ਤੇ ਵੈਨਕੂਵਰ ਰੀਜਨ ਵਿੱਚ ਇਹ ਬਹੁਤ ਹੀ ਚੰਗਾ ਇਸ ਵੇਲੇ ਹੋ ਗਿਆ ਹੈ ਕਿ ਸਾਰੇ ਦੇ ਸਾਰੇ ਹਾਲਾਤ ਜਿਹੜੇ ਨੇ ਸਾਰੇ ਕਾਬੂ ਵਿੱਚ ਆ ਗਏ ਨੇ। ਲੋਕ ਜਿਹੜੇ ਨੇ ਜੋ ਨਹੀਂ ਸਹਿੰਦੇ ਪਏ ਸੀ ਆਪਣੇ ਵਾਲਦੈਨ ਨੂੰ, ਆਪਣੇ ਅੱਗੇ ਲੋਕਾਂ ਨੂੰ, ਇਸ ਵੇਲੇ ਉਹ ਇਸ ਕਾਬਿਲ ਹੋ ਗਏ ਨੇ ਕਿ ਇਹ ਕਰਨ ਨਾਲ ਉਹ ਆਪਣੇ ਵੈਡਿੰਗ ਤੇ ਦੂਸਰੇ ਫੰਕਸ਼ਨਸ ਨੂੰ ਅਟੈਂਡ ਕਰ ਸਕਣਗੇ ਤੇ ਅਸੀਂ ਬਹੁਤ ਹੀ ਅਹਿਮ ਹੈ। ਸਾਡੇ ਕੋਲ ਟਿਕਟ ਆ ਗਿਆ ਹੈ ਕਿ ਅਸੀਂ ਇਸ ਵਬਾ ਵਿੱਚੋਂ ਨਿਕਲ ਹੈ। ਅਸੀਂ ਬਹੁਤ ਸ਼ੁਕਰੀਆ ਹੈ ਡਾਕਟਰ ਆਰਿਆ, ਡਾਕਟਰ ਸਿਨਹਾ, ਬਹੁਤ ਧੰਨਵਾਦ। ਤੁਸੀਂ ਐਸੇ ਮੈਂ ਤੁਹਾਡੇ ਕੋਲ ਲਫ਼ਜ਼ ਨਹੀਂ ਹੈ ਕਿ ਮੈਂ ਕਿੰਨੀ ਜ਼ਿਆਦਾ ਫਾਇਦਾਮੰਦ ਹੈਗੀ ਇਹ ਮਾਲੂਮਾਤ। ਸਾਨੂੰ ਰਹਿਨੁਮਾਈ ਦਿੱਤੀ, ਸਾਡੇ ਸਵਾਲਾਂ ਦੇ ਜਵਾਬ ਦਿੱਤੇ। ਅਸੀਂ ਬਹੁਤ ਤਾਰੀਫ ਕਰਦੇ ਹਾਂ ਕਿ ਤੁਸੀਂ ਦੋਨੋਂ ਇੱਥੇ ਆਏ ਤੇ ਤੁਸੀਂ ਆਪਣੇ ਕੀਮਤੀ ਇਲਮ ਦੇ ਨਾਲ ਸਾਨੂੰ ਕਿਹਾ। ਮੈਂ ਆਪਣੇ ਦਿਲ ਦੀ ਤਹਿ ਨਾਲ ਤੁਹਾਡਾ ਸ਼ੁਕਰੀਆ ਅਦਾ ਕਰਦੀ ਹਾਂ ਕਿ ਤੁਸੀਂ ਆਪਣਾ ਵਿਕਤ ਦਿੱਤਾ ਸਾਡੀ ਕਮਿਊਨਿਟੀ ਨੂੰ। ਬਹੁਤ ਧੰਨਵਾਦ, ਬਹੁਤ ਸ਼ੁਕਰੀਆ ਸਾਡੇ ਆਉਣ ਦਾ। ਇਸ ਤੋਂ ਪਹਿਲੇ ਕਿ ਅਸੀਂ ਕरें, ਸਾਡੇ ਕੋਲ ਆਖਰੀ ਸਾਡੇ ਕੋਲ ਹੈਗੇ ਕਿ ਸਾਡਾ ਅਗਲਾ ਹੈਗਾ ਮਾਰਚ 18 ਨੂੰ ਥਰਸਡੇ ਨੂੰ ਡਾਕਟਰ ਨਾਹੀਦ ਦੁਸਾਨੀ, ਵੀ ਪੈਲੀਏਟਿਵ ਕੇਅਰ ਤੇ ਡਾਕਟਰ ਅਬਦੁਲ ਸ਼ਰਗਾਨੀ ਜਿਹੜੇ ਕਿ ਇਨਫੈਕਸ਼ਨ ਡਿਜ਼ੀਜ਼ ਸਪੈਸ਼ਲਿਸਟ ਹੈ UHM। ਅਸੀਂ ਸਾਰੇ ਇਹ ਵੀ ਸਾਡੇ ਆਪਣੇ ਗੱਲ ਕਰਨਗੇ ਤੇ ਆਪਣੇ ਸਵਾਲਾਂ ਦੇ ਜਵਾਬ ਦੇਣਗੇ ਤੇ ਇਹ ਦੋਨੋਂ ਜਿਹੜੇ ਨੇ ਬੜੇ ਕਾਬਿਲ ਫਿਜ਼ੀਸ਼ੀਅਨ ਹੈ। ਤੇ 3 ਹੋਰ ਸਪੈਨਿਸ਼ ਤੇ ਬਲੈਕ ਕਮਿਊਨਿਟੀ ਵਾਸਤੇ ਵੀ ਇਹ ਸਾਰੀ ਮਾਲੂਮਾਤ ਜਿਹੜੀ ਹੈ ਉਹ ਮਿਲੇਗੀ। ਆਖਰੀ ਸਲਾਈਡ ਹੈਗੀ ਸਾਡੀ URL ਹੈ। ਅਗਰ ਤੁਸੀਂ ਕੋਈ ਹੋਰ ਸਵਾਲ ਹੋ ਤੇ ਤੁਸੀਂ ਇਸ ਦੇਖੋ ਤੇ ਸਾਡੇ ਕੋਈ ਵੀ ਸਵਾਲ ਜਿਹੜੇ ਨੇ ਉਹ ਸਾਨੂੰ ਪੁੱਛੋ। ਸਾਡੇ ਕੋਲ ਤੁਸੀਂ ਦੇਖੋ ਸਾਰੇ ਹੋਰ ਚੀਜ਼ਾਂ ਸਾਡੀ ਵੈਬਸਾਈਟ 'ਤੇ ਤੇ ਤੁਸੀਂ ਦੇਖੋ ਕਿ ਅਸੀਂ ਸਾਰੇ ਸਵਾਲਾਂ ਦਾ ਜਵਾਬ ਦੇਂਗੇ। ਬਹੁਤ ਧੰਨਵਾਦ ਇੱਥੇ ਆਉਣ ਦਾ ਤੇ ਅਨਮੋਲ ਤੁਹਾਡਾ ਇੱਥੇ ਆਉਣ ਦਾ ਬਹੁਤ ਸ਼ੁਕਰੀਆ ਕਿਉਂਕਿ ਤੁਸੀਂ ਕਮਿਊਨਿਟੀ ਦੇ ਅੰਦਰ ਰਹੇ ਹੋ ਤੇ ਤੁਸੀਂ ਸਾਡੀ ਕਮਿਊਨਿਟੀ ਵਾਸਤੇ ਗੱਲਬਾਤ ਕੀਤੀ ਹੈ। ਅੱਜ ਤੁਹਾਡਾ ਆਉਣਾ ਬਹੁਤ ਸ਼ੁਕਰੀਆ। ਸਾਡੀ ਫਾਊਂਡੇਸ਼ਨ ਤੁਹਾਡੀ ਇਹਨਾਂ ਕੰਮ ਨੂੰ ਤੇ ਕਾਰਕਰਦਗੀ ਨੂੰ ਬਹੁਤ ਤਾਰੀਫ ਨਾਲ ਦੇਖਦੀ ਹੈ। ਤੁਸੀਂ ਬਹੁਤ ਸ਼ੁਕਰੀਆ ਅੱਜ ਸਾਡੇ ਨਾਲ ਆਉਣ ਦਾ। ਡਾਕਟਰ ਆਰਿਆ, ਡਾਕਟਰ ਸਿਨਹਾ, ਥੈਂਕ ਯੂ ਅਨਮੋਲ ਤੇ ਸਭ ਨੂੰ ਅੱਜ